ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਪੰਜਾਬ ਵਿੱਚ ਸਰਕਾਰੀ ਸਕੂਲ ਸਿੱਖਿਆ ਦਾ ਪੱਠਾ ਬੈਠ ਗਿਆ। ਨਤੀਜੇ ਹੱਦ ਤੋਂ ਮਾੜੇ ਆਉਣੇ ਸ਼ੁਰੂ ਹੋ ਗਏ। ਲੋਕਾਂ ਨੇ ਬੱਚੇ ਸਰਕਾਰੀ ਸਕੂਲ ਵਿੱਚ ਭੇਜਣੇ ਬੰਦ ਕਰ ਦਿੱਤੇ। ਜ਼ਿਆਦਾਤਰ ਸਰਕਾਰੀ ਸਕੂਲਾਂ ਵਿੱਚ ਵੈਸੇ ਵੀ ਉਹਨਾਂ ਦੇ ਬੱਚੇ ਹੀ ਜਾਣ ਲੱਗੇ ਜਿਨ੍ਹਾਂ ਕੋਲ ਕੋਈ ਚਾਰਾ ਨਹੀਂ ਸੀ। ਆਖਿਰ ਹਾਲਾਤ ਇਹ ਹੋ ਗਏ ਕਿ ਇੱਕ ਦੋ ਪੰਜ ਬੱਚਿਆਂ ਵਾਲੇ ਸਕੂਲ ਵੀ ਆਮ ਹੋ ਗਏ। 2011 ਤੱਕ ਸਰਕਾਰੀ ਸਕੂਲਾਂ ਵਿੱਚ 16 ਲੱਖ ਬੱਚੇ ਸਨ, ਹੁਣ 9 ਲੱਖ ਦੇ ਆਸ-ਪਾਸ ਨੇ। ਟੀਚਰਾਂ ਦੀ ਗਿਣਤੀ ਨਹੀਂ ਘਟੀ, ਉਹ 48,000 ਦੇ ਆਸ-ਪਾਸ ਹੀ ਰਹੀ ਹੈ। ਇੱਕ ਚੀਜ਼ ਤਾਂ ਤੁਹਾਨੂੰ ਪਤਾ ਹੈ ਕਿ ਛੇਤੀ ਕੀਤੇ ਸਰਕਦੀ ਨਹੀਂ ਹੁੰਦੀ, ਉਹਨੂੰ ਕਹਿੰਦੇ ਨੇ ਕੰਨ ਤੇ ਜੂੰ। ਪਰ ਜਦੋਂ ਸਰਕਾਰ ਨੇ ਕਿਹਾ ਕਿ 800 ਸਰਕਾਰੀ ਪ੍ਰਾਇਮਰੀ ਸਕੂਲ ਬੰਦ ਕਰਨੇ ਨੇ ਕਿਉਂ ਜੋ ਬੱਚੇ 20 ਤੋਂ ਵੀ ਘੱਟ ਨੇ, ਤੇ ਹਾਲ ਦੁਹਾਈ ਪੈ ਗਈ। ਖਤਰਾ ਸਾਹਮਣੇ ਮੰਡਰਾਉਣ ਲੱਗਿਆ। ਹੌਲੀ ਹੌਲੀ ਹੋਰ ਸਕੂਲ ਵੀ ਬੰਦ ਹੋ ਜਾਣਗੇ, ਇਹ ਵੀ ਖਤਰਾ। ਸਕੂਲਾਂ ਵਿੱਚ ਬੱਚੇ ਘੱਟ ਹੋਣ ਦਾ ਕਾਰਨ ਇਹ ਸਮਝ ਆਇਆ ਕਿ ਲੋਕ 3 ਸਾਲ ਦੇ ਬੱਚੇ ਨੂੰ ਹੀ ਸਕੂਲ ਭੇਜ ਦਿੰਦੇ ਨੇ, ਉਹ ਨਰਸਰੀ, LKG, UKG ਵਿੱਚ। ਸਰਕਾਰੀ ਸਕੂਲਾਂ ਵਿੱਚ ਤੇ ਕਲਾਸਾਂ ਹੁੰਦੀਆਂ ਨਹੀਂ, ਇਸੇ ਲਈ ਬੱਚੇ ਘੱਟ ਜਾਂਦੇ ਨੇ। ਚਲੋ ਜੀ, ਕਰੋ ਸਰਕਾਰੀ ਸਕੂਲ ਵਿੱਚ ਵੀ ਨਰਸਰੀ, LKG, UKG ਸ਼ੁਰੂ, ਪ੍ਰੀ ਪ੍ਰਾਇਮਰੀ ਕਲਾਸਿਸ ਕਰਵਾ ਦਿਓ। ਗੁਰਦੁਆਰਿਆਂ ਦੇ ਸਪੀਕਰਾਂ ਤੋਂ ਅਨਾਉਂਸਮੈਂਟਾਂ ਫੈਲ ਜੋ, ਗਲੀ ਗਲੀ ਹਰ ਬੂਹੇ ਤੇ ਦਿਓ ਦਸਤਕ, ਬੱਚਾ ਦਾਖਲ ਕਰਵਾ ਲਓ। ਵੇਖਦਿਆਂ ਹੀ ਆਂਗਨਵਾੜੀ ਦੇ ਮੁਲਾਜ਼ਮਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਭਾਈ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਤੇ ਜ਼ਿੰਮੇਵਾਰ ਉਹ ਸੀ। ਜੇ ਬੱਚੇ ਚਲੇ ਗਏ ਸਕੂਲ ਵਿੱਚ ਤੇ ਉਹਨਾਂ ਦੀ ਤੇ ਨੌਕਰੀ ਜਾ ਸਕਦੀ ਹੈ। ਧਾ ਕੇ ਭੀੜਾਂ ਸੜਕ ਤੇ, ਮੁੱਖ ਮੰਤਰੀ ਦੀ ਕੋਠੀ ਘੇਰੋ, ਭਰ ਦਿਓ ਜੇਲਾਂ। ਸਵਾਲ ਬੱਚਿਆਂ ਦੇ ਪਾਲਣ ਪੋਸ਼ਣ ਦਾ, ਸਰਕਾਰੀ ਸਕੂਲਾਂ ਵਿੱਚ ਚੰਗੀ ਤਾਲੀਮ ਹੋਵੇ, ਇਸ ਦਾ ਸਵਾਲ ਹੈ ਕਿ ਸਵਾਲ ਨੌਕਰੀਆਂ ਖੁੱਸ ਜਾਣ ਦੇ ਖਤਰੇ ਦਾ। ਕੰਨ ਤੇ ਜੂੰ ਸਰਕੀ ਹੈ ਤੇ ਬੜੇ ਜ਼ੋਰ ਨਾਲ ਸਰਕੀ ਹੈ। ਇਸ ਲਈ ਅੱਜ ਡਿਸਕਸ਼ਨ ਦੇ ਵਿੱਚ ਸਾਡੇ ਨਾਲ ਸ਼ਾਮਿਲ ਹੋ ਰਹੇ ਨੇ ਊਸ਼ਾ ਰਾਣੀ ਜੀ। ਊਸ਼ਾ ਰਾਣੀ ਜੀ ਆਂਗਨਵਾੜੀ ਵਰਕਰਸ ਤੇ ਹੈਲਪਰਸ ਫੈਡਰੇਸ਼ਨ ਦੇ ਰਾਸ਼ਟਰੀ ਪ੍ਰਧਾਨ ਨੇ, ਨੈਸ਼ਨਲ ਪ੍ਰੈਜ਼ੀਡੈਂਟ ਨੇ। ਇਸ ਜਿਹੜੀ ਫੈਡਰੇਸ਼ਨ ਹੈ ਇਹਦੇ 5 ਲੱਖ ਤੋਂ ਵੀ ਜ਼ਿਆਦਾ ਮੈਂਬਰ ਨੇ, 26 ਸਟੇਟਾਂ ਦੇ ਵਿੱਚ ਇਹ ਹੈ ਤੇ ਪੰਜਾਬ ਦੇ ਵਿੱਚ ਅੱਜ ਇਸ ਫੈਡਰੇਸ਼ਨ ਦੇ ਮੈਂਬਰਾਂ ਨੂੰ, ਆਂਗਨਵਾੜੀ ਦੀਆਂ ਮਹਿਲਾਵਾਂ ਨੂੰ ਹੱਥਾਂ ਪੈਰਾਂ ਦੀ ਪਈ ਆ ਕਿਉਂਕਿ ਨੌਕਰੀਆਂ ਦੇ ਉੱਤੇ ਤਲਵਾਰ ਲਟਕ ਰਹੀ। ਸਾਡੇ ਨਾਲ ਜੁੜ ਰਹੇ ਨੇ ਸੁਖਵਿੰਦਰ ਚਹਿਲ ਜੀ। ਸੁਖਵਿੰਦਰ ਚਹਿਲ ਜੀ ਗਵਰਨਮੈਂਟ ਟੀਚਰਸ ਯੂਨੀਅਨ ਪੰਜਾਬ ਦੇ ਪ੍ਰੈਜ਼ੀਡੈਂਟ ਨੇ। ਟੀਚਰਾਂ ਦੀਆਂ ਹੋਰ ਵੀ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਨੇ, ਇੱਕ ਸਾਂਝਾ ਮੋਰਚਾ ਵੀ ਚਲਾਉਂਦੇ ਨੇ। ਜਿਹੜੀਆਂ ਸਭ ਦੀਆਂ ਲੜਾਈਆਂ ਇੰਜ ਜਾਪਦਾ ਕਿ ਸਕੂਲਾਂ ਲਈ ਲੜੀਆਂ ਜਾ ਰਹੀਆਂ ਤੇ ਕਿ ਸਕੂਲ ਚੰਗੇ ਢੰਗ ਨਾਲ ਚੱਲਣ, ਤੇ ਬਹੁਤ ਸਾਰੇ ਕ੍ਰਿਟਿਕਸ ਕਹਿੰਦੇ ਨੇ ਕਿ ਆਪਣੀਆਂ ਨੌਕਰੀਆਂ ਲਈ ਲੜੀਆਂ ਜਾ ਰਹੀਆਂ ਕਿਉਂਕਿ ਖਤਰਾ ਸਾਹਮਣੇ ਨਜ਼ਰ ਆਉਂਦਾ। ਸਾਡੇ ਨਾਲ ਜੁੜ ਰਹੇ ਨੇ ਡਾਕਟਰ ਪਿਆਰੇ ਲਾਲ ਗਰਗ ਜੀ। ਡਾਕਟਰ ਪਿਆਰੇ ਲਾਲ ਗਰਗ ਜੀ ਐਕੈਡੈਮਿਕਸ ਦੇ ਖੇਤਰ ਦੇ ਵਿੱਚ, ਸਿੱਖਿਆ ਤੇ ਹੈਲਥ ਦੇ ਖੇਤਰ ਦੇ ਵਿੱਚ ਇੱਕ ਲੰਬੇ ਸਮੇਂ ਤੋਂ ਐਕਟਿਵਿਜ਼ਮ ਕਰ ਰਹੇ ਨੇ। ਵੈਸੇ ਇਹ ਬੱਚਿਆਂ ਦੇ ਡਾਕਟਰ ਵੀ ਨੇ, ਇਸ ਕਰਕੇ ਜਿਸ ਵੇਲੇ ਛੋਟੇ ਬੱਚੇ 3 ਸਾਲ ਦੇ, 4 ਸਾਲ ਦੇ, 5 ਸਾਲ ਦੇ ਸਕੂਲਾਂ ਵਿੱਚ ਜਾਣ ਲੱਗਣਗੇ ਤਾਂ ਕਿਸ ਕਿਸਮ ਦੀਆਂ ਸਮੱਸਿਆਵਾਂ ਉਹਨਾਂ ਨੂੰ ਆਉਣਗੀਆਂ, ਇਹ ਇਹਨਾਂ ਤੋਂ ਪੁੱਛਾਂਗੇ। ਇਹ ਵੀ ਪੁੱਛਾਂਗੇ ਕਿ ਕੌਣ ਨੌਕਰੀ ਲਈ ਲੜ ਰਿਹਾ ਤੇ ਕੌਣ ਚੰਗੇਰੀ ਸਿੱਖਿਆ ਲਈ। ਸਾਡੇ ਨਾਲ ਜੁੜ ਰਹੇ ਨੇ ਹਮੀਰ ਸਿੰਘ ਜੀ, ਪੰਜਾਬ ਦੇ ਬਹੁਤ ਹੀ ਪਰਸੈਪਟਿਵ ਪੱਤਰਕਾਰ, ਜਿਹੜੇ ਧਰਤੀ ਤੇ ਹੁੰਦੇ ਉਹਨਾਂ ਹਾਲਾਤਾਂ ਤੋਂ ਵਾਕਫ ਨੇ, ਜਿਸ ਢੰਗ ਦੇ ਨਾਲ ਸਕੂਲ ਚੱਲਦੇ ਨੇ, ਜਿਸ ਢੰਗ ਦੇ ਨਾਲ ਸਰਕਾਰੀ ਨੀਤੀਆਂ ਚੱਲਦੀਆਂ ਨੇ, ਤੇ ਜਿਵੇਂ ਫਿਰ ਐਜੀਟੇਸ਼ਨਾਂ ਤੇ ਸਟਰਗਲ ਚਲਾਈਆਂ ਜਾਂਦੀਆਂ ਨੇ, ਕਦੀ ਸਕੂਲਾਂ ਲਈ, ਕਦੀ ਆਪਣੀਆਂ ਨੌਕਰੀਆਂ ਲਈ, ਤੇ ਕਦੀ ਇਹੋ ਜਿਹੇ ਮਕਸਦ ਲਈ ਜਿਹੜੇ ਇਹੋ ਜਿਹੇ ਪ੍ਰੋਗਰਾਮਾਂ ਵਿੱਚ ਸਾਫ਼ ਕਰ ਲੈਣੇ ਚਾਹੀਦੇ ਨੇ। ਊਸ਼ਾ ਰਾਣੀ ਜੀ, ਲੜਾਈ ਕਿਸ ਗੱਲ ਦੀ ਹੈ? ਗੱਲ ਸਾਫ਼ ਹੈ, ਜੇ ਤੁਹਾਡੀਆਂ ਨੌਕਰੀਆਂ ਤੇ ਖਤਰਾ ਨਾ ਆਉਂਦਾ ਤੇ ਪ੍ਰੀ ਪ੍ਰਾਇਮਰੀ ਕਲਾਸਿਸ ਬੱਚਿਆਂ ਲਈ ਨਾ ਚੱਲਦੀਆਂ ਸਕੂਲਾਂ ਦੇ ਵਿੱਚ ਤਾਂ ਸਭ ਠੀਕ ਸੀ ਹੁਣ ਤੱਕ ਤੇ ਕਿਸੇ ਗੱਲ ਦੀ ਕੋਈ ਲੜਾਈ ਨਹੀਂ ਸੀ। ਯੂ ਆਰ ਫਾਈਟਿੰਗ ਫॉर ਜੌਬਸ। ਨਹੀਂ ਸਰ, ਇਹ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਸਿਰਫ ਅਸੀਂ ਇਸੇ ਲਈ ਲੜ ਰਹੇ ਹਾਂ ਕਿ ਸਾਡੀ ਨੌਕਰੀ ਤੇ ਤਲਵਾਰ ਹੈ। ਜੋ 3 ਤੋਂ 6 ਸਾਲ ਦਾ ਬੱਚਾ ਹੈ, ਜੋ ECC ਪਾਲਿਸੀ ਦੇ ਵਿੱਚ ਹੈ, ਇਹ ਸਰੇਆਮ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ। ਕਿਉਂਕਿ 3 ਤੋਂ 6 ਸਾਲ ਦੇ ਬੱਚਿਆਂ ਦੇ ਪੜ੍ਹਨ ਲਈ ਸਰਕਾਰੀ ਸਕੂਲਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਹੈ। ਜਿੱਥੇ ਸਾਡੀ ਨੌਕਰੀ ਤੇ ਖਤਰਾ ਹੈ, ਉਹ ਬੱਚਿਆਂ ਦੇ ਭਵਿੱਖ ਤੇ ਵੀ ਬਹੁਤ ਵੱਡਾ ਖਤਰਾ ਹੈ। ਕਿਉਂਕਿ ਬੱਚੇ ਦਾ ਸਿਰਫ ਬੌਧਿਕ ਵਿਕਾਸ ਹੀ ਨਹੀਂ ਕਰਨਾ, 3 ਤੋਂ 6 ਸਾਲ ਦੇ ਬੱਚਿਆਂ ਦਾ मानसिक विकास भी करना है, शारीरिक विकास भी करना है और बौद्धिक विकास भी करना है। और इस दे ਲਈ ਆਂਗਨਵਾੜੀ ਵਰਕਰ ਹੈਲਪਰ ਟ੍ਰੇਨਡ ਨੇ, ਉਹਨਾਂ ਨੂੰ NTT ਔਰ ਸਮੇਂ ਸਿਰ ਜਿਹੜੇ ਰਿਫਰੈਸ਼ਰ ਕੋਰਸ ਕਰਾਏ ਜਾਂਦੇ ਨੇ ਔਰ ਛੋਟੇ ਬੱਚਿਆਂ ਨੂੰ ਮਾਂ ਦੀ ਗੋਦੀ ਦਾ ਅਹਿਸਾਸ ਕਰਾਉਣਾ। ਤੁਸੀਂ ਸੜਕਾਂ ਦੇ ਉੱਤੇ ਆਏ ਹੋ, ਚੀਫ ਮਿਨਿਸਟਰ ਦੀ ਕੋਠੀ ਨੂੰ ਘੇਰਨ ਲਈ ਆਏ ਹੋ। ਇੱਕ ਲੜਨ ਦੀ ਸ਼ਕਤੀ ਰੱਖਣ ਵਾਲਾ ਥੋੜੇ ਗਰੁੱਪ ਬਚੇ ਆ ਸਟੇਟ ਦੇ ਵਿੱਚ, ਆਂਗਨਵਾੜੀ ਵਰਕਰਸ ਦਾ ਇਹਦੇ 'ਚ ਦਲੇਰੀ ਦਿਖਾਈ ਦਿੰਦੀ ਹੈ। ਪਰ ਤੁਸੀਂ ਕਦੀ ਇਹ ਤਾਂ ਨਹੀਂ ਦੇਖਿਆ ਕਿ ਸੁਪਰੀਮ ਕੋਰਟ ਤੁਸੀਂ ਕੋਈ ਰਿਟ ਪਾਈ ਹੋਵੇ ਕਿ ਜੀ ਇਹ
ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ, ਉਹ ਲੜਾਈ ਉਸ ਪਾਸਿਓਂ ਨਹੀਂ ਸਟਾਰਟ ਕੀਤੀ। ਸੁਪਰੀਮ ਕੋਰਟ ਨੇ ਪਹਿਲਾਂ ਹੀ ਕਲੀਅਰ ਕੀਤਾ ਹੋਇਆ ਸਰ ਕਿ ਜਿਹੜੇ 3 ਤੋਂ 6 ਸਾਲ ਦੇ ਬੱਚੇ ਨੇ ਇਹ ECC ਪਾਲਿਸੀ ਇਸ ਦੇ ਵਿੱਚ ਕਿ ਜੇ ਬੱਚੇ ਨੇ ਸਕੂਲ ਪੜਨ ਜਾਣਾ ਉਸ ਦਾ ਦਾਇਰਾ ਜਿਹੜਾ 500 ਮੀਟਰ ਦੇ ਦਾਇਰੇ ਵਿੱਚ ਹੋਣਾ ਚਾਹੀਦਾ। ਇੱਕ ਦੂਜਾ ਉਸ ਬੱਚੇ ਨੂੰ 1.5 ਘੰਟੇ ਤੋਂ ਵੱਧ ਦਾ ਸਮਾਂ ਨਹੀਂ ਬੈਠਣ ਦਾ ਸਮਾਂ ਹੋਣਾ ਚਾਹੀਦਾ। ਇਹ ਗੱਲ ਨਹੀਂ ਕਿ ਲੋਕ ਦਰਅਸਲ ਆਪਣੇ ਬੱਚਿਆਂ ਨੂੰ ਨਰਸਰੀ LKG UKG ਵਿੱਚ ਨੇੜੇ ਦੇ ਪ੍ਰਾਇਮਰੀ ਸਕੂਲ ਵਿੱਚ ਭੇਜਦੇ ਨੇ ਤੇ ਜਿੱਥੇ ਇੱਕ ਵਾਰੀ ਬੱਚਾ ਚਲਾ ਜਾਂਦਾ ਉੱਥੇ ਹੀ ਕੰਟੀਨਿਊ ਕਰਦਾ ਤੇ ਇਸ ਕਾਰਨ ਸਰਕਾਰੀ ਸਕੂਲਾਂ ਵਿੱਚ ਬੱਚੇ ਨਹੀਂ ਜਾ ਰਹੇ। ਸਰ ਐਦਾਂ ਦੀ ਕੋਈ ਗੱਲ ਨਹੀਂ ਹੈ। ਸਰਕਾਰੀ ਸਕੂਲਾਂ ਦੇ ਵਿੱਚ ਜੋ ਫਸਟ ਕਲਾਸ ਬਣਦੀ ਹੈ ਉਹ ਨਰਸਰੀ ਕਲਾਸ ਜੋ LKG UKG ਦੀ ਇਹਨਾਂ ਨੇ ਗੱਲ ਕੀਤੀ ਹੈ ਉਹ ਐਕਚੁਅਲੀ ਬੱਚੇ ਆਂਗਨਵਾੜੀ ਚੋਂ ਹੀ ਤਿਆਰ ਹੋ ਕੇ ਫਸਟ ਕਲਾਸ ਜਾਂਦੇ ਨੇ, ਉਹ ਕਿਸੇ ਸਕੂਲ ਚੋਂ ਹਟ ਕੇ ਨਹੀਂ ਆ ਰਹੇ। ਉਹਨਾਂ ਦਾ ਕਹਿਣਾ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏ। ਦੇਖੋ ਸਰਕਾਰ ਦਾ ਇਹ ਕਹਿਣਾ ਹੈ ਕਿ ਤੁਹਾਨੂੰ ਆਂਗਨਵਾੜੀ ਵਰਕਰਾਂ ਨੂੰ ਸਕੂਲ ਦੇ ਨਾਲ ਹੀ ਐਸੋਸੀਏਟ ਕਰ ਲਿਆ ਜਾਏਗਾ ਤਾਂ ਕਿ ਤੁਸੀਂ ਉੱਥੇ ਧਿਆਨ ਰੱਖ ਸਕੋ। ਇਸ ਕਿਸਮ ਦਾ ਕੋਈ ਵਿਚਕਾਰਲਾ ਰਸਤਾ ਨਹੀਂ ਨਿਕਲ ਸਕਦਾ। ਸਰ ਦੇਖੋ ਜੇਕਰ ਇਹ ਰਸਤਾ ਨਿਕਾਲਣਾ ਸੀ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਸੀ ਕਿ ਪਹਿਲਾਂ ਦੋਨੇ ਡਿਪਾਰਟਮੈਂਟ ਬੈਠਦੇ ਜੀ, ਦੋਨੇ ਡਿਪਾਰਟਮੈਂਟ ਪਾਲਿਸੀ ਦੇ ਉੱਪਰ ਚਰਚਾ ਕਰਦੇ। ECC ਪਾਲਿਸੀ ਦੇ ਵਿੱਚ ਜਿਹੜਾ ਆਰਟੀਕਲ 45 ਇਸ ਗੱਲ ਦੀ ਗਾਰੰਟੀ ਕਰਦਾ ਹੈ ਕਿ ਬੱਚਿਆਂ ਨੂੰ ਪ੍ਰੀ-ਸਕੂਲ ਐਜੂਕੇਸ਼ਨ ਦਿਓ। ਹੁਣ ਉਹ ਕਹਿੰਦੇ ਨੇ ਵਾਈ ਡੋਨਟ ਯੂ ਬਲੀਵ ਦਾ ਗਵਰਨਮੈਂਟ, ਤੁਹਾਨੂੰ ਵਿਸ਼ਵਾਸ ਨਹੀਂ ਹੈ? ਦੇਖੋ ਜੀ ਅਸੀਂ ਗਵਰਨਮੈਂਟ ਤੇ ਵਿਸ਼ਵਾਸ ਕਿੱਦਾਂ ਕਰੀਏ। 30 ਅਕਤੂਬਰ ਨੂੰ ਸਾਡੀ ਕ੍ਰਿਸ਼ਨ ਕੁਮਾਰ ਜੀ ਨਾਲ ਮੀਟਿੰਗ ਹੋਈ ਸਿੱਖਿਆ ਸਕੱਤਰ ਨਾਲ, ਉਹਨਾਂ ਨੇ ਸਾਨੂੰ ਇਹ ਭਰੋਸਾ ਦਿਵਾਇਆ ਸੀ ਕਿ ਜਿਹੜੇ 7748 ਆਂਗਨਵਾੜੀ ਕੇਂਦਰ ਪ੍ਰਾਇਮਰੀ ਸਕੂਲਾਂ ਦੇ ਵਿੱਚ ਲੱਗਦੇ ਨੇ ਉਹਨਾਂ ਦੇ ਵਿੱਚ ਹੀ ਸਾਡੇ ਜਿਹੜੇ ਵਲੰਟੀਅਰ ਨੇ ਉਹ ਪੜਾਉਣ ਜਾਣਗੇ ਔਰ ਆਂਗਨਵਾੜੀ ਵਰਕਰ ਤੇ ਹੈਲਪਰ ਜਿਹੜੇ ਕੰਟੀਨਿਊ ਉਸੇ ਤਰ੍ਹਾਂ ਕੰਮ ਕਰਨਗੇ ਔਰ ਜਿਹੜੇ ਬੱਚੇ ਨੇ ਉਹ ਆਂਗਨਵਾੜੀ ਦੇ ਵਿੱਚ ਇਨਰੋਲ ਰਹਿਣਗੇ। ਕਿਉਂਕਿ ਜਿਹੜਾ WCD ਹੈ ਬੱਚਿਆਂ ਦਾ ਇੱਕ ਅਲੱਗ ਮੰਤਰਾਲਾ ਹੈ ਤੇ ਸਿੱਖਿਆ ਦਾ ਇੱਕ ਅਲੱਗ ਮੰਤਰਾਲਾ ਹੈ, ਆਪਸ ਦੇ ਵਿੱਚ ਉਹਨਾਂ ਦਾ ਕੋਈ ਮੇਲ ਨਹੀਂ ਹੈ। ਜੇਕਰ ਉਹਨਾਂ ਨੇ ਮੇਲ ਬਿਠਾਣਾ ਹੈ ਤਾਂ ਅੱਜ ਤੱਕ ਹਿੰਦੁਸਤਾਨ ਦੇ ਕਿਸੇ ਵੀ ਸੂਬੇ ਦੇ ਵਿੱਚ ਪੂਰਾ ਦਾ ਪੂਰਾ ਕੋਈ ਡਿਸੀਜਨ ਨਹੀਂ ਲਿਆ। ਜੇਕਰ 2 ਸਟੇਟਾਂ ਨੇ ਸਟਾਰਟ ਕੀਤਾ ਹੈ ਰਾਜਸਥਾਨ ਤੇ ਮਹਾਰਾਸ਼ਟਰ, ਉਹਦੇ ਵਿੱਚ ਪਾਇਲਟ ਪ੍ਰੋਜੈਕਟ ਦੇ ਤਹਿਤ ਕੁਝ ਥਾਵਾਂ ਤੇ ਕਰਕੇ ਦੇਖਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਦੇ ਵਿੱਚ ਸਾਰੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਕੀਤਾ ਹੈ। 3 ਸਾਲ ਤੋਂ ਜ਼ਿਆਦਾ ਦੇ ਬੱਚੇ ਇੱਥੇ ਜੀ ਔਰ ਉਹ ਵੀ ਬਿਨਾਂ ਤਿਆਰੀ ਤੋਂ ਕੀਤਾ ਹੈ, ਜੋ ਸਿੱਖਿਆ ਸਕੱਤਰ ਜੀ ਬਾਰ-ਬਾਰ ਕਹਿ ਰਹੇ ਹੈ। ਫੁੱਲ ਤਿਆਰੀ ਹੈ। ਸੁਖਵਿੰਦਰ ਚਹਿਲ ਜੀ ਤੁਸੀਂ ਲੜ ਰਹੇ ਹੋ ਇਹਦੇ ਲਈ ਕਿ ਜਿਹੜੇ ਪ੍ਰਾਇਮਰੀ ਕਲਾਸਿਸ ਨੇ ਸਕੂਲਾਂ ਨਾਲ ਲਗਾਈਆਂ ਜਾਣ ਤੇ ਤਿਆਰੀ ਸਰਕਾਰ ਇਹ ਦੱਸਦੀ ਹੈ ਕਿ ਪੂਰੀ ਤਿਆਰੀ ਹੈ। 1000 ਰੁਪਈਆ ਪਰ ਸਕੂਲ ਦਿੱਤਾ ਜਾਵੇਗਾ ਤੇ ਬਾਕੀ ਜਿਹੋ ਜਿਹੀਆਂ ਬਿਲਡਿੰਗਾਂ ਉਹਨਾਂ ਦੇ ਵਿੱਚ ਹੀ ਗੁਜ਼ਾਰਾ ਕਰੋ, ਜਿਹੋ ਜਿਹੇ ਜਿੰਨੇ ਕੋ ਟੀਚਰ ਨੇ ਉਹਨਾਂ ਦੇ ਨਾਲ ਹੀ ਗੁਜ਼ਾਰਾ ਕਰੋ, ਹੋਰ ਫੰਡਾਂ ਦੀ ਉਮੀਦ ਨਾ ਕਰੋ। ਟੀਚਰਾਂ ਦੇ ਉੱਤੇ ਇੱਕ ਨਵਾਂ ਭਾਰ ਪਾਇਆ ਜਾ ਰਿਹਾ ਤੇ ਇਹ ਬੜੀ ਅਸਮੰਜਸ ਦੀ ਗੱਲ ਆ ਕਿ ਜਿਹੜਾ ਸਭ ਤੋਂ ਯੂਨੀਅਨਾਈਜ਼ਡ ਤਬਕਾ ਸਟੇਟ ਦੇ ਵਿੱਚ ਸਰਕਾਰੀ ਸਕੂਲ ਟੀਚਰਾਂ ਦਾ, ਉਹ ਇਸ ਨਵੇਂ ਪਾਏ ਭਾਰ ਦੇ ਖਿਲਾਫ ਸੜਕਾਂ ਤੇ ਨਹੀਂ ਉਤਰ ਰਿਹਾ ਕਿ ਅਸੀਂ ਨਹੀਂ ਇਹ ਲਵਾਂਗੇ ਆਪਣੇ ਸਿਰ ਦੇ ਉੱਤੇ ਭਾਰ। ਉਹ ਕਹਿੰਦਾ ਸਾਡੇ ਤੇ ਇਹ ਭਾਰ ਪਾਓ ਜੀ, ਸਾਡੇ ਕੋਲੇ ਬੱਚੇ ਭੇਜੋ ਜੀ। ਇਹ ਇਹੋ ਜੀ ਨਵੀਂ ਦਿਆਨਤਦਾਰੀ ਕਿਵੇਂ ਨਜ਼ਰ ਆਈ ਹੈ? ਬੜੀ ਲੋਕਤੰਤਰ ਦੇ ਵਿੱਚ ਇੱਕ ਅਨੋਖੀ ਗੱਲ ਆ। ਬਿਲਕੁਲ ਜਿਹੜਾ ਤੁਸੀਂ ਕਹਿ ਰਹੇ ਆ ਕਿ ਟੀਚਰ ਇਸ ਗੱਲ ਦੇ ਲਈ ਸੜਕਾਂ ਤੇ ਨਹੀਂ ਆ ਰਿਹਾ, ਅਸੀਂ ਬਿਲਕੁਲ ਸੜਕਾਂ ਤੇ ਆ। ਕੀ ਤੁਸੀਂ ਇਹ ਚਾਹੁੰਦੇ ਹੋ ਕਿ ਪ੍ਰੀ ਪ੍ਰਾਇਮਰੀ ਕਲਾਸਿਸ ਸਕੂਲਾਂ ਵਿੱਚ ਬਿਲਕੁਲ ਨਾ ਆਉਣ? ਨਹੀਂ, ਇਹ ਨਹੀਂ ਅਸੀਂ ਚਾਹੁੰਦੇ। ਪ੍ਰੀ ਪ੍ਰਾਇਮਰੀ ਐਜੂਕੇਸ਼ਨ ਸਮੇਂ ਦੀ ਜ਼ਰੂਰਤ ਸੀ ਜੀ, ਇਹ ਤਾਂ ਬਹੁਤ ਲੇਟ ਸ਼ੁਰੂ ਹੋਇਆ। ਅਸੀਂ ਤਾਂ ਅੱਜ ਤੋਂ 10 ਸਾਲ ਪਹਿਲਾਂ, ਕਿਉਂਕਿ ਐਜੂਕੇਸ਼ਨ ਮਾਫੀਆ ਸਟਾਪਿੰਗ ਯੂ ਰਾਈਟ ਹੇਅਰ, ਮੈਂ ਜਿਹੜੇ ਗੱਲ ਪੁੱਛ ਰਿਹਾ ਹੋਇਆ ਹੈ ਕਿ ਪ੍ਰੀ ਪ੍ਰਾਇਮਰੀ ਕਲਾਸਿਸ ਸਕੂਲਾਂ ਵਿੱਚ ਆਉਣੀਆਂ ਚਾਹੀਦੀਆਂ ਪਰ ਉਹਨਾਂ ਨੇ ਬਿਨਾਂ ਕਿਸੇ ਤਿਆਰੀ ਤੋਂ, ਬਿਨਾਂ ਕਿਸੇ ਫੰਡਸ ਤੋਂ ਇਹਨਾਂ ਹੀ ਸਕੂਲਾਂ ਵਿੱਚ, ਇਹਨਾਂ ਹੀ ਬਿਲਡਿੰਗਾਂ ਵਿੱਚ, ਇਹਨਾਂ ਹੀ ਟੀਚਰਾਂ ਨੂੰ ਨਵੇਂ ਬੱਚੇ ਲੱਖਾਂ ਦੀ ਗਿਣਤੀ ਵਿੱਚ ਭੇਜ ਦਿੱਤੇ। ਤੁਸੀਂ ਇੱਕ ਵਾਰੀ ਵੀ ਕਿਸੇ ਟੀਚਰ ਯੂਨੀਅਨ ਨੇ ਨਹੀਂ ਕਿਹਾ ਕਿ ਅਸੀਂ ਬਿਲਕੁਲ ਨਹੀਂ ਪੜਾਵਾਂਗੇ, ਇਹ ਬੱਚਿਆਂ ਨੂੰ ਬਾਹਰ ਕੱਢੋ, ਸਾਡੀ ਕੋਈ ਤਿਆਰੀ ਨਹੀਂ ਹੈ, ਸਾਨੂੰ ਇਹ ਬੱਚੇ ਨਹੀਂ ਚਾਹੀਦੇ। ਨਹੀਂ, ਬਿਲਕੁਲ ਯੂ ਆਰ ਸੇਇੰਗ ਭੇਜੋ ਜੀ, ਹੋਰ ਭੇਜੋ, ਗੁਰਦੁਆਰੇ ਤੋਂ ਅਨਾਉਂਸਮੈਂਟ ਕਰਾਓ। ਅਸੀਂ ਸਮਾਜ ਦਾ ਅੰਗ ਆ ਜੀ, ਅਸੀਂ ਇਸ ਕਰਕੇ ਇਹ ਬਿਲਕੁਲ ਨਹੀਂ ਕਹਿ ਸਕਦੇ। ਅਸੀਂ ਨਹੀਂ ਇਹ ਕਹਿ ਸਕਦੇ ਕਿ ਬੱਚਾ 3 ਸਾਲ ਦਾ ਆਵੇ ਕਿ ਅਸੀਂ ਕਹਿ ਦਈਏ ਵੀ ਸਕੂਲ ਦੇ ਵਿੱਚੋਂ ਬਾਹਰ ਲੈ ਕੇ ਜਾਓ। ਕਰਨ ਲਈ ਤਿਆਰ ਹੋ। ਅਸੀਂ ਐਕਸਟਰਾ ਵਰਕ ਕੀਤਾ। 2 ਸਾਲ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ, 2 ਸਾਲ ਹੋ ਗਏ ਪ੍ਰਾਇਮਰੀ ਸਕੂਲਾਂ ਦੀਆਂ ਗੇਮਸ ਨਹੀਂ ਹੋਈਆਂ ਸਟੇਟ ਦੀਆਂ, ਇਸ ਵਾਰੀ ਹੋਣ ਲੱਗੀਆਂ, ਕੋਈ ਫੰਡ ਨਹੀਂ ਜਾਰੀ ਹੋਇਆ। ਟੀਚਰਾਂ ਨੇ ਸਾਡੇ ਕੋਲ ਉਹ ਲੋਕ ਪ੍ਰਾਇਮਰੀ ਦੇ ਬੱਚਿਆਂ ਬਾਰੇ ਗੱਲ ਕਰੋ ਕਿ ਤੁਸੀਂ ਐਕਸਟਰਾ ਬੋਝ ਆਪਣੇ ਸਿਰ ਤੇ ਲਿਆ। ਤੁਸੀਂ ਸਮਾਜ ਦੇ ਇੰਨਾ ਅੱਛਾ ਅੰਗ ਹੋ ਕਿ ਤੁਸੀਂ ਕਿਹਾ ਅਸੀਂ ਇਹ ਬੋਝ ਲੈ ਲਵਾਂਗੇ, ਸਾਡੇ ਕੋਲ ਬੱਚਿਆਂ ਨੂੰ ਭੇਜ ਦਿਓ, ਗੁਰਦੁਆਰਾ ਤੋਂ ਅਨਾਉਂਸਮੈਂਟਾਂ ਕਰਾਓ, ਹੋਰ ਬੱਚੇ ਭੇਜੋ। ਅਸੀਂ ਇਸ ਕਰਕੇ ਲਿਆ ਹੈ, ਪਰ ਨਾਲ ਅਸੀਂ ਇਹ ਲਿਆ ਹੈ ਕਿ ਆਂਗਨਵਾੜੀ ਜਿਹੜੇ ਵਰਕਰਸ ਹੈਗੇ ਆ, ਹੈਲਪਰਸ ਹੈਗੇ ਆ, ਪ੍ਰੀ ਪ੍ਰਾਇਮਰੀ ਦੇ ਨਾਂ ਦੇ ਉੱਤੇ ਉਹਨਾਂ ਦੇ ਰੁਜ਼ਗਾਰ ਦੇ ਉੱਤੇ ਕੋਈ ਲੱਤ ਨਹੀਂ ਵੱਜਣੀ ਚਾਹੀਦੀ। ਉਹਨਾਂ ਦਾ ਰੁਜ਼ਗਾਰ ਹੈ ਜਿਹੜਾ ਬਰਕਰਾਰ ਰਹਿਣਾ ਚਾਹੀਦਾ। ਕਾਸਟ ਆਫ ਆਂਗਨਵਾੜੀ ਵਰਕਰਸ, ਇਹ ਤੁਸੀਂ ਕਹਿ ਰਹੇ ਹੋ, ਇਹ ਮੈਂ ਮੰਨਦਾ। ਮੈਂ ਤੁਹਾਡੇ ਕੋਲ ਦੁਬਾਰਾ ਆਵਾਂਗਾ। ਪਰ ਡਾਕਟਰ ਗਰਗ, ਕੀ ਤੁਹਾਨੂੰ ਜਾਪਦਾ ਨਹੀਂ ਪੰਜਾਬ ਵਿੱਚ ਜਗ੍ਹਾ ਜਗ੍ਹਾ ਦੇ ਉੱਤੇ ਇਹ ਬੜੇ ਧੰਨਵਾਦੀ ਸਮਾਰੋਹ ਹੋਣੇ ਚਾਹੀਦੇ ਨੇ ਕਿ ਟੀਚਰ ਜਿਹੜੇ ਨੇ ਉਹ ਆਪਣੇ ਉੱਤੇ ਬਿਨਾਂ ਐਕਸਟਰਾ ਤਨਖਾਹ ਤੋਂ ਇੱਕ ਵੀ ਬੋਨਸ ਹੋਰ ਮੰਗੇ ਬਿਨਾਂ ਲੱਖਾਂ ਬੱਚਿਆਂ ਦਾ ਭਾਰ ਆਪਣੇ ਸਿਰ ਤੇ ਲੈ ਰਹੇ ਨੇ ਤੇ ਸਮਾਜ ਦਾ ਇੰਨਾ ਸਾਰਥਕ ਅੰਗ ਬਣ ਰਹੇ ਨੇ। ਔਰ ਦੇयर इज सम अदर रियलिटी। ਮੈਂ ਹੋਰ ਪਾਸੋਂ ਗੱਲ ਕਰਾਂਗਾ ਥੋੜੀ ਜੀ। ਇੱਕ ਸਵਾਲ ਤਾਂ ਇਹ ਕਿ ਕਹਿਣਾ ਨੌਕਰੀ ਆਂਗਨਵਾੜੀ ਨੂੰ 5600 ਰੁਪਏ ਆਨਰੇਰੀ ਉਹ ਵੀ ਹੁਣ ਮਿਲਣ ਲੱਗਿਆ। ਸੋ ਇਹ ਨੌਕਰੀ ਹੈਲਪਰ ਨੂੰ 2800 ਮਿਲਦਾ ਹੈ। ਪੈਨਸ਼ਨ ਉਹ ਕਹਿੰਦੇ ਅਸੀਂ 2000 ਕਰ ਦਾਂਗੇ। ਜੇ ਪੈਨਸ਼ਨ ਤੁਸੀਂ ਵੇਲੇ ਉਹਨਾਂ ਚੋਂ ਕਾਫੀ ਸਾਰੇ ਹੈਂਡੀਕੈਪ ਨੇ, ਕਾਫੀ ਵਿਡੋਜ਼ ਨੇ, ਤੁਸੀਂ ਜੇ ਪੈਨਸ਼ਨ ਇੰਨੀ ਦੇਣ ਨੂੰ ਤਿਆਰ ਹੋ ਤੇ ਇਹ ਤਾਂ ਇਹ ਕੋਈ ਜੌਬ ਨਹੀਂ ਹੈ।
ਆਂਗਨਵਾੜੀ ਦਾ ਇਹ ਕਹਿਣਾ ਕਿ ਉਹਨੂੰ ਨੌਕਰੀ ਮਿਲਦੀ ਹੈ, ਇੱਕ ਪਾਸੇ 70,000 ਵਾਲਾ ਟੀਚਰ, ਇੱਕ ਪਾਸੇ 5500 ਵਾਲੀ ਆਂਗਨਵਾੜੀ, 2800 ਵਾਲੀ, ਉੱਥੇ ਪੀਐਨ ਵੀ ਜਿਹੜਾ ਲੱਗਿਆ ਉਹਦੀ ਤਨਖਾਹ ਵੀ 30,000। ਲੋਕਾਂ ਨੂੰ ਦੱਸਣੀ ਚਾਹੀਦੀ ਕਿ 1975 ਤੋਂ ਲੈ ਕੇ ਇਹ ਆਂਗਨਵਾੜੀ ਦੂਜੇ ਪਾਸੇ ਜਾ ਰਿਹਾ। ਮੈਂ 275 ਮਤਲਬ ਮਰਾਰਜੀ ਦੇਸਾਈ ਦੇ ਸਮੇਂ ਤੋਂ ਲੈ ਕੇ ਵਿਚਾਰਾ ਰੁਕਿਆ ਸੀ ਮਾਮਲਾ ਥੋੜਾ ਜਿਹਾ, ਪਰ ਦੁਬਾਰਾ ਸਟਾਰਟ ਕਰ। ਦੂਜਾ ਜਿਹੜਾ ਇਹ ਕਿਹਾ ਜਾ ਰਿਹਾ ਵੀ ਹੁਣ ਮਾਡਰਨ ਐਜੂਕੇਸ਼ਨ ਆ ਗਈ ਜੀ, ਫਲਾਣਾ ਆ ਗਿਆ। ਪੰਜਾਬ ਦੇ ਵਿੱਚ 0 ਤੋਂ 6 ਸਾਲ ਦੇ ਬੱਚੇ 30,76,219 ਨੇ। ਪੰਜਾਬ ਦਾ ਬਰਥ ਰੇਟ ਐਵਰੇਜ 16 ਹੈ ਜੀ ਪਿਛਲੇ ਸਾਲਾਂ 'ਚ, ਤੇ ਇਸ ਨੂੰ ਕੈਲਕੂਲੇਟ ਕਰਕੇ 3 ਤੋਂ 6 ਸਾਲ ਦੇ 14 ਲੱਖ ਬੱਚੇ ਬਣਦੇ ਨੇ। ਠੀਕ, ਉਹਨਾਂ 14 ਲੱਖ ਚੋਂ 26,656 ਆਂਗਨਵਾੜੀਆਂ ਦੇ ਵਿੱਚ 3.25 ਲੱਖ ਬੱਚਾ ਹੈ। 5 ਤੋਂ 6 ਲੱਖ ਬੱਚਾ ਪ੍ਰਾਈਵੇਟ ਸਕੂਲਾਂ 'ਚ ਹੈ, ਨਰਸਰੀ, KG, ਜੇ ਉਹ ਸਾਰਾ ਕੁਝ ਰਲਾ ਕੇ। ਬਾਕੀ ਜਿਹੜਾ 5.5 ਲੱਖ ਬੱਚਾ, 5 ਲੱਖ, ਉਹ ਕਿੱਥੇ? ਉਹਦੀ ਕੋਈ ਚਿੰਤਾ ਨਹੀਂ ਕਿਸੇ ਨੂੰ। ਕਿਉਂਕਿ ਆਂਗਨਵਾੜੀ ਜੋ ਬੱਚਾ ਬੈਠਾ ਹੈ ਉਹਨੂੰ ਲੈ ਆਓ ਤੁਸੀਂ। ਜਿਹੜੇ ਬਾਕੀ ਬੱਚੇ ਨੇ ਜਿਨ੍ਹਾਂ ਨੂੰ ਕੋਈ ਵੀ ਕੇਟਰ ਨਹੀਂ ਕਰ ਰਿਹਾ, ਜਾਂ ਆਂਗਨਵਾੜੀਆਂ ਹੋਰ ਖੋਲ ਦੋ 20-25,000 ਤਾਂ ਕਿ ਉਹ ਘਰ ਦੇ ਨੇੜੇ ਹੋਵੇ। ਹਾਊ ਮੈਨੀ ਆਂਗਨਵਾੜੀ ਡੂ ਵੀ ਹੈਵ नो 25,000 ਤੋਂ ਜ਼ਿਆਦਾ ਹੀ ਨੇ, 26,800 ਦੇ 26,800 ਤੇ ਜੇ ਅਸੀਂ 20,000 ਹੋਰ ਆਂਗਨਵਾੜੀਆਂ ਖੋਲੀ ਜਾਂ ਤਾਂ ਕੇਟਰ ਹੋਣਗੇ ਜੀ। ਤੇ ਜੇ ਸਕੂਲਾਂ 'ਚ ਉਹਨਾਂ ਨੂੰ ਲਾਇਓ, ਉਹਨਾਂ ਤੇ ਨਹੀਂ, ਕਿਉਂਕਿ ਉਹਨਾਂ ਤੇ ਕਨਸੈਂਟਰੇਟ ਕਰਨਾ ਔਖਾ ਹੈ। ਦੂਜਾ ਪਾਰਟ ਹੈ ਐਜੂਕੇਸ਼ਨ ਦੇ ਵਿੱਚ ਸਿੱਖਿਆ ਦਾ, ਜਿਹੜਾ ਤੁਸੀਂ ਕਹਿੰਦੇ ਹੋ ਵੀ ਜੇ 2011 ਤੱਕ ਤਕਰੀਬਨ 10 ਤੱਕ 16 ਲੱਖ ਬੱਚਾ ਰਿਹਾ ਹੈ, ਤੇ ਹੁਣ ਉਹ 9,56,316 ਰਹੇ, 9.5 ਲੱਖ ਰਹਿ ਗਿਆ। ਠੀਕ ਹੈ, ਇਹ ਕੰਮ ਕੀ ਹੋ ਰਿਹਾ ਹੈ? 1500 ਸਕੂਲ ਸੀ ਜਿਹੜੇ 20 ਤੋਂ ਘੱਟ ਬੱਚੇ ਨੇ। ਅਸੀਂ ਬਹੁਤ ਜ਼ਿੰਮੇਵਾਰ ਆ, ਜਿੱਥੇ ਕੋਈ ਬੱਚਾ ਨਹੀਂ ਉੱਥੇ ਟੀਚਰ ਲੱਗਿਆ, ਉਹਦੀ ਕੋਈ ਜ਼ਿੰਮੇਵਾਰੀ ਨਹੀਂ। ਲਿਖ ਕੇ ਭੇਜੇ ਕਿ ਮਹਾਰਾਜ ਮੈਂ ਤਾਂ ਵਿਹਲਾ ਬੈਠਾ, ਇੱਥੇ ਤਾਂ ਕੋਈ ਕੰਮ ਹੀ ਨਹੀਂ ਹੈ, ਇੰਨਾ ਤਾਂ ਲਿਖਣਾ ਬੰਦਾ ਹੀ ਹੈ। ਚਹਿਲ ਸਾਹਿਬ ਨੇ ਬਾਅਦ ਵਿੱਚ ਐਜੀਟੇਸ਼ਨ ਸ਼ੁਰੂ ਕਰ ਲਈ ਹੈ। ਮੇਰੀ ਬੇਨਤੀ ਹੈ, ਜਿੱਥੇ ਇੱਕ ਬੱਚਾ 2 ਟੀਚਰ ਨੇ ਉੱਥੇ ਵੀ ਨਹੀਂ ਲਿਖਿਆ, ਜਿੱਥੇ 2 ਟੀਚਰ ਨੇ 3 ਬੱਚੇ ਨੇ ਉੱਥੇ ਵੀ ਨਹੀਂ ਲਿਖਿਆ। 87 ਸਕੂਲਾਂ ਦੀ, ਮੈਂ ਰਾਤੀ ਕਿਉਂਕਿ ਇੱਥੇ ਆਉਣ ਤੋਂ ਪਹਿਲਾਂ ਸਾਰੀ 87 ਸਕੂਲ ਉਹ ਨੇ ਪੰਜਾਬ ਦੇ ਵਿੱਚ ਜਿਨ੍ਹਾਂ 'ਚ ਟੋਟਲ 405 ਬੱਚੇ ਨੇ, 200 ਟੀਚਰ ਲੱਗਿਆ ਹੋਇਆ। ਉਹ 200 ਟੀਚਰ ਦਾ ਜੇ ਮੈਂ ਕੱਲੀ ਟੀਚਰ ਦੀ ਤਨਖਾਹ ਦਾ, 1 ਮਿੰਟ ਜੀ ਮੈਨੂੰ ਲੈਟ ਮੀ ਕੰਪਲੀਟ, ਸ਼ੋਰ, ਟੀਚਰ ਦੀ ਤਨਖਾਹ ਦਾ ਕੈਲਕੂਲੇਟ ਕਰਾਂ, ਕੱਲੀ ਤਨਖਾਹ ਦਾ 3 ਲੱਖ ਰੁਪਇਆ ਪਰ ਬੱਚਾ ਖਰਚ ਪੈ ਰਿਹਾ। ਲੋਕਾਂ ਨੂੰ ਪੁੱਛੋ ਵੀ ਤੁਹਾਡੇ ਬੱਚੇ ਦੀ ਸਰਕਾਰ 3 ਲੱਖ ਖਰਚ ਕਰ ਰਹੀ ਹੈ। ਹੁਣ ਜਿਹੜੀ ਗੱਲ ਇਹ ਹੈ, ਇਹਦੇ ਵਿੱਚ ਮਿਡ ਡੇ ਮੀਲ ਨਹੀਂ ਹੈ, ਇਹਦੇ ਵਿੱਚ ਹੋਰ ਬੋਨਸਿਸ ਹੋਰ, ਹਾਂ ਉਹਦੇ 'ਚ ਨਾ ਮਿਡ ਡੇ ਮੀਲ ਕੁੱਕਦੀ ਹੈ, ਨਾ ਮਿਡ ਡੇ ਮੀਲ ਹੈ। ਅਗਲੀ ਗੱਲ ਇਹ ਜਿਹੜੇ ਤੁਸੀਂ ਕਿਹਾ ਸਵਾਲ, ਉਹਦਾ ਜਵਾਬ ਦਿੰਨਾ। 3 ਤੋਂ 6 ਸਾਲ ਦੇ ਬੱਚੇ ਨੂੰ ਜਿਹੜਾ ਖੁਰਾਕ ਜ਼ਿਆਦਾ ਜ਼ਰੂਰੀ ਹੈ, ਪੜ੍ਹਾਈ ਉਦੋਂ ਅਗਲਾ ਸਵਾਲ ਹੈ। ਇਹ ਖੁਰਾਕ ਦੇਣ ਦੀ ਬਜਾਏ ਕਿ ਇਹਦੇ ਘਰੇ ਪਾਣੀ ਦੀ ਟੈਂਕੀ ਬਣਦੀ ਹੋਵੇ, ਉਹਨੂੰ ਕਹੋ ਤੂੰ ਪਾਣੀ ਸਾਫ਼ ਕਰਨ ਦੇ ਉੱਤੇ ਪੈਸਾ ਲਾ ਤੇ ਟੈਂਕੀ ਭਾਵੇਂ ਤੇਰੀ ਨਾ ਬਣੇ। ਜਦ ਤੱਕ ਬੱਚੇ ਦਾ ਵਿਕਾਸ ਨਹੀਂ ਹੋਏਗਾ, ਮੈਂ ਇਹਦੇ ਪੀਡੀਆਟ੍ਰਿਕ ਸਰਜਨ ਕਹਿਣ ਨੂੰ ਚਾਹ ਰਿਹਾ, ਅਸੀਂ ਰੋਜ਼ ਪੜ੍ਹਾਉਂਦੇ ਹਾਂ ਵੀ 5 ਸਾਲ ਤੱਕ ਦੇ ਬੱਚੇ ਦਾ ਮਾਨਸਿਕ ਵਿਕਾਸ ਹੁੰਦਾ ਹੈ, ਉਹਦਾ ਦਿਮਾਗ ਵੀ ਵੱਧਦਾ ਹੈ, ਵੱਡਾ ਹੁੰਦਾ ਹੈ। ਉਹਦੇ 'ਚ ਮਾਲ ਨਿਊਟ੍ਰੀਸ਼ਨ ਸਭ ਤੋਂ ਵੱਡੀ ਗੱਲ ਹੈ, ਕੁਪੋਸ਼ਣ। ਤੇ ਕੁਪੋਸ਼ਣ ਨੂੰ ਅਸੀਂ ਦੂਰ ਨਹੀਂ ਕਰ ਸਕਦੇ, ਕਿਉਂਕਿ ਮਿਡ ਡੇ ਮੀਲ ਦੇ ਵਿੱਚ ਨਾ ਤਾਂ ਸੈਂਟਰ ਦੀ ਸਕੀਮ ਹੈ ਕਿ 3 ਤੋਂ 6 ਨੂੰ ਭੋਜਨ ਦੇਣਗੇ, ਨਾ ਪੰਜਾਬ ਸਰਕਾਰ ਦੀ ਕੋਈ ਸਕੀਮ ਹੈ, ਤੇ ਨਾ ਉਹ ਜਿਹੜਾ JVT ਟੀਚਰ ਹੈ ਉਸ ਨੂੰ ਪੜ੍ਹਾਉਣ ਦਾ ਉਹ ਤਰੀਕਾ ਸਿਖਾਇਆ ਗਿਆ, ਟ੍ਰੇਨਿੰਗ ਨਹੀਂ ਹੈ। ਉਹ ਜਿਹੜਾ ਤਰੀਕਾ ਉੱਥੇ ਖੇਡਣਾ ਹੈ ਬੱਚੇ ਨੇ। ਸੋ ਖੇਡ 'ਚ ਅਸੀਂ ਕਈ ਵਾਰ ਅਸੀਂ ਇੱਕ ਟ੍ਰੇਨਿੰਗ ਦਿੱਤੀ ਸੀ, ਉਹਦੇ 'ਚ ਅਸੀਂ ਲਿਖਿਆ ਸੀ ਇੱਕ ਗੀਤ, ਖੇਡ ਵਿੱਚ ਇੱਥੇ ਸਾਰੇ ਸਿੱਖਾਂ ਅਤੇ ਸਿਖਾਵਾਂਗੇ, ਅਸੀਂ ਤੇ ਦੁਨੀਆ ਬਣੇ ਹਾਂ ਕਿੱਦਾਂ, ਸਮਝਾਂਗੇ ਤੇ ਸਮਝਾਵਾਂਗੇ। ਸੋ ਬੱਚੇ ਦਾ ਮਾਨਸਿਕ ਵਿਕਾਸ ਜ਼ਿਆਦਾ ਜ਼ਰੂਰੀ ਹੈ। ਆਈ ਨੀਡ ਟੂ ਕਮ ਬੈਕ ਟੂ ਦਿਸ, ਪਰ ਦੇਖੋ ਦੋ ਚੀਜ਼ਾਂ ਨੇ। ਇੱਕ ਤਾਂ ਇਹ ਹੈ ਕਿ ਜੇ ਇਹ ਮੰਨ ਵੀ ਲਿਆ ਮੈਂ ਕ੍ਰਿਟਿਕਸ ਦੀ ਗੱਲ ਕਿ ਜੀ ਟੀਚਰਾਂ ਨੂੰ ਆਪਣੀ ਨੌਕਰੀ ਦੇ ਉੱਤੇ ਖਤਰਾ ਦਿਖਾਈ ਦੇ ਰਿਹਾ ਹੈ, ਇਸ ਕਰਕੇ ਉਹ ਚਾਹੁੰਦੇ ਨੇ ਕਿ ਜਿਵੇਂ ਕਿਵੇਂ ਵੀ ਸਕੂਲਾਂ ਦੇ ਵਿੱਚ ਬੱਚਿਆਂ ਦਾ ਨੰਬਰ ਵਧੇ, ਤੇ ਉਹ ਪ੍ਰੀ ਪ੍ਰਾਇਮਰੀ ਕਲਾਸਿਸ ਦੇ ਵਿੱਚ ਉਹਨਾਂ ਨੇ ਹਾਂ ਕਰ ਦਿੱਤੀ ਹੈ। ਸਮੇਂ ਦੀ ਇਹ ਹਾਲਾਤ ਇਹ ਕਹਿ ਰਹੇ ਸੀ। ਦੇਰ ਇਜ਼ ਅਨਦਰ ਥਿੰਗ ਕਿ ਇਹ ਸੱਚ ਵੀ ਤਾਂ ਹੈ ਕਿ ਲੋਕ ਆਪਣੇ ਬੱਚਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਰਸਰੀ, LKG, UKG ਘਰ ਦੇ ਨੇੜੇ ਦੇ ਸਕੂਲ 'ਚ ਭੇਜ ਦਿੰਦੇ ਨੇ, ਤੇ ਉਹ ਬੱਚਾ ਉੱਥੇ ਹੀ ਉਸੇ ਟੁੱਟੇ ਫੁੱਟੇ ਪ੍ਰਾਈਵੇਟ ਸਕੂਲ ਦੇ ਵਿੱਚ ਹੀ ਕੰਟੀਨਿਊ ਕਰਨ ਲੱਗਦਾ ਹੈ। ਤੇ ਸਰਕਾਰੀ ਸਕੂਲ ਵਿੱਚ ਜਿੱਥੇ 70,000 ਰੁਪਏ 60,000 ਰੁਪਏ ਤਨਖਾਹ ਲੈਣ ਵਾਲਾ ਟੀਚਰ ਬੈਠਾ ਹੈ, ਉੱਥੇ ਉਹ ਬੱਚਾ ਨਹੀਂ ਪੜ੍ਹ ਰਿਹਾ, ਤੇ ਜਿੱਥੇ ਉਹ ਐਕਸਪਲੋਇਟਡ ਟੀਚਰ ਪੜ੍ਹਾ ਰਿਹਾ ਹੁੰਦਾ ਪ੍ਰਾਈਵੇਟ ਸਕੂਲ ਦੇ ਵਿੱਚ, ਉੱਥੇ ਉਹ ਬੱਚਾ ਪੜ੍ਹਨ ਲੱਗ ਜਾਂਦਾ ਹੈ। ਸੋ ਇਹ ਇੱਕ ਸਮੇਂ ਦੀ ਨੀਡ ਤਾਂ ਸੀ ਕਿ ਪ੍ਰੀ ਪ੍ਰਾਇਮਰੀ ਸਕੂਲਾਂ ਨੂੰ ਕਿਸੇ ਤਰੀਕੇ ਨਾਲ ਪ੍ਰੀ ਪ੍ਰਾਇਮਰੀ ਸੈਕਸ਼ਨ ਐਡ ਕਰਨਾ। ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ, ਪਰ ਮੈਂ ਇਹਦੇ ਤੇ ਵੀ ਆਣਾ, ਔਰ ਇਹਦੇ ਤੇ ਵੀ ਕਿ ਜਿਸ ਵੇਲੇ ਇਹ ਪ੍ਰੀ ਪ੍ਰਾਇਮਰੀ ਬੱਚੇ ਸਕੂਲ ਵਿੱਚ ਜਾਣਗੇ ਤੇ ਉਹ ਫਿਰ ਟੀਚਰ ਨਾਲ ਕਿਵੇਂ ਗੱਲ ਕਰਨਗੇ, ਤੇ ਟੀਚਰ ਉਹਨਾਂ ਦੇ ਕੰਸਰਨਸ ਨੂੰ ਕਿਵੇਂ ਸਮਝੇਗਾ, ਸਕੂਲ ਦਾ ਆਰਕੀਟੈਕਚਰ, ਸਕੂਲ ਦੀਆਂ ਫੈਸਿਲਿਟੀਜ਼ ਦੇ ਨਾਲ ਕਿਵੇਂ ਕੋਪ ਕਰਨਗੀਆਂ, ਇਸ ਸਭ ਤੇ ਚਰਚਾ ਇਸ ਬ੍ਰੇਕ ਤੋਂ ਬਾਅਦ। ਹਮੀਰ ਸਿੰਘ ਜੀ, ਸਹੀ ਦੱਸੋ ਕਿ ਲੜਾਈ ਆਪਣੀਆਂ ਨੌਕਰੀਆਂ ਦੀ ਹੋ ਰਹੀ ਹੈ, ਲੜਾਈ ਬੱਚਿਆਂ ਲਈ ਹੋ ਰਹੀ ਹੈ, ਤੇ ਜੇ ਨੌਕਰੀਆਂ ਲਈ ਵੀ ਲੜਾਈ ਲੜੀ ਜਾ ਰਹੀ ਹੈ ਤੇ ਉਹਦੇ ਵਿੱਚ ਬੱਚਿਆਂ ਲਈ ਵੀ ਲੜਾਈ ਸ਼ਾਮਲ ਹੈ, ਤੇ ਫਿਰ ਨੌਕਰੀਆਂ ਲਈ, ਹੱਕੀ ਨੌਕਰੀਆਂ ਲਈ ਇਹ ਲੜਾਈ ਕਿਉਂ ਨਹੀਂ ਲੜਨੀ ਚਾਹੀਦੀ? ਸਰਕਾਰੀ ਸਕੂਲ ਦਾ ਟੀਚਰ ਹੋਰ ਕਿਹੜਾ ਰਸਤਾ ਅਪਣਾਵੇ ਕਿ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਨਾ ਘਟੇ?
ਮੈਨੂੰ ਇਹ ਲੱਗਦਾ ਕਿ ਡਿਬੇਟ ਬਹੁਤ ਸੀਮਿਤ ਹੋ ਗਈ ਹੈ, ਬਹੁਤ ਲਿਮਟਿਡ ਤੇ ਸਾਰਾ ਪੰਜਾਬ ਡਿਬੇਟ ਕਰ ਰਿਹਾ ਹੈ ਇਸ ਇਸ਼ੂ ਤੇ, ਜਿਹੜਾ ਬਹੁਤ ਇੱਕ ਐਸਪੈਕਟ ਹੈ ਪਰ ਛੋਟਾ ਐਸਪੈਕਟ ਹੈ ਔਨ ਦੀ ਹੋਲ ਵਿਦਿਆ ਦਾ ਇਸ਼ੂ। ਓਪਨ ਇਟ ਅਪ ਫॉर ਅਸ ਜੀ। ਔਰ ਵਿਦਿਆ ਦਾ ਜਿਹੜਾ ਓਵਰਆਲ ਮਾਮਲਾ, ਇੱਕ ਤਾਂ ਸਰਕਾਰਾਂ ਨੇ ਹੈਲਥ ਤੇ ਸਿੱਖਿਆ ਦੇ ਵਿੱਚੋਂ ਆਪਣੇ ਆਪ ਨੂੰ ਵਾਪਸ ਖਿੱਚ ਰਹੀਆਂ ਨੇ ਬੜੀ ਬੁਰੀ ਤਰ੍ਹਾਂ ਕਿ ਤੁਸੀਂ ਜਿਵੇਂ ਮਰਜ਼ੀ ਚੱਲੋ, ਅਸੀਂ ਨਹੀਂ। ਉਹਦਾ ਨਤੀਜਾ ਕੀ ਹੋ ਰਿਹਾ? ਉਹਦਾ ਨਤੀਜਾ ਇੱਕ ਇਹ ਵੀ ਹੋ ਰਿਹਾ ਹੈ ਕਿ ਜਿਹਦੀ ਜੇਬ 'ਚ ਪੈਸਾ ਹੈ ਫਿਰ ਉਹ ਉਹੀ ਜੀ ਵਿਦਿਆ ਲੈ ਲਓ, ਉਹੀ ਜੀ ਸਿਹਤ ਲੈ ਲਓ, ਉਹ ਜਾਂ ਜੋ ਵੀ ਮਰਜ਼ੀ ਕਰੋ, ਮਤਲਬ ਮਾਰਕੀਟ ਦੇ ਹਵਾਲੇ ਜਿਹੜਾ ਇੱਕ ਕਰਨ ਦਾ ਤੌਰ ਤਰੀਕਾ ਹੈ। ਔਰ ਜਦ ਕਿ ਇੱਕ ਵੱਡਾ ਇਸ਼ੂ ਇਹ ਹੈ, ਕੋਠਾਰੀ ਕਮਿਸ਼ਨ ਹੋਵੇ ਚਾਹੇ 1960 ਚ ਜਦੋਂ ਬਣਿਆ ਦੇਸ਼ ਅਜੇ ਚੱਲ ਰਿਹਾ ਸੀ, ਸਟਾਰਟਿੰਗ ਚ ਫਲੋਰਿਸ਼ ਹੋਣਾ ਸੀ, ਚਾਹੇ ਉਹ ਇਲਾਹਾਬਾਦ ਹਾਈ ਕੋਰਟ ਦੀ 18 ਅਗਸਤ 2015 ਦੀ ਜੱਜਮੈਂਟ, ਉਹ ਇਹ ਕਹਿੰਦੇ ਨੇ ਕਿ ਜੇ ਤੁਸੀਂ ਇਕੁਐਲਿਟੀ ਬਿਫੋਰ ਕਨਸਟੀਟਿਊਸ਼ਨ, ਇਕੁਐਲਿਟੀ ਬਿਫੋਰ ਲਾ, ਸੰਵਿਧਾਨ ਜਾਂ ਕਾਨੂੰਨ ਦੇ ਸਾਹਮਣੇ ਨਾਗਰਿਕਾਂ ਨੂੰ ਬਰਾਬਰ ਦਾ ਦਰਜਾ ਦਿੰਦਾ ਤਾਂ ਬਰਾਬਰੀ ਵਿਦਿਆ ਤੋਂ ਸਟਾਰਟ ਹੋਣੀ ਹੈ। ਤੇ ਵਿਦਿਆ ਦੀ ਬਰਾਬਰੀ ਇੱਕੋ ਜਿਹੇ ਸਕੂਲਾਂ ਤੋਂ ਬਿਨਾ ਸੰਭਵ ਨਹੀਂ ਹੈ। ਵੀਰ ਜੀ ਇਹਨੇ ਲਾਰਜਰ ਆਈਡੀਅਲ ਵੱਲ ਹੀ ਇੱਕ ਰਸਤਾ ਕਿਉਂ ਨਾ ਮੰਨਿਆ ਜਾਵੇ? ਇਹ ਆਈਡੀਅਲ ਦਾ ਕੁਐਸਚਨ, ਸਰਕਾਰੀ ਇਹ ਆਈਡੀਅਲ ਦਾ ਨਹੀਂ, ਇਹ ਸੋ ਕਾਲਡ ਜਿਹੜੇ ਬਾਕੀ ਦੇ ਲੋਕ ਨੇ, ਕੱਲਾ ਟੀਚਰ ਨਹੀਂ, ਜਿਹੜੇ ਵੀ ਕਿਸੇ ਨਾ ਕਿਸੇ ਪਾਵਰ ਚ ਆ ਗਏ, ਚਾਹੇ ਪੈਸੇ ਦੇ ਰੂਪ ਦੇ ਵਿੱਚ ਆ ਗਏ, ਚਾਹੇ ਉਹ ਪੋਲੀਟੀਕਲ ਪਾਵਰ ਦੇ ਵਿੱਚ ਆ ਗਏ, ਉਹਨਾਂ ਨੇ ਐਸਕੇਪਿਸਟ ਰੂਟ ਲੈ ਲਿਆ ਵੀ ਜਿਹੜਾ ਪਿੱਛੇ ਰਹਿੰਦਾ ਛੱਡ ਦੋ, ਆਪਾਂ ਦੌੜ ਚ ਅੱਗੇ ਵਧੋ ਤੇ ਆਪਾਂ ਉਸ ਤਰੀਕੇ ਦਾ ਕੰਮ ਕਰੋ। ਬਲੇਮ ਦਾ ਮੌਲ ਯੂ ਵਾਂਟ, ਮੈਨੂੰ ਇਹ ਦੱਸੋ ਕਿ ਜਿਹੜਾ ਨਹੀਂ ਬਲੇਮ ਦੀ ਨਹੀਂ, ਜਦੋਂ ਗੱਲ ਕਰਦੇ ਆ ਇੱਕ ਬਾਈਨਰੀ ਬਣਾਈ ਜਾ ਰਹੀ ਹੈ, ਈਵਨ ਬੁੱਧੀਜੀਵੀ ਤੇ ਇੰਟੈਲੈਕਚੁਅਲ ਦੇ ਵਿੱਚ ਵੀ ਉਹ ਕਹਿੰਦੇ ਨੇ ਪ੍ਰੈਗਮੈਟ੍ਰਿਕ ਨਹੀਂ ਹੈ ਆਈਡੀਆ, ਇਹ ਆਈਡੀਅਲਿਸਟਿਕ ਹੈ ਜੀ। ਇਹਦਾ ਮਤਲਬ ਪ੍ਰੈਗਮੈਟਿਕ ਇਹੀ ਹੈ, ਅਮਲੀ ਉਹੀ ਹੁੰਦਾ ਕਿ ਜਿਹਨੂੰ ਮਰਜ਼ੀ ਮਰਨ ਲਈ ਛੱਡ ਦਿਓ, ਜਿਹਨੂੰ ਮਰਜ਼ੀ ਅਨਪੜ੍ਹ ਛੱਡ ਦਿਓ, ਜਿਹਨੂੰ ਮਰਜ਼ੀ ਭੁੱਖਾ ਛੱਡ ਦਿਓ, ਇਹ ਪ੍ਰੈਗਮੈਟਿਕ ਆਈਡੀਆ ਹੁੰਦਾ ਤੇ ਬਾਕੀ ਦਾ ਪ੍ਰੈਗਮੈਟਿਕ ਆਈਡੀਆ ਨਹੀਂ ਹੈ। ਬਟ ਆਈ ਐਮ ਸੇਇੰਗ ਇਟਸ ਕ੍ਰਾਈਸਿਸ ਐਟ ਹੈਂਡ ਨਹੀਂ, ਇਸ ਵੇਲੇ ਜੋ ਚੀਜ਼ ਹੈ ਇਹ ਜਾਣਬੁੱਝ ਕੇ ਉਹ ਵੱਡੇ ਦਾਇਰੇ ਤੋਂ ਡਿਬੇਟ ਸੀਮਤ ਹੱਦ ਤੱਕ ਕੀਤੀ ਜਾ ਰਹੀ ਹੈ ਤਾਂ ਕਿ ਇੱਕ ਵੱਡਾ ਇਸ਼ੂ ਨਾ ਆਏ। ਔਰ ਮੈਨੂੰ ਲੱਗਦਾ ਟੀਚਰ ਯੂਨੀਅਨਾਂ ਦੀ ਡਿਮਾਂਡ ਵੀ ਇਹ ਬਣਦੀ ਸੀ। ਇਹ ਇੱਕ ਓਵਰਆਲ ਇੱਕ ਮੇਰੇ ਖਿਆਲ ਹੈ ਜਿਹੜੀ ਬੌਧਿਕ ਕਲਾਸ ਹੈ ਜਾਂ ਪੜ੍ਹੀ ਲਿਖੀ ਕਲਾਸ ਹੈ, ਜਦੋਂ ਉਹ ਇੱਕੋ ਜਿਹੇ ਪੜੋਸੀ ਸਕੂਲ ਦੀ ਗੱਲ ਨਹੀਂ ਕਰਦੀ, ਜਦੋਂ ਇਲਾਹਾਬਾਦ ਹਾਈ ਕੋਰਟ ਦੀ ਜੱਜਮੈਂਟ ਤੇ ਖਾਮੋਸ਼ ਹੈ, ਜਦੋਂ ਉਹ ਇੱਕੋ ਤੇ, ਇਹਦਾ ਮਤਲਬ ਇਹ ਹੈ ਇਹ ਉਸ ਕਲਾਸ ਦੀ ਪ੍ਰੋਬਲਮ ਹੈ। ਜਿਹੜਾ ਟੀਚਰ ਲੜ ਰਿਹਾ ਉਹ ਤਾਂ ਫਿਰ ਹੱਕੀ ਲੜਾਈ ਲੜ ਰਿਹਾ ਨਾ, ਸਰਕਾਰੀ ਸਕੂਲ ਨੂੰ ਜਿੰਦਾ ਰੱਖ ਰਿਹਾ। ਟੀਚਰ ਉਸ ਕਲਾਸ ਦਾ ਹਿੱਸਾ ਹੈ। ਜੇ ਟੀਚਰ ਯੂਨੀਅਨ ਇਹ ਡਿਮਾਂਡ ਨਹੀਂ ਕਰਦੀ ਕਿ ਇੱਕੋ ਜਿਹਾ ਸਕੂਲ ਖੋਲੋ, ਤੇ ਇਹਦਾ ਮਤਲਬ ਇਹ ਹੈ। ਔਰ ਦੂਜੀ ਗੱਲ ਇਹ ਹੈ ਕਿ ਜਿਹੜੀ ਗੱਲ ਇੱਥੋਂ ਆਉਂਦੀ ਹੈ ਇਸੇ ਇਸ਼ੂ ਤੇ ਜੀ ਕਿ ਟੀਚਰ ਆਪਣੀ ਰੁਜ਼ਗਾਰ ਦੀ ਲੜਾਈ ਲੜਦਾ ਹੈ ਜਾਂ ਆਂਗਣਵਾੜੀ ਰੁਜ਼ਗਾਰ ਲਈ ਲੜਨਾ ਕੋਈ ਮਾੜੀ ਗੱਲ ਨਹੀਂ, ਬਿਲਕੁਲ ਠੀਕ ਹੈ, ਪਰ ਸਵਾਲ ਇਹ ਹੁੰਦਾ ਕਿ ਜਿਹੜੀ ਕੱਲੇ ਰੁਜ਼ਗਾਰ ਲਈ ਲੜਨਾ ਤੇ ਆਪਣੇ ਇਕਨੋਮਿਕ ਹਿੱਤ ਲਈ ਲੜਨਾ, ਇਹ ਅੱਜ ਦੇ ਯੁੱਗ ਦੀ ਨਾ ਹਕੀਕਤ ਹੈ ਨਾ ਇਹ ਜਸਟਿਸ ਹੈ, ਪੂਰਾ ਇਨਸਾਫ ਪੂਰਾ ਇਨਸਾਫ ਇਹ ਹੈ। ਮੇਰਾ ਇਹ ਕਹਿਣਾ ਕਿ ਇੱਕ ਤਾਂ ਜੇ ਇੰਸਟੀਟਿਊਸ਼ਨ ਮਰ ਗਈ, ਜਿਵੇਂ ਪੰਜਾਬੀ ਚ ਇੱਕ ਮੁਹਾਵਰਾ ਹੈ, ਜਦੋਂ ਮੱਝ ਮਰਦੀ ਹੈ ਚਮਜੂ ਨਾਲ ਆਪੇ ਮਰ ਜਾਂਦੀ ਹੈ, ਜਦੋਂ ਸੰਸਥਾ ਮਰ ਜਾਊਗੀ, ਜਦੋਂ ਇੱਕ ਸਰਕਾਰੀ ਪੈਟਰਨ ਸਕੂਲਾਂ ਦਾ ਧੰਦਾ ਮਰ ਜਾਏਗਾ ਤਾਂ ਕੀ ਲੋੜ ਪੈਗੀ? ਬੱਚੇ ਨੇ 9,50,000 ਪ੍ਰਾਇਮਰੀ ਸਕੂਲਾਂ ਚ ਰਹੇ ਨੇ, ਜਿੰਨੇ ਟੀਚਰ ਨੇ ਤਾਂ ਉਸ ਪਾਸੇ ਜਾਣਗੇ। ਇੱਕ ਕਲਾਸ ਡਿਸਕਨੈਕਟ ਅੱਜ ਦਾ ਹੋਇਆ ਤੇ ਟੀਚਰਸ ਦਾ ਸਟੇਕ ਕਿਧਰੇ ਹੋਰ ਹੈ, ਜਿਹੜਾ ਇੱਥੋਂ ਵੀ ਐਕਸਪਲੇਨ ਹੁੰਦਾ। ਕਿੰਨੇ ਪਰਸੈਂਟ ਸਰਕਾਰੀ ਅਧਿਆਪਕਾਂ ਦੇ ਬੱਚੇ ਸਕੂਲਾਂ ਵਿੱਚ ਪੜ੍ਹਦੇ ਨੇ, ਸਰਕਾਰੀ ਸਕੂਲਾਂ ਵਿੱਚ? ਅਸੀਂ ਤਾਂ ਸਰ ਬਿਲਕੁਲ, ਮੈਂ ਪਹਿਲਾਂ ਹਮੀਰ ਸਿੰਘ ਮੈਨੂੰ 1 ਤੋਂ ਲੈ ਕੇ 100 ਤੱਕ ਕੋਈ ਗਿਣਤੀ ਦੱਸ ਦਿਓ, ਅੰਦਾਜ਼ਾ ਤੁਹਾਡੇ ਖਿਆਲ ਅਨੁਸਾਰ ਕਿੰਨੇ ਪਰਸੈਂਟ? ਇੱਕ ਸਕਿੰਡ ਸਰ, ਇਹ ਪਲੀਜ਼ ਮੈਨੂੰ ਫੈਸਲਾ ਹੋ ਜਾਣਾ। ਨਹੀਂ, ਇੱਕ ਸਕਿੰਡ ਚ ਮੈਂ ਮੇਰੇ ਕੋਲ ਬਾਕੀ ਵੀ ਲੋਕ ਬੈਠੇ ਜਿਨ੍ਹਾਂ ਨੂੰ ਜਵਾਬ ਪਤਾ ਹੈ। ਨਹੀਂ, ਕਾਫੀ ਲੋਕ ਪੜ੍ਹਦੇ ਆ, ਬਿਲਕੁਲ ਕਾਫੀ ਟੀਚਰਸ ਦੇ ਬੱਚੇ ਆ ਜਿਹੜੇ ਉਸ਼ਾ ਰਾਣੀ ਜੀ ਕਿੰਨੇ ਪਰਸੈਂਟ? ਨਹੀਂ ਸਰ, ਮੈਨੂੰ ਪਹਿਲਾਂ ਸਰ ਮੈਂ ਆ ਰਿਹਾ ਤੁਹਾਡੇ ਕੋਲ। ਨਹੀਂ ਸਰ, ਮੈਨੂੰ ਉਹਨਾਂ ਦੀ ਗੱਲ ਆਵਾਜ਼ ਰੱਖੋ ਆਪਣੇ ਐਂਕਰ ਤੇ, ਜੇ ਮੈਂ ਗਲਤ ਕਰ ਰਿਹਾ ਹਾਂ ਲੋਕੀ ਮੈਨੂੰ ਫੜ ਲੈਣਗੇ ਕਿ ਐਂਕਰ ਠੀਕ ਨਹੀਂ ਕਰ ਰਿਹਾ, ਸਮਾਂ ਠੀਕ ਨਹੀਂ ਡਿਵਾਈਡ ਕਰ ਰਿਹਾ। ਉਸ਼ਾ ਰਾਣੀ ਜੀ ਕਿੰਨੇ ਪਰਸੈਂਟ ਸਰਕਾਰੀ ਅਧਿਆਪਕਾਂ ਦੇ ਕਰੀਏ ਤਾਂ ਆਲੇ ਦੁਆਲੇ ਨਿਗਾਹ ਮਾਰੀਏ ਤਾਂ ਹਜ਼ਾਰਾਂ ਪਿੱਛੇ ਇੱਕ ਜਾਂ ਦੋ ਬੱਚਾ ਵੀ ਦਿਖਾਈ ਨਹੀਂ ਦਿੰਦਾ। ਹਜ਼ਾਰਾਂ ਪਿੱਛੇ ਇੱਕ ਤਾਂ 0.1% ਹੁੰਦਾ ਜੀ, ਉਹ ਵੀ ਨਹੀਂ ਦਿਖਾਈ ਦਿੰਦਾ ਜੀ ਕਿਤੇ। ਬੱਚਾ ਆਲੇ ਦੁਆਲੇ ਜੇ ਪੁੱਛੀਏ ਕਿਸੇ ਨੂੰ ਕਿ ਬੱਚਾ ਪੜ ਰਿਹਾ ਹੈ ਤਾਂ ਐਜੂਕੇਸ਼ਨ ਜੋ ਸਾਡਾ ਮੇਨ, ਜੇ 100 ਗੁਣਾ ਗਲਤ ਹੋਣ ਤਾਂ ਤੁਸੀਂ 1% ਬਣਦੇ ਹੋ ਜੀ। ਤੇ ਉਹਦੇ ਵਿੱਚ ਇਹ ਕੀ ਹੈ ਸਰ ਕਿ ਜੋ ਬੱਚਿਆਂ ਦੀ ਵਧਾਉਣ ਦੀ ਗੱਲ ਹੈ, ਇਸ ਦੇ ਵਿੱਚ ਅਸੀਂ ਅਧਿਆਪਕ ਨੂੰ ਦੋਸ਼ੀ ਨਹੀਂ ਮੰਨਦੇ, ਇਹਦੇ ਵਿੱਚ ਸਿੱਖਿਆ ਪਾਲਿਸੀ ਦੀ ਗਲਤੀ ਹੈ, ਸਾਰੀ ਨੀਤੀ ਗਲਤੀ ਹੈ। ਜੋ ਕ੍ਰਿਸ਼ਨ ਕੁਮਾਰ ਜੀ ਨੇ ਪੂਰੀ ਕੈਬਨਿਟ ਨੂੰ ਗੁੰਮਰਾਹ ਕੀਤਾ ਹੋਇਆ, ਸਭ ਨੂੰ ਰੋਜ਼ ਨਿਤ ਨਵੇਂ ਜੀ ਖੁਦ ਹੀ ਡਿਸੀਜਨ ਲੈ ਕੇ ਖੁਦ ਹੀ ਮੁੱਕਰਦੇ ਨੇ। ਉਹ ਗੱਲ ਮੇਰੀ ਉਦੋਂ ਵਿਚਾਲੇ ਰਹਿ ਗਈ ਸੀ ਕਿ 30 ਅਕਤੂਬਰ ਨੂੰ ਉਹਨਾਂ ਨੇ ਮੰਨਿਆ ਕਿ ਜੀ ਅਸੀਂ ਤਾਂ ਉੱਥੇ ਜਾਵਾਂਗੇ ਜਿੱਥੇ ਆਂਗਨਵਾੜੀ ਹੈ, ਔਰ ਜਿਨ੍ਹਾਂ ਨੇ ਉਦਘਾਟਨ ਕੀਤਾ ਜਿੱਥੇ ਆਂਗਨਵਾੜੀ ਹੈ ਨਹੀਂ। ਇਹ ਤੁਹਾਡੀ ਹੁੰਦੀ ਲੜਾਈ, ਬਟ ਟੇਕ ਦਾ ਲਾਰਜਰ ਕੁਐਸਚਨ। ਮੈਂ ਸਰ ਬਿਲਕੁਲ ਇਹ ਕਲੀਅਰ ਜਿਹੜਾ ਤੁਸੀਂ ਮੈਨੂੰ ਕੁਐਸਚਨ ਪਹਿਲਾਂ ਤੁਸੀਂ ਉਹਦਾ ਜਵਾਬ ਦੇਣਾ ਚਾਹੁੰਦਾ ਹੈ ਜ਼ਰੂਰ, ਕਿ ਅਸੀਂ 5 ਜੁਲਾਈ ਨੂੰ ਮਾਨਯੋਗ ਸਿੱਖਿਆ ਮੰਤਰੀ ਜੀ ਨਾਲ ਸਾਡੀ ਮੀਟਿੰਗ ਹੋਈ, ਉਹਦੇ ਨਾਲ ਹੀ ਜੁੜਦੀ ਗੱਲ ਇਹ ਹੈਗੀ ਆ ਕਿ ਹਮੀਰ ਸਿੰਘ ਜੀ ਨੇ ਇਹ ਗੱਲ ਕਹੀ ਆ ਕਿ ਟੀਚਰਸ ਯੂਨੀਅਨ ਨੇ ਕਦੇ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਦੀ ਗੱਲ ਨਹੀਂ ਕੀਤੀ। ਸਾਡੇ ਡਿਮਾਂਡ ਚਾਰਟ ਦੇ ਵਿੱਚ ਅਸੀਂ ਬਕਾਇਦਾ ਤੌਰ ਤੇ ਸਭ ਤੋਂ ਇੱਕ ਨੰਬਰ ਦੇ ਉੱਤੇ ਐਜੂਕੇਸ਼ਨ ਕਦੇ ਨਹੀਂ ਹੋਈ, ਇੱਕ ਨੰਬਰ ਦੇ ਉੱਤੇ ਸਾਰਾ ਅਸੀਂ ਇਹ ਪਾ ਕੇ ਲੈ ਕੇ ਗਏ
ਕਿ ਇਲਾਹਾਬਾਦ ਹਾਈ ਕੋਰਟ ਦਾ ਫੈਸਲਾ ਲਾਗੂ ਕੀਤਾ ਜਾਵੇ। ਆਪਣੇ ਬੱਚਿਆਂ ਨੂੰ ਦਾਖਲ ਕਰਾ ਕੇ ਸਟਾਰਟ ਹੁੰਦੀ ਹੈ। ਨਹੀਂ ਇਲਾਹਾਬਾਦ ਹਾਈ ਕੋਰਟ ਦੀ ਜਜਮੈਂਟ ਇਹ ਕਹਿੰਦੀ ਹੈ। ਇਲਾਹਾਬਾਦ ਹਾਈ ਕੋਰਟ ਦੀ ਜਜਮੈਂਟ ਇਹੀ ਕਹਿੰਦੀ ਹੈ ਕਿ ਸਟਾਰਟ ਹੀ ਉੱਥੋਂ ਇਲਾਹਾਬਾਦ ਹਾਈ ਕੋਰਟ ਦੀ ਜਜਮੈਂਟ ਇਹ ਨਹੀਂ ਕਹਿੰਦੀ ਕਿ ਕੱਲੇ ਟੀਚਰ ਦਾ ਬੱਚਾ ਪੜ੍ਹੇ। ਇਲਾਹਾਬਾਦ ਹਾਈ ਕੋਰਟ ਦੀ ਜਜਮੈਂਟ ਇਹ ਕਹਿੰਦੀ ਆ ਕਿ ਸਰਕਾਰੀ ਖਜ਼ਾਨੇ ਚੋਂ ਬਿਲਕੁਲ ਅਸੀਂ ਪੜਾਵਾਂਗੇ, ਅਸੀਂ ਪਹਿਲ ਦੇ ਆਧਾਰ ਤੇ। ਉਹ ਇਹ ਗੱਲ ਕਹਿੰਦੀ ਆ ਕਿ ਸਰਕਾਰੀ ਖਜ਼ਾਨੇ ਚੋਂ ਚਾਹੇ ਟੀਚਰ ਆ ਚਾਹੇ ਉਹ ਮੁੱਖ ਮੰਤਰੀ ਆ, ਜੋ ਵੀ ਸਰਕਾਰੀ ਖਜ਼ਾਨੇ ਚੋਂ ਕੋਈ ਧੇਲਾ ਲੈਂਦਾ ਉਹ ਤਾਂ ਸਾਰਿਆਂ ਦਾ ਬੱਚਾ ਪੜ੍ਹੇ। ਤੁਸੀਂ ਸਰਕਾਰੀ ਖਜ਼ਾਨੇ ਚੋਂ ਲੈਂਦੇ ਹੋ, ਅਸੀਂ ਸਰਕਾਰੀ ਖਜ਼ਾਨੇ ਚੋਂ ਲੈਂਦੇ। 0.1% ਕੈਲਕੂਲੇਸ਼ਨ ਕੱਢੀ ਬੈਠੇ ਨੇ, ਉਹ ਸਰਕਾਰੀ ਖਜ਼ਾਨੇ ਤੋਂ ਨਹੀਂ ਹੈ। ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੇ ਟੀਚਰ ਹੀ ਸਭ ਤੋਂ ਪਹਿਲਾਂ ਬੱਚੇ ਭੇਜਿਆ। ਆਈ ਐਮ ਨਾਟ ਸੇਇੰਗ ਦੈਟ ਅਸੀਂ 100% ਭੇਜਾਂਗੇ। ਅਸੀਂ ਜਿਹੜਾ ਕੁਐਸਚਨ ਸੀ ਨਾ ਉਹ ਇਲਾਹਾਬਾਦ ਹਾਈ ਕੋਰਟ ਦੀ ਜਜਮੈਂਟ ਤੋਂ ਵੀ ਵੱਡਾ। ਨਹੀਂ ਇਹਦਾ ਸਵਾਲ ਹੀ ਨਹੀਂ। ਸਵਾਲ ਮੇਰਾ ਇਸ ਤੋਂ ਬਾਅਦ ਵੀ ਇਹ ਐਕਸਪਲੇਨ ਹਮੀਰ ਸਿੰਘ ਇਸ ਮੁੱਦੇ ਤੇ ਨਹੀਂ ਮੇਰਾ ਇਹ ਅਸੀਂ ਹੁਣ ਵੀ ਲਿਖ ਕੇ ਦਿੱਤਾ, ਬਾਰ-ਬਾਰ ਲਿਖ ਕੇ ਦਿੱਤਾ ਕਿ ਇਲਾਹਾਬਾਦ ਹਾਈ ਕੋਰਟ ਦੀ ਜਜਮੈਂਟ ਨੂੰ ਲਾਗੂ ਕੀਤਾ ਜਾਵੇ। ਕਿੱਥੇ ਖੜ ਕੇ ਤੁਸੀਂ ਇਲਾਹਾਬਾਦ ਜਸਟਿਸ ਸੁਧੀਰ ਅਗਰਵਾਲ ਦੇ ਦਰਵਾਜ਼ੇ ਖੜ ਕੇ ਮੈਂ ਤੁਹਾਨੂੰ ਅੱਗੇ ਲੈ ਕੇ ਜਾ ਰਿਹਾ। ਮੈਂ ਮੇਰੀ ਵਿਆਖਿਆ ਕੀ ਹੈ ਜੇ ਉਹਨੂੰ ਵੀ ਕਰ ਲਈ ਹੈ। ਸਮਾਜ ਦੇ ਲਾਰਜਰ ਕਲਾਸ ਕਨੈਕਟ ਦੇ ਵਿੱਚ ਟੀਚਰ ਦਾ ਡਿਸਕਨੈਕਟ ਹੋ ਚੁੱਕਾ ਹੋਇਆ ਉਹਨਾਂ ਬੱਚਿਆਂ ਤੋਂ, ਉਹਨਾਂ ਲੋਕਾਂ ਤੋਂ ਜਿਨ੍ਹਾਂ ਦੇ ਬੱਚੇ ਅੱਜ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਨੇ। ਨਹੀਂ ਬਿਲਕੁਲ ਨਹੀਂ ਡਿਸਕਨੈਕਟ, ਅਸੀਂ ਤਾਂ ਪੜ੍ਹਾ ਰਹੇ ਹਾਂ ਜੀ। ਸਾਰੇ ਮੇਰੀ ਗੱਲ ਸੁਣੋ, ਇਹ ਮੇਰੀ ਗੱਲ ਸੁਣੋ। ਤੁਸੀਂ ਤੇ ਟੀਚਰ ਯੂਨੀਅਨ ਦੇ ਪ੍ਰਧਾਨ ਹੋ। ਇਹ ਜਿਹੜੇ ਸਕੂਲ ਵਿੱਚ ਬੱਚਾ ਇੱਕ ਵੀ ਨਹੀਂ ਸੀ ਤੇ ਟੀਚਰ ਰੋਜ਼ ਸਕੂਲ ਜਾਂਦਾ ਸੀ, ਜਿਹਦੇ ਵਿੱਚ ਇੱਕ ਬੱਚਾ ਸੀ ਤੇ 2 ਟੀਚਰ ਸਕੂਲ ਜਾ ਰਹੇ ਸੀ, ਜਿਹਦੇ ਵਿੱਚ 2 ਬੱਚੇ ਸੀ ਤੇ 2 ਟੀਚਰ ਜਾ ਰਹੇ ਸੀ, 3 ਬੱਚੇ ਸੀ ਤੇ 3 ਟੀਚਰ 70-70 ਹਜ਼ਾਰ ਰੁਪਏ ਤਨਖਾਹ ਲੈਣ ਵਾਲੇ ਜਾ ਰਹੇ ਸੀ। ਡਾਕਟਰ ਗਰਗ ਕਹਿ ਰਹੇ ਨੇ ਪਰ ਬੱਚਾ 3 ਲੱਖ ਰੁਪਈਆ ਤਨਖਾਹ ਖਾ ਰਹੇ ਸੀ। ਉਹਨਾਂ ਟੀਚਰਾਂ ਨੇ ਤਾਂ ਚਿੱਠੀਆਂ ਦਾ ਅੰਬਾਰ ਲਾ ਦਿੱਤਾ ਹੋਣਾ ਯੂਨੀਅਨ ਦੇ ਦਫ਼ਤਰ ਵਿੱਚ ਕਿ ਸਰ ਜੀ ਬੱਚੇ ਹੈ ਨਹੀਂ, ਰੋਜ਼ ਪੈਸਾ ਵੇਸਟ ਜਾ ਰਿਹਾ ਸਰਕਾਰ ਦਾ, ਸਰ ਜੀ ਕੁਝ ਐਜੀਟੇਸ਼ਨ ਕਰੋ। ਤੁਸੀਂ ਮਟਕਾ ਚੌਂਕ ਤੇ ਬਹਿ ਗਏ ਸੀ ਤੇ ਐਜੀਟੇਸ਼ਨਾਂ ਕਰ ਦਿੱਤੀਆਂ ਸੀ। ਅਸੀਂ ਇੱਕ ਬੱਚੇ ਉਹਦੇ ਪਿੱਛੇ ਪਤਾ ਹੈ ਕਿ ਐਸਪੀ ਸਿੰਘ ਜੀ ਕੀ ਆ ਇਹਨਾਂ ਟੀਚਰਾਂ ਦੀਆਂ ਫੋਟੋ ਰਾਈਟ ਐਜੂਕੇਸ਼ਨ ਐਕਟ ਇਹ ਗੱਲ ਕਹਿੰਦਾ ਟੀਚਰ ਪੂਰਾ ਰਾਈਟ। ਮੇਰੀ ਗੱਲ ਸੁਣੋ ਚੈਲ ਸਾਹਿਬ, ਜਿਹੜਾ ਟੀਚਰ ਪੂਰਾ ਸਾਲ ਸਕੂਲ ਜਾਂਦਾ ਰਿਹਾ ਤੇ ਉੱਥੇ ਇੱਕ ਵੀ ਬੱਚਾ ਨਹੀਂ ਸੀ, ਉਹਦੀ ਕੋਈ ਫੋਟੋ ਤਾਂ ਲਵਾਓ, ਕੋਈ ਮੈਂ ਸੈਲਫੀ ਖਿਚਾਵਾਂ ਉਹਦੇ ਨਾਲ। ਰਾਈਟ ਐਜੂਕੇਸ਼ਨ ਐਕਟ ਸਰ ਕਹਿੰਦਾ ਹੈ ਕਿ 1 ਕਿਲੋਮੀਟਰ ਦੇ ਘੇਰੇ 'ਚ ਟੀਚਰ ਦੇਣਾ ਹੈ। ਜੇ ਇੱਕ ਵੀ ਬੱਚੇ ਵਾਲਾ ਸਕੂਲ ਸਾਡੀ ਨੌਲੇਜ ਕੋਈ ਨਹੀਂ ਵੀ ਜਿਹਦੇ 'ਚ ਇੱਕ ਵੀ ਬੱਚਾ ਨਾ ਹੋਵੇ। ਜੇ 1 2 3 ਬੱਚਿਆਂ ਵਾਲੇ ਸਕੂਲ ਹੈਗੇ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਆ, ਤੇ ਉਹਦੇ ਆਲੇ ਦੁਆਲੇ ਜਿਹੜਾ ਸਿੱਖਿਆ ਮਾਫੀਆ ਪੈਦਾ ਕੀਤਾ ਉਹ ਕਿਹਨੇ ਕੀਤਾ? ਉਹ ਸਮੇਂ ਦੀਆਂ ਸਰਕਾਰਾਂ ਨੇ ਨਹੀਂ ਕੀਤਾ। ਆਲੇ ਦੁਆਲੇ ਜਿੰਨੀ ਸਿੱਖਿਆ ਮਾਫੀਆ ਜਿਹੜਾ ਮਤਲਬ ਪੈਦਾ ਹੋਇਆ, ਜਿੰਨੇ ਪ੍ਰਾਈਵੇਟ ਸਕੂਲ ਬੰਦ ਖੁੱਲੇ ਹੈਗੇ ਆ, ਉਹਨਾਂ ਦੇ ਬਾਰੇ 'ਚ ਹਰ ਵਾਰੀ ਚਰਚਾ ਹੁੰਦੀ ਹੈ। ਇਹਨੇ ਸਕੂਲ ਸਰਕਾਰ ਨੇ ਬੰਦ ਕੀਤੇ। ਪੁਸ਼ਰਾਣੀ ਜੀ ਇੱਕ ਜਿਹੜੀ ਬਾਈਨਰੀ ਬਣਾਈ ਜਾ ਰਹੀ ਹੈ, ਲੋਕਾਂ ਨੂੰ ਇੰਜ ਲੱਗ ਰਿਹਾ ਜਿਵੇਂ ਆਂਗਨਵਾੜੀ ਵਰਕਰ ਹੁਣ ਟੀਚਰਾਂ ਦੇ ਹਿੱਤਾਂ ਦੇ ਖਿਲਾਫ ਲੜ ਰਹੇ ਨੇ। ਇਹ ਠੀਕ ਹੈ ਕਿ ਤੁਸੀਂ ਇਹ ਕਹਿੰਦੇ ਤਾਂ ਹੋ ਕਿ ਜੀ ਸਕੂਲਾਂ ਦੇ ਵਿੱਚ ਪ੍ਰਬੰਧ ਜੇ ਅੱਛਾ ਹੋਵੇ ਤਾਂ ਪ੍ਰੀ ਪ੍ਰਾਇਮਰੀ ਕਲਾਸਿਸ ਉੱਥੇ ਲੱਗ ਜਾਣ ਤੇ ਅਸੀਂ ਉਹਨਾਂ ਦੇ ਨਾਲ ਵਰਕ ਕਰਨ ਨੂੰ ਤਿਆਰ ਹਾਂ। ਟੀਚਰ ਵੀ ਇਹ ਕਹਿੰਦੇ ਨੇ ਕਿ ਜੇ ਪ੍ਰਬੰਧ ਚੰਗਾ ਹੋਵੇ ਤੇ ਅਸੀਂ ਉਹਨਾਂ ਬੱਚਿਆਂ ਨੂੰ ਨਾਲ ਲੈਣ ਨੂੰ ਤਿਆਰ ਹਾਂ। ਅਜੇ ਕਿ ਟੀਚਰ ਤਾਂ ਕਹਿੰਦੇ ਨੇ ਪ੍ਰਬੰਧ ਮਾੜਾ ਵੀ ਹੋਵੇ ਅਸੀਂ ਤਾਂ ਵੀ ਲੈਣ ਨੂੰ ਤਿਆਰ ਹਾਂ। ਕੀ ਇਹ ਬਾਈਨਰੀ ਸਰਕਾਰ ਡੈਲੀਬਰੇਟਲੀ ਬਣਾ ਰਹੀ ਹੈ? ਇਹ ਲਾਰਜਰ ਇਸ਼ੂਜ਼ ਤੋਂ ਦਰਅਸਲ ਡਿਫਲੈਕਟ ਕਰ ਰਹੀ ਹੈ। ਲੋਕਾਂ ਨੂੰ ਇੰਜ ਜਾਪ ਰਿਹਾ ਆਪਣੀਆਂ ਨੌਕਰੀਆਂ ਲਈ ਸਰਕਾਰੀ ਅਧਿਆਪਕ ਹੁਣ ਪ੍ਰੀ ਪ੍ਰਾਇਮਰੀ ਬੱਚਿਆਂ ਨੂੰ ਦਾਖਲ ਕਰ ਰਹੇ ਨੇ ਤੇ ਆਂਗਨਵਾੜੀਆਂ ਦਾ ਹੱਕ ਖੋ ਰਹੇ ਨੇ। ਉਤੋਂ ਜੋ ਮਰਜ਼ੀ ਕਹੀ ਜਾਣ ਤੇ ਆਂਗਨਵਾੜੀ ਵਾਲੇ ਆਪਣੀਆਂ ਨੌਕਰੀਆਂ ਬਚਾਉਣ ਲਈ ਇਸ ਵੇਲੇ ਟੀਚਰਾਂ ਦੇ ਸਾਹਮਣੇ ਖੜੇ ਨੇ, ਭਾਵੇਂ ਕਹੀ ਜਾਣ ਕਿ ਅਸੀਂ ਟੀਚਰਾਂ ਦੇ ਅਗੇਂਸਟ ਨਹੀਂ ਹੈਗੇ। ਦੈਟ ਇਜ਼ ਦਾ ਰਿਐਲਿਟੀ। ਦੇਖੋ ਸਰ ਗੱਲ ਇਹ ਹੈ, ਯੂ ਕਾਂਟ ਫੂਲ ਆਲ ਦਾ ਪੀਪਲ ਆਲ ਦਾ ਟਾਈਮ। ਇਹ ਰਿਐਲਿਟੀ ਇਹ ਹੈ ਕਿ ਇਹ ਜਾਣਬੁੱਝ ਕੇ ਇੱਕ ਇਸ਼ੂ ਬਣਾਇਆ ਜਾ ਰਿਹਾ ਹੈ ਆਂਗਨਵਾੜੀ ਬਨਾਮ ਟੀਚਰ। ਇਹ ਸਰਕਾਰ ਦੀ ਸਾਰੀ ਗਲਤੀ ਹੈ, ਨਾਕਾਮੀ ਹੈ, ਆਨਨ ਫਾਨਨ ਸੇ ਲਿਆ ਗਿਆ ਫੈਸਲਾ ਹੈ। ਬੱਚਿਆਂ ਲਈ ਆਉਣ ਜਾਣ ਦਾ ਕੋਈ ਸਾਧਨ ਨਹੀਂ, ਬੱਚਿਆਂ ਦੇ ਬੈਠਣ ਲਈ ਕੋਈ ਸਾਧਨ ਨਹੀਂ। ਔਰ ਬੱਚਿਆਂ ਦੀ ਜੋ ਸਭ ਤੋਂ ਵੱਡੀ ਚੀਜ਼ ਹੈ ਜੋ ਡਾਕਟਰ ਸਾਹਿਬ ਨੇ ਕੀਤੀ ਹੈ ਮਾਲ ਨਿਊਟ੍ਰੀਸ਼ਨ ਦੀ, ਕੁਪੋਸ਼ਣ ਦੀ। ICDS ਦਾ ਮੁੱਖ ਮੋਟਿਵ ਹੀ ਕੁਪੋਸ਼ਣ ਖਤਮ ਕਰਨਾ। ਔਰ ਆંકੜੇ ਨੇ ਇਸ ਦੇ ਦੇਸ਼ ਦੇ ਵਿੱਚ ਰਿਕਾਰਡ ਹੈ ਇਸ ਚੀਜ਼ ਦਾ ਕਿ 1975 ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਪਲਸ ਪੋਲੀਓ ਮੁਕਤ ਕਰਾਉਣ ਚ ਆਂਗਨਵਾੜੀ ਵਰਕਰ ਦਾ ਕਿੰਨਾ ਵੱਡਾ ਯੋਗਦਾਨ ਹੈ। ਕਰ ਜਾ ਕੇ ਬਿਨਾਂ ਪੈਸਿਆਂ ਤੋਂ ਲੋਕਾਂ ਦੇ ਉਹਨਾਂ ਦੇ ਨਾਲ ਇਹਨਾਂ ਦਿਨਾਂ ਚ ਉਹਨਾਂ ਨਾਲ ਮਿਸ ਹੈਪਨਿੰਗ ਵੀ ਹੋਈਆਂ। ਕਿਸੇ ਨੇ ਝੂਠ ਵੀ ਬੋਲਿਆ ਬੱਚਾ ਮੇਰੇ ਘਰ ਚ ਹੈ, ਅੰਦਰ ਨਹੀਂ ਸੀਗਾ। ਟੀਚਰ ਦਾ ਵੀ ਯੋਗਦਾਨ ਹੈ, ਟੀਚਰ ਵੀ ਗਏ ਨੇ ਉਹਨਾਂ ਸਾਰਿਆਂ ਦਾ। ਉਹਦਾ ਆਂਗਨਵਾੜੀ ਦਾ ਬਹੁਤ ਵੱਡਾ ਰੋਲ ਹੈ ਸਰ। ਔਰ ਉਸ ਤੋਂ ਬਾਅਦ ਜਿਹੜੀ ਮਾਲ ਨਿਊਟ੍ਰੀਸ਼ਨ ਦੀ ਗੱਲ ਹੈ, ਜੇਕਰ ਪੰਜਾਬ ਸਰਕਾਰ ਨੇ ਨਿਊਟ੍ਰੀਸ਼ਨ ਦੇ ਲਈ ਘਟੀਆ ਮਾਲ ਖਰੀਦਿਆ ਸੀ ਜੈਪੁਰ ਦੀ ਕੰਪਨੀ ਤੋਂ। ਨਹੀਂ ਸਰ ਆਏ ਸੀ ਸੜਕਾਂ ਤੇ, ਅਸੀਂ ਸੜਕਾਂ ਤੇ ਆਏ ਸੀ ਜਦੋਂ ਮਾਲ ਨਿਊਟ੍ਰੀਸ਼ਨ ਦੇ ਟਾਈਮ ਦੇ ਵਿੱਚ ਇਹਨਾਂ ਨੇ 2008 ਵਿੱਚ ਜੈਪੁਰ ਦੀ ਕੰਪਨੀ ਚੋਂ ਸੜੇ ਹੋਏ ਬਿਸਕੁਟ ਤੇ ਮਰੂੰਡਾ ਖਰੀਦਿਆ ਸੀ। ਅਸੀਂ ਉਹਦੇ ਖਿਲਾਫ ਵੀ ਤੇ ਆਏ ਸੀਗੇ। ਉਹ ਗੱਲ ਸੁਣੋ ਰਾਣੀ ਜੀ, ਜਿਸ ਵੇਲੇ ਸਕੂਲਾਂ ਦੇ ਬੜੇ ਮਾੜੇ ਨਤੀਜੇ ਆਏ ਸੀ ਨਾ, ਤੇ ਤੁਸੀਂ ਭੱਜ ਕੇ ਸੜਕਾਂ ਤੇ ਨਹੀਂ ਸੀ ਆਏ ਵੀ ਟੀਚਰਾਂ ਨੇ ਏਡੇ ਭੈੜੇ ਤਰੀਕੇ ਨਾਲ ਸਕੂਲ ਚਲਾਏ ਨੇ ਤੇ ਲੋਕ ਕਿਵੇਂ ਆਂਗਨਵਾੜੀ 'ਚ ਬੱਚਿਆਂ ਨੂੰ ਭੇਜਣਗੇ। ਮੈਂ ਇਹਨਾਂ ਬੱਚਿਆਂ ਨੂੰ ਤਿਆਰ ਕਰਕੇ ਇਹਨਾਂ ਸਕੂਲਾਂ 'ਚ ਭੇਜਦੀਆਂ ਤੇ ਉਹਨਾਂ ਨੂੰ ਐਜੂਕੇਸ਼ਨ ਮਿਲਦੀ ਨਹੀਂ ਹੈ। ਉਹਦਾ ਅਗਲਾ ਬੱਚਾ ਮੇਰੇ ਕੋਲ ਆਊਗਾ, ਛੋਟਾ ਭਰਾ ਮੇਰੇ ਕੋਲ ਆਊਗਾ। ਦੇਖੋ ਸਰ, ਉਹ ਤਾਂ ਮੈਂ ਇਸ ਚੀਜ਼ ਨੂੰ ਮੰਨਦੀ ਹਾਂ ਪਰ ਇਸ ਚੀਜ਼ ਲਈ ਡਿਫਰੈਂਟ ਪੁਆਇੰਟ। ਜੀ ਡਾਕਟਰ ਗਰਗ, ਮੈਂ ਸਰਕਾਰੀ ਸਕੂਲਾਂ ਵਿੱਚ ਪੜ੍ਹਿਆ। ਅੱਜ ਕੱਲ੍ਹ ਤੇ ਥੋੜੀ ਜਿਹੀ ਸੋਫਿਸਟੀਕੇਸ਼ਨ ਆ ਗਈ ਹੈ ਸਾਨੂੰ ਤੇ ਬਹੁਤਾ ਮੈਨੂੰ ਹੁਣ ਇਹ ਨਹੀਂ ਪਤਾ ਵੀ ਅੱਜ ਕੱਲ੍ਹ ਸਰਕਾਰੀ ਸਕੂਲਾਂ ਵਿੱਚ ਬੱਚੇ ਪਖਾਨਾ ਕਿਵੇਂ ਜਾਂਦੇ ਨੇ। ਸਾਡੇ ਵੇਲੇ ਅਸੀਂ ਕਹਿੰਦੇ ਸੀ ਕਿ 1 ਨੰਬਰ ਚਲੇ ਜਾਈਏ ਜੀ, 2 ਨੰਬਰ ਚਲੇ ਜਾਈਏ ਜੀ। ਈਵਨ ਇਫ ਥਿੰਗਸ ਹੈਵ ਚੇਂਜਡ, ਜਿਹੜਾ ਇਹ ਨਰਸਰੀ ਦਾ ਬੱਚਾ
LKG ਦਾ ਬੱਚਾ ਹੈ, UKG ਦਾ ਬੱਚਾ ਹੈ, ਇਹ ਟੀਚਰ ਨਾਲ ਕਿਸ ਭਾਸ਼ਾ 'ਚ ਗੱਲ ਕਰੇਗਾ ਕਿ ਮੈਂ ਕਿੱਥੇ ਜਾਣਾ ਹੈ? ਉਹ ਆਪਣੀ ਦੁੱਖ ਬਾਰੇ ਕਿਵੇਂ ਦੱਸੇਗਾ? ਉਹ ਜੇ ਰੋਣ ਲੱਗ ਪਿਆ ਤਾਂ ਉਹਨੂੰ ਟੀਚਰ ਕਿਵੇਂ ਸੰਭਾਲੇਗਾ? ਕੀ ਸਾਡਾ ਟੀਚਰ 3 ਸਾਲ ਤੋਂ 6 ਸਾਲ ਦੇ ਬੱਚੇ ਨਾਲ ਡੀਲ ਕਰਨ ਲਈ ਉਹਦੀ ਕੋਈ ਟ੍ਰੇਨਿੰਗ ਹੈ? ਉਹਨੂੰ ਕਿਸ ਕਿਸਮ ਦਾ ਖਿਲਾਉਣਾ ਚਾਹੀਦਾ ਹੈ, ਕਿਸ ਕਿਸਮ ਦਾ ਮਨ ਪਰਚਾਵਾ ਚਾਹੀਦਾ ਹੈ? ਸਕੂਲ ਦਾ ਜਿਹੜਾ ਆਰਕੀਟੈਕਚਰ ਹੈ, ਹੁਣ ਕਿਧਰੇ ਤਾਂ ਪੌੜੀਆਂ ਹੁੰਦੀਆਂ ਨੇ, ਕਿਧਰੇ 2 ਸਟੈਪ ਉੱਤੇ ਚੜ੍ਹਨੇ ਪੈਂਦੇ ਨੇ। ਇਹ 3 ਸਾਲ ਦਾ ਬੱਚਾ ਕਿਵੇਂ ਚੜ੍ਹੇਗਾ? ਕਿ ਹਰ ਵੇਲੇ ਟੀਚਰ ਇੱਕ ਬੱਚੇ ਨੂੰ ਉੱਪਰ ਕਰਕੇ ਚੜ੍ਹਾਏਗਾ? ਜੇ ਇੱਕ ਬੱਚਾ ਰੋਣ ਲੱਗ ਪਿਆ ਤਾਂ ਟੀਚਰ ਸੰਭਾਲ ਲੇਗਾ, ਜੇ 3 ਰੋਣ ਲੱਗ ਪਏ ਤਾਂ ਟੀਚਰ ਕੀ ਦੂਸਰੀ ਕਲਾਸ 'ਚੋਂ ਲੈ ਕੇ ਆਵੇਗਾ? ਬਹੁਤ ਸਾਰੇ ਸਕੂਲਾਂ ਵਿੱਚ ਕਦੀ ਟੀਚਰ ਨਹੀਂ ਆਉਂਦਾ ਤੇ ਵੱਡੇ ਬੱਚੇ ਬੈਠੇ ਰਹਿੰਦੇ ਨੇ। ਛੋਟੇ ਬੱਚੇ ਸੜਕ ਤੇ ਨਾ ਚਲੇ ਜਾਣ, ਇਹਦੇ ਲਈ ਕੌਣ ਲੜਾਈ ਲੜੇਗਾ? ਇਹ ਲੜਾਈਆਂ, ਇਹ ਗੱਲਾਂ ਤੇ ਅਜੇ ਕਿਧਰੇ ਸੁਣਨ ਵਿੱਚ ਵੀ ਨਹੀਂ ਆਈਆਂ। ਔਰ ਕੀ ਸਾਡੇ ਸਕੂਲ ਪ੍ਰੀਪੇਅਰਡ ਨੇ 3 ਤੋਂ 6 ਦੇ ਬੱਚਿਆਂ ਲਈ? ਇੱਕ ਗੱਲ ਬਿਲਕੁਲ ਠੀਕ ਹੈ ਤੁਹਾਡੀ। 3 ਤੋਂ 6 ਸਾਲ ਦਾ ਜਿਹੜਾ ਬੱਚਾ ਹੈ ਉਹ ਹਰ ਚੀਜ਼ ਨੂੰ ਖੋਲ ਕੇ ਤੋੜ ਕੇ ਭੰਨ ਕੇ ਦੇਖਣਾ ਚਾਹੁੰਦਾ ਹੈ, ਜਦ ਕਿ ਸਕੂਲ ਵਾਲੇ ਉਹਨੂੰ ਅਲਾਉ ਨਹੀਂ ਕਰਨਗੇ, ਕਿਉਂਕਿ ਸਕੂਲ ਦਾ ਸਮਾਨ ਉਹ ਤਾਂ ਚਾਰਟ ਵੀ ਪਾੜ ਦਿੰਦਾ ਹੈ, ਉਹ ਕਿਤਾਬ ਵੀ ਪਾੜ ਦਿੰਦਾ ਹੈ। ਉਹ ਦੇਖਣਾ ਚਾਹੁੰਦਾ, ਸਿੱਖਣਾ ਚਾਹੁੰਦਾ, ਉਹਦੇ ਮਨ 'ਚ ਇਨਹੈਰੈਂਟ ਪਾਵਰ ਹੈ। ਦੂਜੀ ਗੱਲ, ਉਹ ਬਾਹਰ, ਆਪਾਂ ਨੂੰ ਸਭ ਨੂੰ ਪਤਾ ਵੀ 3 ਸਾਲ ਦੇ ਬੱਚੇ ਨੂੰ ਆਪਾਂ ਸੜਕ ਤੇ ਨਹੀਂ ਨਿਕਲਣ ਦਿੰਦੇ, ਦੇਖੀ ਕਿਤੇ ਬਾਹਰ ਨਾ ਜਾਏ, ਐਕਸੀਡੈਂਟ ਹੋ ਜਾਊਗਾ। ਉਹਦੇ ਵਾਸਤੇ ਗੱਲ ਕਿੱਥੇ ਚੱਲ ਰਹੀ ਹੈ ਜਿਹੜੀ ਹਮੀਰ ਸਿੰਘ ਜੀ ਨੇ ਕਹੀ ਆ, ਮੈਂ ਕਹਿਣ ਨੂੰ ਤਿਆਰ ਹਾਂ ਵੀ ਹਾਂ, ਕਿਉਂ 1500 ਸਕੂਲ ਬੰਦ ਹੋਣ ਦਾ ਸਵਾਲ ਆਇਆ, ਜਿਹ 'ਚ 800 ਦਾ ਚਿੱਠੀ ਕੱਢਤੀ, 700 ਦੀ ਕੱਢਣੀ ਸੀ, ਉਹਦੇ ਤੇ ਰੌਲਾ ਪੈ ਗਿਆ। 1500 ਸਕੂਲ ਉਹ ਹੈ ਜਿੱਥੇ ਪਹਿਲੇ ਮੈਂ ਕਿਹਾ ਵੀ 20,000 ਬੱਚੇ ਵਾਸਤੇ 4000 ਟੀਚਰ ਕੰਮ ਕਰਦਾ, ਪਰ ਜਿਹੜੇ ਬਾਕੀ 13,185 ਸਕੂਲ ਨੇ ਪੰਜਾਬ ਸਰਕਾਰ ਪ੍ਰਾਇਮਰੀ ਸਕੂਲ, ਹਾਂ, ਜਿਨ੍ਹਾਂ ਦੇ ਵਿੱਚੋਂ 11,685 ਸਕੂਲਾਂ 'ਚ, ਉਹਨਾਂ 'ਚ ਬਹੁਤ ਸਾਰੇ ਸਕੂਲ 1500 ਕੱਢ ਕੇ 11,685 ਬਾਕੀ ਬੱਚੇ, ਉਹਨਾਂ ਦੇ ਵਿੱਚ ਉਹ ਵੀ ਸਕੂਲ ਨੇ ਜਿੱਥੇ 150 ਬੱਚਾ ਹੈ, ਉੱਥੇ ਬੈਠਣ ਦਾ ਕੋਈ ਪ੍ਰਬੰਧ ਨਹੀਂ। ਉਹ ਜਿਹੜਾ 11,685 ਸਕੂਲ ਆ ਉਹਨੂੰ ਬਲੀ ਤੇ ਚੜਾਇਆ, ਮੈਂ ਇਹ ਕਹਾਂਗਾ ਉਹਨੂੰ ਬਲੀ ਤੇ ਚੜਾਇਆ। ਜਸਟ ਬਿਫੋਰ ਆਈ ਗੋ ਇਨਟੂ ਦ ਬ੍ਰੇਕ, ਦਿਸ ਇਜ਼ ਦ ਕੁਐਸਚਨ ਕਿ ਅਜੇ ਤਿਆਰੀ ਪੂਰੀ ਨਹੀਂ ਸੀ, ਸਮਾਨ ਪੂਰਾ ਨਹੀਂ ਮਿਲਿਆ, ਬਜਟ ਸਰਕਾਰ ਕਹਿ ਰਹੀ ਹੈ ਕਿ ਅਸੀਂ ਨਹੀਂ ਦੇਵਾਂਗੇ, ਹੌਲੀ ਹੌਲੀ ਕਰ ਦਿਆਂਗੇ, ਅਜੇ 1000 ਰੁਪਏ ਨਾਲ ਕੰਮ ਚਲਾ ਲਓ ਤੁਸੀਂ। ਇਹਦੇ ਵਿੱਚ ਜਿੱਥੇ ਆਲਰੇਡੀ ਬੱਚੇ ਬਹੁਤ ਨੇ, ਉੱਥੇ ਬਹੁਤ ਸਾਰੇ ਬੱਚੇ ਹੋਰ ਛੋਟੇ ਹੋਰ ਆ ਜਾਣਗੇ, ਤੇ ਜਿਹੜੇ ਹਾਲਾਤ ਨਜ਼ਰ ਆ ਰਹੇ ਨੇ ਸਾਹਮਣੇ, ਉਹਦੇ ਵਿੱਚ ਟੀਚਰ ਇੱਕ ਦਿਨ ਲਈ ਵੀ ਕਿਵੇਂ ਮੰਨ ਗਏ? ਇੱਕ ਦਿਨ ਲਈ ਮੈਂ ਆਪਣਾ ਬੱਚਾ ਤੁਹਾਡੇ ਕੋਲ ਛੱਡਣਾ ਹੋਵੇ 3.5 ਸਾਲ ਦਾ, ਤੇ ਆਈ ਵੁੱਡ ਜੱਜ ਯੂ, ਮੈਂ ਅਸੈਸ ਕਰਾਂਗਾ, ਮੇਰਾ ਪੜੋਸੀ ਬਹੁਤ ਅੱਛਾ ਵਿਅਕਤੀ ਹੋ ਸਕਦਾ ਹੈ ਕਿ ਕੀ 3.5 ਸਾਲ ਦਾ ਬੱਚਾ ਹੈਂਡਲ ਕਰਨ ਦੀ ਉਹਦੀ ਕਪੈਸਿਟੀ ਹੈ, ਉਹਦੀ ਟ੍ਰੇਨਿੰਗ ਹੈ, ਉਹਦਾ ਮਾਈਂਡਸੈਟ ਹੈ। ਇਹ ਬਿਨਾਂ ਟੈਸਟ ਕੀਤਿਆਂ 13,185 ਸਕੂਲਾਂ ਦੇ ਵਿੱਚ ਤੁਸੀਂ ਬੱਚੇ ਭੇਜ ਦਿੱਤੇ ਤੇ ਟੀਚਰ ਕਹਿ ਰਹੇ ਨੇ ਕਰਾਓ, ਗੁਰਦੁਆਰੇ 'ਚੋਂ ਅਨਾਉਂਸਮੈਂਟਾਂ ਕਰਾ ਦਿਓ, ਗਲੀ ਜਾਓ ਜੀ, ਅਸੀਂ ਘਰ ਜਾਵਾਂਗੇ, ਅਸੀਂ ਕਹਾਂਗੇ ਲੋਕਾਂ ਨੂੰ ਉਹ ਬੱਚੇ ਸਾਡੇ ਕੋਲ ਭੇਜ ਦਿਓ, ਕਿਉਂਕਿ ਸਾਡੀ ਕੋਈ ਤਿਆਰੀ ਨਹੀਂ ਹੈ, ਪਰ ਤੁਸੀਂ ਭੇਜ ਦਿਓ। ਅਸੀਂ ਇੰਨਾ ਅੱਛਾ ਕੰਮ ਜੋ ਕਰ ਰਹੇ ਹਾਂ ਅਸੀਂ ਬਿਲਕੁਲ ਸਾਰੇ ਇਹ ਗੱਲ ਨਹੀਂ ਬਿਲਕੁਲ ਵੀ ਕਿਤੇ ਗੁਰਦੁਆਰੇ 'ਚ ਅਨਾਉਂਸਮੈਂਟਾਂ ਹੋਈਆਂ ਕਿ ਨਹੀਂ ਹੋਈਆਂ, ਲੱਖਾਂ ਦੀ ਗਿਣਤੀ 'ਚ ਬੱਚੇ ਗਏ ਹੈ ਕਿ ਨਹੀਂ ਗਏ? ਦੇਖੋ ਟੀਚਰ ਮੁਲਾਜ਼ਮ ਸਰਕਾਰ ਦਾ ਫੈਸਲਾ ਹੈ, ਸੈਕਟਰੀ ਸਾਹਿਬ ਦਾ ਫੈਸਲਾ ਹੈ, ਉਹਨੂੰ ਫੈਸਲੇ ਨੂੰ ਲਾਗੂ ਕਰਨ ਵਾਸਤੇ ਅਸੀਂ ਇਹ ਕੀਤਾ, ਪਰ ਨਾਲ ਅਸੀਂ ਮੰਗ ਕੀਤੀ, ਤੁਸੀਂ ਅਗਲੀ ਗੱਲ ਵੀ ਸੁਣੋ ਨਾ, ਅਸੀਂ ਤਾਂ ਇਹ ਮੰਗ ਕੀਤੀ ਕਿ ਇਹਨਾਂ ਬੱਚਿਆਂ ਲਈ ਨਰਸਰੀ ਟੀਚਰ ਮੰਗ ਸ਼ਾਇਦ ਕੱਲ ਸ਼ਾਮੀ 4 ਵਜੇ ਤੱਕ ਤੁਹਾਡੀ ਪੂਰੀ ਹੋ ਜਾਏ, ਜੇ ਕੱਲ ਨਹੀਂ ਹੋਈ ਤੇ ਫਿਰ ਨਰਸਰੀ ਟੀਚਰ ਦਾ ਹੋਣਾ, 2022 ਟੀਚਰ ਦਾ ਹੋਣਾ ਤੱਕ ਹੋ ਜਾਏਗੀ, ਜਾਂ 2026 ਟੀਚਰ ਦਾ ਹੋਣਾ ਜ਼ਰੂਰੀ ਹੈ, ਕੇਅਰ ਟੇਕਰ ਦਾ ਹੋਣਾ ਜ਼ਰੂਰੀ ਹੈ। ਉਹ ਤਾਂ ਆਲਰੇਡੀ ਇਨਰੋਲ, ਨਵਾਂ ਕੋਈ ਬੱਚਾ ਆਇਆ ਉਹ ਦੱਸੇ ਨਾ, ਉਹ ਦੱਸੋ। ਕੋਈ ਬੱਚਾ ਪ੍ਰਾਈਵੇਟ ਸਕੂਲ ਚੋਂ ਹਟਾ ਕੇ ਲੈ ਕੇ ਆਇਆ ਹੋਵੇ, ਕੋਈ ਅਧਿਆਪਕ ਆਪਣਾ ਬੱਚਾ ਹਟਾ ਕੇ ਲੈ ਕੇ ਆਇਆ ਹੋਵੇ, ਕੋਈ ਸਰਕਾਰੀ ਕਰਮਚਾਰੀ ਆਪਣਾ ਬੱਚਾ ਪ੍ਰਾਈਵੇਟ ਸਕੂਲ ਚੋਂ ਹਟਾ ਕੇ ਨਰਸਰੀ LKG 'ਚ ਐਡਮਿਟ ਕਰਾਇਆ ਹੋਵੇ, ਜਿਨ ਬੱਚਿਆਂ ਦੇ ਉਹਨਾਂ ਨੇ ਐਡਮਿਸ਼ਨ ਕੀਤੇ ਆ ਉਹ ਤਾਂ ਆਲਰੇਡੀ WCD 'ਚ ਇਨਰੋਲ ਨੇ। ਇੱਕ ਵੀ ਬੱਚਾ ਨਵਾਂ ਦਾਵਾ ਕਰ ਦੇਵੇ ਐਜੂਕੇਸ਼ਨ ਡਿਪਾਰਟਮੈਂਟ, ਇਹਨੂੰ ਚੀਟਿੰਗ ਕਹਿੰਦੇ ਆ ਸਰ। ਚੀਟਿੰਗ ਨਹੀਂ ਜੀ, ਤੁਸੀਂ ਆਲਰੇਡੀ ਇਨਰੋਲ ਨੇ, ਚੀਟਿੰਗ ਹੈ, ਇਹ ਬਿਲਕੁਲ ਓਵਰਲੈਪਿੰਗ ਹੈ ਸਰ। ਓਵਰਲੈਪਿੰਗ ਇਜ਼ ਵਾਟ? ਨਕਲ ਕਰ ਰਹੇ ਸਾਰੇ। 100 ਰੁਪਏ ਦਾ ਨੋਟ ਮੇਰੀ ਜੇਬ 100 ਰੁਪਏ ਦਾ ਨੋਟ ਤੁਹਾਡੇ ਕੋਲ ਹੈ, ਮੈਡਮ ਮੈਨੂੰ ਮੇਰੇ ਚੋਂ ਬਦਲ ਕੇ ਅਸੀਂ ਤਾਂ ਇਸ ਗੱਲ ਲਈ ਨਹੀਂ ਨਾ, ਅਸੀਂ ਤਾਂ ਇਹ ਗੱਲ ਕਹੀ ਆ, ਮਤਲਬ ਇੱਕ ਵੀ ਬੱਚਾ ਨਵਾਂ ਦੱਸ ਦੇਵੇ ਐਜੂਕੇਸ਼ਨ ਡਿਪਾਰਟਮੈਂਟ ਕਿ ਆਹ ਬੱਚਾ ਮੈਂ ਹਟਾ ਕੇ ਲਿਆਇਆ, ਇਹ ਬੱਚਾ ਫਲਾਣੇ ਸਕੂਲ 'ਚ ਪੜ੍ਹਦਾ ਸੀ। ਪ੍ਰੋਬਲਮ ਹੈ ਨਾ, ਜੇ ਪ੍ਰੋਬਲਮ ਇਹ ਹੈ ਕਿ ਉਹਨਾਂ ਦੇ ਬੱਚਿਆਂ ਬਾਰੇ ਗੱਲ ਹੋ ਰਹੀ ਹੈ, ਉਹਨਾਂ ਦੇ ਬੱਚਿਆਂ ਬਾਰੇ ਗੱਲ ਹੋ ਰਹੀ ਹੈ ਜਿਹਦੀ ਕੋਈ ਆਵਾਜ਼ ਨਹੀਂ, ਬਸ ਜਿਹੜਾ ਟੀਵੀ ਸਟੂਡੀਓ 'ਚ ਆ ਕੇ ਆਪਣਾ ਪੱਖ ਨਹੀਂ ਰੱਖ ਸਕਦਾ, ਜਿਹੜਾ ਅਖਬਾਰਾਂ 'ਚ ਜਾ ਕੇ ਆਪਣਾ ਲਿਖ ਕੇ ਨਹੀਂ ਦੇ ਸਕਦਾ, ਇਹ ਉਹਨਾਂ ਦੇ ਬੱਚਿਆਂ ਦਾ ਬ੍ਰੇਕ ਲਈ ਰੁਕਣਾ ਪੈ ਰਿਹਾ ਹੈ। ਸੈਕੰਡ ਗੱਲ ਇਹ ਹੈ, ਇਹਦੇ ਨਾਲ ਹੀ ਜੁੜੀ ਹੋਈ, ਪਿਛਲੇ ਸਾਲ ਜਿਹੜੀਆਂ ਮਿਡ ਡੇ ਮੀਲ ਕੁੱਕ ਨੇ ਉਹਨਾਂ ਦੀ ਵੀ ਆਵਾਜ਼ ਘੱਟ ਹੈ, ਕਿਉਂਕਿ ਉਹ ਵੀ ਇੱਕ ਹਿੱਸਾ ਨੇ, ਉਹਦੀ ਵੀ ਨੌਕਰੀ ਜਾਣੀ ਹੈ ਨਾ, ਉਹਦਾ ਵੀ ਸਾਰਾ ਕੁਝ ਜਾਣਾ, ਜਿਹੜਾ ਕੋਈ ਗੱਲ ਨਹੀਂ ਹੋ ਰਹੀ ਕਿਤੇ। ਉਹਨਾਂ ਨੇ 8 ਜ਼ਿਲ੍ਹਿਆਂ ਦੇ 66 ਸਕੂਲਾਂ ਦਾ ਇੱਕ ਸਰਵੇ ਕੀਤਾ, 8 ਜ਼ਿਲ੍ਹਿਆਂ ਦੇ 66 ਸਕੂਲਾਂ ਦਾ ਸਰਵੇ ਕੀਤਾ, ਤੇ ਉਹਦੇ ਚੋਂ 65% ਬੱਚੇ ਘਰੋਂ ਬ੍ਰੇਕਫਾਸਟ ਵੀ ਨਹੀਂ ਕਰਕੇ ਆਉਂਦੇ ਸੀ। ਇਹ ਪੰਜਾਬ ਦੇ ਬੱਚੇ, ਇਹ ਪੰਜਾਬ ਦੇ ਬੱਚੇ ਨੇ, ਔਰ ਇਹ ਉਹਨੇ ਉਹਨਾਂ ਦੀਆਂ ਮਾਵਾਂ ਕਿਸੇ ਦਾ ਗੋਹਾ ਕੂੜਾ ਕਰਨ ਚਲੀਆਂ ਜਾਂਦੀਆਂ ਨੇ, ਉਹਨਾਂ ਦੀਆਂ ਮਾਵਾਂ ਕਿਸੇ ਦੇ ਭਾਂਡੇ ਮਾਂਜਣ ਵਗ ਜਾਂਦੀਆਂ ਨੇ, ਉਦੋਂ ਨਹੀਂ ਹੁੰਦਾ।
ਔਰ ਇਹ ਸੈਂਸਿਟੀਵਿਟੀ ਦਾ ਲੈਵਲ ਹੈ, ਸੰਵੇਦਨਸ਼ੀਲਤਾ ਦਾ। ਪੰਜਾਬ ਦੇ ਵਿੱਚ ਤਾਂ ਮਿਡ ਡੇ ਮੀਲ ਦੀ ਬਹੁਤ ਲੋਕ ਇਹ ਗੱਲ ਕਰਦੇ ਨੇ ਪੰਜਾਬ ਤਾਂ ਲੋੜ ਹੀ ਨਹੀਂ ਹੈ, ਇਹ ਤਾਂ ਸਾਰੇ ਦੇਸ਼ ਦਾ ਢਿੱਡ ਭਰਦਾ। ਅਸੀਂ ਉਹਨਾਂ ਦੇ ਘਰਾਂ ਤੱਕ ਅਜੇ ਨਜ਼ਰ ਨਹੀਂ ਮਾਰੀ, ਝਾਤੀ ਨਹੀਂ ਮਾਰੀ, ਤੇ ਉਹ ਇਹ ਸ਼ਾਇਦ ਉਹ ਮਿਡ ਡੇ ਮੀਲ ਕੁੱਕ ਨੇ ਇਸੇ ਕਰਕੇ ਕੀਤਾ। ਇਹਦੇ ਨਾਲ ਇੱਕੋ ਹੀ ਗੱਲ ਜੋੜਦਾ ਇਹ ਕਿ ਪਿਛਲੇ ਸਾਲ ਦਾ ਵੀ 2016-17 ਦਾ ਵੀ 28 ਕਰੋੜ ਰੁਪਈਆ ਅਜੇ ਮਿਡ ਡੇ ਮੀਲ ਦਾ ਜਾਰੀ ਨਹੀਂ ਹੋਇਆ, ਪਿਛਲੇ ਸਾਲ ਦਾ ਵੀ, ਐਤਕੀ ਦਾ ਛੱਡ ਦਿਓ। ਤੇ ਉਹ ਬੱਚੇ ਅੱਧੇ ਭੁੱਖੇ ਹੋਣਗੇ, ਕਿਵੇਂ ਹੋਣਗੇ, ਕੀ ਹਾਲਤ ਹੈ ਗਰਾਊਂਡ ਦੀ, ਕਿਸੇ ਨੇ ਕੋਈ ਕੀ ਸਰਵੇ ਕੀਤਾ ਨਹੀਂ। ਜਿਹੜਾ ਮੈਲ ਨਿਊਟ੍ਰੀਸ਼ਨ ਦਾ ਕੁਐਸਚਨ ਹੈ ਇਹ ਤਾਂ 6 ਤੋਂ 13-14 ਸਾਲ ਚ ਵੀ ਇਹ ਖੜਾ ਹੈ। ਚਾਲ ਸਾਹਿਬ ਨੇ ਐਜੀਟੇਸ਼ਨ ਕਰਨੀ ਹੈ, ਵੱਡੇ ਪੱਧਰ ਦੇ ਉੱਤੇ ਇਹਦੇ ਤੇ ਵੀ ਐਜੀਟੇਸ਼ਨ ਸਟਾਰਟ ਹੋਣ ਗਿਆ, ਪਰ ਫਿਲਹਾਲ ਮੈਨੂੰ ਰੁਕਣਾ ਪੈ ਰਿਹਾ ਸਿਰਫ ਇਹ ਗੱਲ ਕਹਿ ਕੇ ਜੀ, ਜਿਹੜੀ ਤੁਸੀਂ ਪੁਆਇੰਟ ਆਊਟ ਕੀਤੀ ਹੈ ਕਿ ਇਸ ਡਿਬੇਟ ਦੇ ਵਿੱਚ ਵੀ ਜਿਹੜੀ ਲਾਰਜਲੀ ਗੱਲਬਾਤ ਹੈ ਉਹ ਆਂਗਨਵਾੜੀ ਵਰਕਰਾਂ ਤੇ ਟੀਚਰਾਂ ਤੇ ਸਕੂਲਾਂ ਬਾਰੇ ਹੋ ਰਹੀ ਹੈ। ਅਜੇ ਬੱਚਿਆਂ ਬਾਰੇ ਜਿਹੜੀ ਗੱਲਬਾਤ ਹੈ, ਵੂ ਆਰ ਦਾ ਸਟੇਕ ਹੋਲਡਰਸ ਜਿਹੜੇ ਬੋਲ ਨਹੀਂ ਸਕਦੇ, ਜਿਨ੍ਹਾਂ ਨੂੰ ਆਪਣੀ ਗੱਲ ਕਹਿਣੀ ਨਹੀਂ ਆਉਂਦੀ, ਉਹ ਲੋਕ ਜਿਹੜੇ ਟੀਵੀ ਸਟੂਡੀਓ ਤੱਕ ਨਹੀਂ ਆਉਂਦੇ, ਜਿਨ੍ਹਾਂ ਦੇ ਉਹ ਬੱਚੇ ਨੇ, ਕਿਉਂਕਿ ਅੰਤ ਨੂੰ ਬੱਚੇ ਉਹ ਗਰੀਬ ਗੁਰਬੇ ਦੇ ਹੀ ਨੇ ਜਿਨ੍ਹਾਂ ਨੇ ਆਪਣੇ ਸਿਰ ਦੇ ਉੱਤੇ ਸਰਕਾਰੀ ਸਕੂਲਾਂ ਦੇ ਟੀਚਰਾਂ ਦੀਆਂ ਨੌਕਰੀਆਂ ਜਿਹੜੀਆਂ ਉਹ ਆਪਣੇ ਮੋਢਿਆਂ ਤੇ ਬਰਕਰਾਰ ਰੱਖੀਆਂ ਹੋਈਆਂ ਨੇ। ਇਹ ਤੇ ਚਰਚਾ ਇਸ ਬ੍ਰੇਕ ਤੋਂ ਬਾਅਦ। ਸੁਖਵਿੰਦਰ ਚਾਲ ਜੀ, ਤੁਸੀਂ ਤੇ ਅਧਿਆਪਕ, ਇਹ ਵੀ ਗੱਲ ਇੰਟਰਸਟਿੰਗ ਤੁਹਾਡੇ ਤੋਂ ਪੁੱਛਣੀ ਕਿ ਅਧਿਆਪਕਾਂ ਦੇ ਬੱਚੇ ਜਿਹੜੇ ਸਕੂਲ ਵਿੱਚ ਆਲਰੇਡੀ ਪੜ੍ਹਾਉਂਦੇ ਅਧਿਆਪਕ ਨੇ, ਉਹਨਾਂ ਦੇ ਬੱਚੇ ਜਿਹੜੇ ਉਹ ਅਧਿਆਪਕ ਨੇ ਜਿਹੜੇ 50,000 60,000 70,000 ਰੁਪਏ ਤਨਖਾਹ ਲੈਂਦੇ ਨੇ, ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਕਿਉਂ ਨਹੀਂ ਜਾਂਦੇ ਤੇ ਉਹਨਾਂ ਪ੍ਰਾਈਵੇਟ ਸਕੂਲਾਂ ਵਿੱਚ ਕਿਉਂ ਜਾਂਦੇ ਨੇ ਜਿੱਥੇ ਅਧਿਆਪਕ ਐਕਸਪਲੋਇਟਡ ਨੇ, ਜਿੱਥੇ ਅਧਿਆਪਕ 5,000 10,000 12,000 ਰੁਪਏ ਦੇ ਉੱਤੇ ਨੌਕਰੀਆਂ 'ਚ ਰੱਖੇ ਹੁੰਦੇ ਨੇ? ਬਿਲਕੁਲ, ਜਿਹੜਾ ਤੁਸੀਂ ਸਵਾਲ ਕਰ ਰਹੇ ਆ, ਅਸੀਂ ਅੱਜ ਅਸੀਂ ਪਹਿਲੇ ਦਿਨ ਤੋਂ 1991 ਚ ਡਾਕਟਰ ਸਾਹਿਬ ਦਾ ਲੇਖ ਆ ਕਲਿਆਣਕਾਰੀ ਰਾਜ ਉਦਾਰੀਕਰਨ ਮੁਲਾਜ਼ਮਾਂ ਤੇ ਪ੍ਰਭਾਵ ਤੇ ਚੁਣੌਤੀਆਂ, ਤੋਂ ਤੁਸੀਂ ਲੜ ਰਹੇ ਹੋ। 1990-91 ਤੋਂ ਇਹ ਜਿਹੜੀ ਨੀਤੀ ਆਈ ਆ, 1990-91 ਦੇ ਵਿੱਚ ਪੰਜਾਬ ਦੇ ਵਿੱਚ 2 ਕਰੋੜ 2 ਲੱਖ ਆਬਾਦੀ ਸੀਗੀ ਤੇ ਮੁਲਾਜ਼ਮਾਂ ਦੀ ਗਿਣਤੀ 5 ਲੱਖ ਤੋਂ ਉੱਪਰ ਸੀ। ਉਸ ਤੋਂ ਬਾਅਦ 1990 ਤੋਂ ਬਾਅਦ 2006 ਦੇ ਵਿੱਚ ਪਬਲਿਕ ਆ ਉਹਦੀ ਜਿਹੜੀ ਗਿਣਤੀ ਆ 2 ਕਰੋੜ ਤੋਂ 2 ਕਰੋੜ 67 ਲੱਖ ਹੋ ਗਈ ਤੇ ਸਕੂਲਾਂ ਦੀ ਮਤਲਬ ਜਿਹੜੀ ਗਿਣਤੀ ਆ, ਮੁਲਾਜ਼ਮਾਂ ਦੀ ਜਿਹੜੀ ਗਿਣਤੀ ਆ ਉਹ ਵੱਧ ਕੇ 7 ਲੱਖ ਹੋਣੀ ਚਾਹੀਦੀ ਸੀ। ਉਲਟਾ ਉਹਨੂੰ ਪੁੱਠਾ ਗੇੜਾ ਦਿੱਤਾ ਗਿਆ ਆਰਥਿਕ ਨੀਤੀਆਂ ਦੇ ਤਹਿਤ, ਉਹ 5 ਲੱਖ ਰਹਿ ਗਈ ਤੇ ਸਕੂਲਾਂ ਦੇ ਵਿੱਚੋਂ ਪਹਿਲਾਂ ਬੱਚਾ ਨਹੀਂ ਗਾਇਬ ਹੋਇਆ, ਸਕੂਲਾਂ ਦੇ ਵਿੱਚੋਂ ਪਹਿਲਾਂ ਅਧਿਆਪਕ ਗਾਇਬ ਕੀਤਾ ਗਿਆ। ਜਦੋਂ ਸਕੂਲਾਂ ਦੇ ਵਿੱਚੋਂ ਅਧਿਆਪਕ ਗਾਇਬ ਹੋਏਗਾ, ਇੱਕੋ ਜਿਹਾ ਸਿਲੇਬਸ ਨਹੀਂ ਹੋਊਗਾ, ਇੱਕੋ ਜਿਹਾ ਪੈਟਰਨ ਨਹੀਂ ਹੋਊਗਾ, ਇੱਕੋ ਜੀ ਮਤਲਬ ਇੱਕੋ ਜੀ ਏਜ ਲਿਮਟ ਨਹੀਂ ਹੋਊਗੀ, ਤਾਂ ਮਤਲਬ ਸਰਕਾਰੀ ਟੀਚਰ ਆ ਜਿਹੜਾ ਉਹਦੇ ਕੋਲ ਕਿਹੜੀ ਇਹੀ ਜੀ ਸਹਾਨੂਭੂਤੀ ਆ ਜਿਹਦੇ ਨਾਲ ਉਹ ਮਤਲਬ ਲੈਟ ਮੀ ਨਾਟ ਟ੍ਰਾਂਸਲੇਟ ਯੂ, ਹੈ ਨਾ, ਮੈਂ ਜਲਦੀ ਨਾਲ ਸਮਝ ਲਾਂ ਤੁਸੀਂ ਕੀ ਕਹਿ ਰਹੇ ਹੋ। ਤੁਸੀਂ ਇਹ ਕਹਿ ਰਹੇ ਹੋ ਅਧਿਆਪਕਾਂ ਦਾ ਤੇ ਕੋਈ ਕਸੂਰ ਹੀ ਨਹੀਂ ਹੈ ਜੀ, ਅਧਿਆਪਕ ਤੇ ਬੜਾ ਹੀ ਅੱਛਾ ਕੰਮ ਕਰ ਰਹੇ ਨੇ, ਸਰਕਾਰ ਬੜੀ ਖਰਾਬ ਨਿਕਲੀ ਹੈ, ਉਹਨੇ ਸਕੂਲਾਂ ਦਾ ਇਹ ਹਾਲ ਕਰ ਦਿੱਤਾ ਹੈ, ਅਸੀਂ ਤੇ ਹੁਣ ਬੜੀ ਕਿਰਪਾ ਕਰ ਰਹੇ ਹਾਂ, ਅਸੀਂ ਅਜੇ ਵੀ ਸਰਕਾਰੀ ਸਕੂਲ ਲਈ ਲੜ ਰਹੇ ਹਾਂ। ਦੇਖੋ, ਸਰਕਾਰੀ ਅਧਿਆਪਕ ਦੀ ਕੁਰਬਾਨੀ ਦਾ ਕੋਈ ਮੁੱਲ ਪਾਓ, ਭਾਵੇਂ ਉਹਦੇ ਬੱਚੇ ਵੀ ਉਸ ਸਕੂਲ ਵਿੱਚੋਂ ਨਹੀਂ ਜਾਂਦੇ ਜਿੱਥੇ ਉਹ ਪੜ੍ਹਾਉਂਦਾ ਹੈ, ਤੇ ਦਰਅਸਲ ਸਮਾਜ ਦਾ ਸਾਰਾ ਭਾਰ ਉਹ ਆਪਣੇ ਮੋਢਿਆਂ ਤੇ ਚੱਕੀ ਬੈਠਾ, ਤੇ ਇਸ ਕਰਕੇ ਹੁਣ ਉਹ ਬਿਨਾਂ 1 ਰੁਪਈਆ ਐਕਸਟਰਾ ਲਿਆ ਪ੍ਰਾਇਮਰੀ ਦੇ ਬੱਚਿਆਂ ਨੂੰ, ਨਰਸਰੀ ਦੇ ਬੱਚਿਆਂ ਨੂੰ, LKG UKG ਦੇ ਬੱਚਿਆਂ ਨੂੰ, ਜਿਨ੍ਹਾਂ ਨੂੰ ਛੂ ਪੋਟੀ ਕਿੱਦਾਂ ਕਹਿਣਾ ਹੈ ਕਿ ਜਾਣਾ ਹੈ, ਉਹ ਵੀ ਅਜੇ ਨਹੀਂ ਆਉਂਦਾ, ਉਹ ਵੀ ਭਾਰ ਆਪਣੇ ਸਿਰ ਤੇ ਲੈ ਰਹੇ ਆ, ਭਾਵੇਂ ਉਹ ਆਂਗਨਵਾੜੀ ਵਰਕਰਾਂ ਦਾ ਕੰਮ ਹੈ। ਨਹੀਂ, ਗਵਰਨਮੈਂਟ ਟੀਚਰ ਯੂਨੀਅਨ ਨੇ ਬਿਲਕੁਲ ਨਹੀਂ ਲਿਆ। ਅਸੀਂ ਕਿਹਾ ਹੈ ਕਿ ਨਰਸਰੀ ਕਲਾਸਾਂ ਚਲਾਓ, ਨਰਸਰੀ ਕਲਾਸਾਂ ਚ ਚਲਾਉਣੀਆਂ ਹੈ। ਨੋ ਸਰ, ਯੂ ਡਿਡ ਨਾਟ ਸੇ ਦੈਟ। ਤੁਸੀਂ ਇਹ ਕਿਹਾ ਮੇਰੇ ਕੋਲ ਚਾਹੇ ਇੱਕ ਵੀ ਇਹਦੇ ਬਾਰੇ ਸਹੂਲਤ ਨਹੀਂ ਹੈ, ਬੱਚੇ ਭੇਜ ਦਿਓ। ਦੇਖੋ, ਪਾਰਟ ਟਾਈਮ ਇਹ ਆ, ਅਸੀਂ ਪਹਿਲੇ ਦਿਨ ਤੋਂ ਇਹ ਗੱਲ ਕਹੀ ਆ, ਤੁਸੀਂ ਸਾਡੇ ਰਾਣੀ ਜੀ ਉਹ ਬੱਚੇ ਤੁਹਾਡੇ ਕੋਲ ਨੇ, ਉਹ ਬੱਚੇ ਤੁਹਾਡੇ ਕੋਲ ਨੇ, ਕੀ ਅਧਿਆਪਕਾਂ ਨੇ ਕਿਹਾ? ਲੈਟ ਮੀ ਆਸਕ ਸਰ, ਜੇ ਮੇਰੇ ਸਵਾਲ ਦੇਖੋ ਸਰ, ਇਹ ਅਧਿਆਪਕਾਂ ਨੇ ਇਹ ਕਿਹਾ ਕਿ ਇਹ ਸਾਰੀਆਂ ਸਹੂਲਤਾਂ ਆਂਗਨਵਾੜੀ ਵਿੱਚ ਪਹਿਲਾਂ ਤੋਂ ਹੀ ਹਨ ਤੇ ਉਹ ਆਂਗਨਵਾੜੀ ਵਰਕਰ ਠੀਕ ਕੰਮ ਕਰ ਰਹੇ ਹਨ, ਜਾਂ ਅਧਿਆਪਕਾਂ ਨੇ ਕਿਹਾ ਕਿ ਆਂਗਨਵਾੜੀ ਵਰਕਰਾਂ ਵਾਲੀਆਂ ਸਾਡੇ ਕੋਲ ਚਾਹੇ ਸਹੂਲਤਾਂ ਨਹੀਂ, ਬੱਚੇ ਸਾਡੇ ਕੋਲ ਭੇਜ ਦਿਓ? ਦੇਖੋ, ਐਦਾਂ ਦੀ ਕੋਈ ਸਟੇਟਮੈਂਟ ਕਿਸੇ ਵੱਲੋਂ ਅਸੀਂ ਸੁਣੀ ਨਹੀਂ, ਦੇਖੀ ਨਹੀਂ, ਪੜ੍ਹੀ ਨਹੀਂ। ਜੇ ਇਹ ਕਿਹਾ ਹੋਵੇ ਕਿ ਬੱਚੇ ਆਲਰੇਡੀ ਪ੍ਰੀ ਸਕੂਲ ਐਜੂਕੇਸ਼ਨ ਲੈ ਰਹੇ ਨੇ ਔਰ ਪਿਛਲੇ 10 ਸਾਲ ਤੋਂ ਅਸੀਂ ਦੇ ਰਹੇ ਜੀ, ਪਿਛਲੇ 10 ਸਾਲ ਤੋਂ ਪ੍ਰੀ ਸਕੂਲ ਐਜੂਕੇਸ਼ਨ ਦਾ ਸਾਡੇ ਕੋਲ ਇੱਕ ਸਿਸਟਮ ਹੈ, ਪਾਰਟ ਹੈ ਸਾਡਾ ਪ੍ਰੀ ਸਕੂਲ ਐਜੂਕੇਸ਼ਨ ਦਾ। ਰਾਣੀ ਜੀ, ਜਿਹੜੇ ਇਹਦੇ ਲਈ ਟ੍ਰੇਨਡ ਨੇ, ਉਹ ਜਿਹੜੀ ਐਜੂਕੇਸ਼ਨ ਦੇ ਰਹੇ ਸੀ ਉਹ ਪ੍ਰੋਬਲਮੈਟਿਕ ਸੀ, ਤੇ ਜਿਹੜੇ ਤੁਸੀਂ ਟ੍ਰੇਨਡ ਨਹੀਂ ਹੈਗੇ ਉਹ ਜਿਹੜੀ ਐਜੂਕੇਸ਼ਨ ਦਿਓਗੇ ਉਹ ਵਧੇਰੇ ਅੱਛੀ ਹੋਵੇਗੀ। ਰਿਸਪੌਂਡ ਟੂ ਦਿਸ। ਦੇਖੋ ਜੀ, ਜਿਹੜੇ 3 ਤੋਂ ਲੈ ਕੇ 6 ਸਾਲ ਦੇ ਬੱਚੇ, ਆਰ ਯੂ ਟ੍ਰੇਨਡ ਫॉर ਇਟ? ਅਸੀਂ ਤਾਂ ਇਹ ਮੰਗ ਰਹੇ ਹਾਂ ਜੀ ਵੀ ਸਾਨੂੰ ਨਰਸਰੀ ਟੀਚਰ ਦਿਓ ਜੀ। ਅਸੀਂ ਟ੍ਰੇਨਡ ਨਹੀਂ ਹੈਗੇ। ਦੋ ਸੌਖੇ ਸਵਾਲ, ਮੈਂ ਛੋਟੇ ਸੌਖੇ ਹੁੰਦੇ ਨੇ, ਸਾਨੂੰ ਸਾਰਿਆਂ ਨੂੰ ਸਮਝ ਆ ਜਾਣਗੇ। ਆਰ ਯੂ ਟ੍ਰੇਨਡ ਫॉर ਇਟ? ਕੀ ਤੁਹਾਨੂੰ ਇਹਦੇ ਲਈ ਕੋਈ ਟ੍ਰੇਨਿੰਗ ਮਿਲੀ ਹੈ? ਨਹੀਂ, ਸਾਨੂੰ ਕੋਈ ਟ੍ਰੇਨਿੰਗ ਨਹੀਂ ਨਰਸਰੀ ਦੀ। ਓਕੇ, ਕੀ ਬੱਚੇ ਆਲਰੇਡੀ ਤੁਹਾਡੇ ਕੋਲ ਆ ਗਏ ਨੇ?
ਬੱਚੇ ਸਾਡੇ ਕੋਲੇ ਆ ਰਹੇ ਆ ਜੀ ਸਰ। ਲੱਖਾਂ ਬੱਚੇ ਤੁਹਾਡੇ ਕੋਲ ਨੇ ਜਿਨ੍ਹਾਂ ਨੂੰ ਹੈਂਡਲ ਕਰਨ ਦੀ ਤੁਹਾਡੀ ਟ੍ਰੇਨਿੰਗ ਦੀ। ਤੁਸੀਂ ਤੇ ਇੱਕ ਬੱਚਾ ਕਿਸੇ ਦੇ ਘਰ ਦਿਓ ਤੇ ਬੰਦਾ ਸ਼ਾਮ ਨੂੰ ਲੜਨ ਆ ਜਾਂਦਾ ਕਿ ਮੇਰਾ ਬੱਚਾ ਉਸ ਕਰਕੇ ਉਹ ਇਹਦੇ ਚ ਪ੍ਰੋਬਲਮ ਬੱਚੇ ਲੈ ਕੇ ਆਏ ਅਸੀਂ ਨਾਲ ਮੰਗ ਕਰ ਰਹੇ ਹਾਂ ਕਿ ਨਰਸਰੀ ਟੀਚਰ ਦਿਓ ਜਾਂ ਆਂਗਨਵਾੜੀ ਵਰਕਰ ਔਰ ਕੇਅਰ ਟੇਕਰ ਦਿਓ ਸਾਨੂੰ ਉੱਥੇ। ਇਹਦੇ ਚ ਪ੍ਰੋਬਲਮ ਇਹ ਹੈ ਅਸੀਂ ਇਸ ਪੁਆਇੰਟ ਤੇ ਸਟਿਕ ਕਰ ਗਈ ਹੈ ਡਿਬੇਟ ਸਾਰੀ ਜਿਹੜੇ ਪੰਜਾਬ ਚ ਹੋ ਰਹੀ ਹੈ। ਬਈ ਦਿਸ ਇਜ਼ ਅ ਪ੍ਰੋਬਲਮ ਨਾ। ਨਹੀਂ ਪ੍ਰੋਬਲਮ ਨਹੀਂ ਹੈ। ਤੁਸੀਂ 1.5 ਲੱਖ ਬੱਚਾ ਲੈ ਕੇ ਬੈਠ ਗਏ ਜਿਨ੍ਹਾਂ ਨਾਲ ਗੱਲ ਕਰਨ ਦੀ ਤੁਹਾਡੇ ਕੋਲ ਟ੍ਰੇਨਿੰਗ ਨਹੀਂ ਹੈ। ਉਹ ਤਾਂ ਹੈਗਾ, ਉਹ ਟੈਕਨੀਕਲ ਨੁਕਤਾ ਆਪਣੀ ਜਗ੍ਹਾ ਠੀਕ ਵੀ ਹੈ। ਇਹ ਸਰਵਾਈਵਲ ਦਾ ਨੁਕਤਾ। ਕੱਲ ਨੂੰ ਇੱਕ ਬੱਚਾ ਸਕੂਲ ਵਿੱਚ ਗਿਰ ਜਾਂਦਾ ਹੈ, ਸਰਵਾਈਵਲ ਦਾ ਅਲੱਗ ਗੱਲ ਹੈ। ਇਹ ਅਪਰੋਚ ਹੀ ਰੌਂਗ ਹੈ। ਉਹ ਇਸ ਕਰਕੇ ਰੌਂਗ ਹੈ ਕਿ ਅਸੀਂ ਇਹ ਮੰਨ ਲਿਆ ਕਿ ਕਿਉਂਕਿ ਬੱਚਾ ਪ੍ਰਾਈਵੇਟ ਸਕੂਲਾਂ ਦਾ LKG UKG ਚਲਾ ਜਾਂਦਾ ਹੈ, ਇਸ ਕਰਕੇ ਸਰਕਾਰੀ ਸਕੂਲਾਂ 'ਚ ਬੱਚੇ ਘਟ ਗਏ। ਇਹ ਦਲੀਲ ਖੜੀ ਹੋ ਗਈ। ਇਹ ਆਪਣੇ ਆਪ 'ਚ ਰੌਂਗ ਸਟੇਟਮੈਂਟ। ਨਾਲੇ ਦਲੀਲ ਇਸ ਕਰਕੇ ਖੜੀ ਹੋਈ ਹੈ। ਉਹ ਕਿਉਂ ਗਲਤ ਹੈ? ਚੈਲ ਸਾਹਿਬ ਉਹ ਗਲਤ ਕਿਉਂ ਹੈ? ਸਵਾਲ ਤੁਹਾਡੇ ਲਈ ਹੈ। ਉਹ ਗਲਤ ਕਿਉਂ ਹੈ? ਉਹ ਗਲਤ ਇਸ ਕਰਕੇ ਹੈ ਕਿ ਕੇਵਲ ਉਹ ਬੱਚਾ ਚਾਹੇ ਜਿੱਥੇ ਮਰਜ਼ੀ ਰਹੇ ਉਹਦੇ ਕੋਲ ਤਾਂ 100 ਰੁਪਇਆ ਫੀਸ ਹੈ ਨਹੀਂ ਪ੍ਰਾਈਵੇਟ ਸਕੂਲ ਦੇ LKG ਨਰਸਰੀ 'ਚ ਭੇਜਣ ਜੋਗੀ। ਔਰ ਬਲਕਿ ਦੋ ਉਲਟ ਹੈ, ਜਿਹੜਾ ਕਦੇ ਕੋਸ਼ਿਸ਼ ਜਿਹਨੇ ਕਰ ਵੀ ਲਈ ਉਹਦਾ ਬੱਚਾ ਮੁੜ ਕੇ ਆ ਕੇ ਉੱਥੇ ਹੀ ਆ ਗਿਆ। ਯੂ نو ਵਾਟ ਯੂ ਆਰ ਸੇਇੰਗ। ਹਮੀਰ ਵਾਪਸ ਆ ਗਿਆ। ਤੁਹਾਡੇ ਕੋਲ ਉਹੀ ਬੱਚੇ ਗਣਾ ਸਕਦਾ, ਤੁਹਾਡੇ ਕੋਲ ਆਣਾ ਸੀ। ਸੈਂਕੜੇ ਬੱਚੇ ਗਣਾ ਸਕਦਾ ਜਿਹੜੇ ਬੱਚੇ ਉੱਥੇ ਆ ਗਏ ਵਾਪਸ। ਇਹ ਆਰਥਿਕ ਗਰੀਬੀ ਦੀ ਪ੍ਰੋਬਲਮ ਹੈ ਔਰ ਉਹਦੇ ਕੋਲ ਨਹੀਂ ਹੈ ਤਾਂ ਉਹ ਬੱਚਾ ਉੱਥੇ ਨਹੀਂ ਜਾ ਰਿਹਾ। ਅਧਿਆਪਕ ਇਹਨੂੰ ਐਕਸਪਲੋਇਟ ਕਰ ਰਹੇ। ਹਾਂ, ਇਹਦੇ ਅਸੀਂ ਰੌਂਗ ਟਾਈਪ ਦਾ ਆਪਣੀ ਜਿੱਥੇ ਫਾਲਟ ਹੈ ਸਰਕਾਰੀ ਸਕੂਲਾਂ ਬਾਰੇ ਪਰਸੈਪਸ਼ਨ ਇਹ ਪੂਰੀ ਤਰ੍ਹਾਂ ਬਣੀ ਹੋਈ ਹੈ ਕਿ ਉੱਥੇ ਪੜ੍ਹਾਈ ਨਹੀਂ ਹੁੰਦੀ। ਇਹ ਐਕਸਪਲੋਇਟੇਸ਼ਨ ਦਾ ਚਾਰਜ ਹੈ। ਹਮੀਦ ਜੀ ਦਾ ਕਹਿਣਾ ਤੁਹਾਡੇ ਕੋਲ ਤੁਸੀਂ ਹੁਣ ਵੀ ਪ੍ਰੀ ਪ੍ਰਾਇਮਰੀ 'ਚ ਵੀ ਬੱਚੇ ਉਹੀ ਲਿਆ ਰਹੇ ਹੋ ਜਿਨ੍ਹਾਂ ਨੇ ਵੈਸੇ ਹੀ ਪਹਿਲੀ ਕਲਾਸ 'ਚ ਤੁਹਾਡੇ ਕੋਲ ਆਣਾ ਸੀ। ਨਹੀਂ, ਇਸ ਟਾਈਮ ਸਿਚੁਏਸ਼ਨ ਇਹ ਹੈਗੀ ਆ ਜੀ, ਮੈਂ ਹਮੀਰ ਜੀ ਦੀ ਇਸ ਗੱਲ ਨਾਲ 100% ਸਹਿਮਤ ਹਾਂ ਕਿ ਸਮਾਜ ਦੇ ਵਿੱਚ ਐਕਸਪਲੋਇਟੇਸ਼ਨ ਹੋ ਰਹੀ ਆ, ਪਰ ਨਾਲ ਇਹਦੇ ਨਾਲ ਸਹਿਮਤ ਹੋ ਕਿ ਤੁਹਾਡੇ ਕੋਲ ਬੱਚਾ ਉਹੀ ਆ ਰਿਹਾ ਜਿਹਨੇ ਵੈਸੇ ਹੀ ਪਹਿਲੀ ਤੁਹਾਡੇ ਕੋਲ ਆਣਾ ਸੀ। ਇਹ ਨਹੀਂ ਕਹਿੰਦਾ ਹੈਗਾ ਜੀ। ਇਹੋ ਜਿਹਾ ਕੋਈ ਸਰਵੇ ਦਿਖਾ ਦਿਓ ਅਗਲੇ ਦਿਨਾਂ 'ਚ ਕਰ ਲੈਣ ਜੇਕਰ ਉਹਦੇ ਤੋਂ ਇਲਾਵਾ ਬੱਚਾ ਆ ਰਿਹਾ। ਆਂਗਨਵਾੜੀ ਦਾ ਸਾਰਾ ਬੱਚਾ ਸਰਕਾਰੀ ਸਕੂਲ 'ਚ ਹੀ ਜਾਂਦਾ ਹੈ। ਸਾਡੇ ਨਾਲ ਉਹੀ ਤੁਹਾਡੀ ਗੱਲ ਕਿਉਂ ਨਹੀਂ ਸਮਝ ਆ ਰਹੀ? ਜਿਹੜੇ 3 ਤੋਂ 6 ਸਾਲ 0 ਤੋਂ 6 ਦੇ ਬੱਚਿਆਂ ਨੂੰ ਸੰਭਾਲਦੇ ਨੇ ਵਾਇਰ ਦੇ ਆਂਦੇ ਬੱਚੇ ਬਹੁਤ ਸਾਰੇ। ਥੈਂਕ ਯੂ ਫॉर 3 ਤੋਂ 6 ਸਾਲ ਦੇ ਬੱਚੇ ਜਿਹੜੇ ਆਂਗਨਵਾੜੀ 'ਚੋਂ ਸਾਡੇ ਕੋਲ ਆਉਂਦੇ ਸੀ ਜਿਨ੍ਹਾਂ ਦਾ ਕੋਈ ਨਹੀਂ ਮਤਲਬ ਹੱਲ ਸੀਗਾ, ਉਹ ਸਾਡੇ ਕੋਲ ਆਉਂਦੇ ਸੀ ਸਰਕਾਰੀ ਸਕੂਲਾਂ 'ਚ। ਪਰੰਤੂ 3 ਤੋਂ 6 ਸਾਲ ਦੇ ਬੱਚੇ ਸਰਕਾਰ ਨੇ 6 ਸਾਲ ਤੱਕ ਬੱਚੇ ਨੂੰ ਆਂਗਨਵਾੜੀ 'ਚ ਰੱਖਣਾ ਸੀ। ਉਹ ਦੁਕਾਨਨੁਮਾ ਸਕੂਲਾਂ ਦੇ ਵਿੱਚ ਫਿਰ 3 ਤੋਂ 6 ਸਾਲ ਦੇ ਬੱਚੇ ਜਾਂਦੇ ਰਹੇ। ਉਹਦੇ ਲਈ ਕੌਣ ਜ਼ਿੰਮੇਵਾਰ ਆ? ਗਵਰਨਮੈਂਟ ਜ਼ਿੰਮੇਵਾਰ ਆ। ਕੌਣ ਆ? ਕਿਉਂ ਨਹੀਂ ਰੋਕੇ ਗਏ? ਮੈਂ ਇਸ ਦੇ ਉੱਤੇ ਕਹਿਣਾ ਇਹ ਮੈਂ ਥੋੜਾ ਡਿਫਰ ਕਰਨ ਦੀ ਇਜਾਜ਼ਤ ਲਵਾਂਗਾ ਜੀ ਕਿ ਜੇ 3 ਤੋਂ 6 ਸਾਲ ਦਾ ਕੁਐਸਚਨ ਹੁੰਦਾ ਤਾਂ ਉੱਪਰਲੀਆਂ ਕਲਾਸਾਂ 'ਚ ਬੱਚੇ ਕਿਉਂ ਘੱਟ ਨੇ? ਉੱਪਰਲੀਆਂ ਕਹਿੰਦੇ ਇਹ ਥੱਲੇ ਨਹੀਂ ਆਏ। ਜਿਹੜਾ ਪ੍ਰਾਈਵੇਟ ਸਕੂਲਾਂ ਦੀ ਗਿਣਤੀ ਹੈ ਕਿਉਂ ਘੱਟ ਹੈ? ਉੱਥੇ ਅਧਿਆਪਕ ਐਬਸੈਂਟਿਜ਼ਮ ਕਿਉਂ ਹੈ? ਪ੍ਰਾਈਵੇਟ ਸਕੂਲਾਂ ਦੀ ਗਿਣਤੀ ਬੱਚਿਆਂ ਦੀ ਰੋਜ਼ ਵੱਧ ਰਹੀ ਹੈ। ਅੱਜ ਪੰਜਾਬ 'ਚ 30 ਲੱਖ ਬੱਚਾ ਪ੍ਰਾਈਵੇਟ ਸਕੂਲਾਂ 'ਚ ਪੜ੍ਹਦਾ ਜਦ ਕਿ 22 ਲੱਖ ਬੱਚਾ ਸਰਕਾਰੀ ਸਕੂਲਾਂ 'ਚ। ਉਹ ਤਾਂ ਉਸ਼ਾਰਾਣੀ ਜੀ ਕਹਿ ਰਹੇ ਨੇ ਕਿ ਪ੍ਰਾਈਵੇਟ ਸਕੂਲਾਂ 'ਚ ਤਾਂ ਕੋਈ ਕੱਟ ਕੇ ਪਾਇਆ ਨਹੀਂ। ਕੋਈ ਵੀ ਨਹੀਂ ਕਰਦਾ। ਉਹਨੇ ਰਿਪੋਰਟ ਇੱਕ ਵੀ ਸਿੰਗਲ ਕਰ ਦਿੱਤਾ। ਆਈ ਡਿਡ ਨਾਟ ਸਟਾਪ ਯੂ। ਜੀ ਜੀ। ਨੰਬਰ 2 ਇਹ ਕਹਿਣਾ ਕਿ ਜੀ ਪਹਿਲਾਂ ਟੀਚਰ ਖਾਲੀ ਹੋਏ। ਪੰਜਾਬ 'ਚ ਪ੍ਰਾਇਮਰੀ ਟੀਚਰ ਕਦੇ ਵੀ 36000 ਤੋਂ ਨਹੀਂ ਘਟਿਆ। ਸਾਰੇ ਡਾਟਾ ਕੱਢ ਲਓ, ਪੂਰੇ 50 ਸਾਲ ਦਾ ਡਾਟਾ ਕੱਢ ਲਓ। ਜਦ 20 ਲੱਖ ਬੱਚਾ ਪ੍ਰਾਇਮਰੀ ਸਕੂਲ 'ਚ ਆਉਂਦਾ ਸੀ 1980 'ਚ, ਉਦੋਂ 42000 ਟੀਚਰ ਦੀ ਪੋਸਟ ਸੀਗੀ। ਅੱਜ ਬੱਚਾ 9,56,000 ਆ ਰਿਹਾ ਹੈ। ਅੱਜ 43,000 ਟੀਚਰ ਇਨ ਪੋਜੀਸ਼ਨ ਹੈ। ਗਿਣ ਕੇ ਦੇਖ ਲਓ ਉਹ ਕਿੱਥੇ ਹੈ। ਇਹ ਇੱਥੇ ਜਿਹੜਾ ਰੌਲਾ ਡਾਕਟਰ ਸਾਹਿਬ ਤੁਸੀਂ ਉਹ ਲਿਖਿਆ ਹੈ 19.88 ਘਟੀ ਆ ਜੀ। ਤੁਸੀਂ ਉਹ ਲਿਖਿਆ ਹੈ 2009 ਦੇ ਵਿੱਚ ਟੀਚਰਾਂ ਦੀ ਗਿਣਤੀ ਘਟੀ ਆ। ਆਹੋ ਗਿਣਤੀ ਘਟੀ ਆ ਓਵਰਆਲ। ਉਹ ਤੁਸੀਂ ਕਿਹਾ ਨਾ ਬੱਚਿਆਂ ਦੇ ਮੁਤਾਬਕ 19.88 ਤੁਹਾਡਾ ਲੇਖ ਕਹਿ ਰਿਹਾ ਹੈ ਵੀ ਤੁਸੀਂ ਗਿਣਤੀ ਘਟ ਗਈ ਹੈ ਟੀਚਰਸ ਦੀ। ਸਰ ਗਿਣਤੀ ਤਾਂ ਆਪਣੇ ਸਾਹਮਣੇ ਪਈ ਆ ਵੀ ਬੱਚਾ 9 ਲੱਖ 9.5 ਲੱਖ ਹੈ ਤੇ ਟੀਚਰ 48,000 ਨਹੀਂ ਬੈਠੇ ਤੁਸੀਂ। ਪਹਿਲਾਂ ਘਟਣੀ ਸ਼ੁਰੂ ਹੋਈ ਡਾਕਟਰ ਸਾਹਿਬ ਦਾ ਲੇਖ ਕਹਿ ਰਿਹਾ ਹੈ 48,000 ਟੀਚਰ ਸੀ। 48,000 ਇਜ਼ ਇਕੁਅਲ ਟੂ 48,000 ਸਰ। ਮੇਰੀ ਤੇ ਅਜੇ ਤੱਕ ਇਹੀ ਸਮਝ ਹੈ ਜੀ। ਪਰ ਬੱਚੇ ਦਾ ਸਵਾਲ ਹੈ ਇਹ, ਐ ਨਹੀਂ ਓਵਰਆਲ ਤੱਕ ਗਿਣਤੀ ਟੋਟਲ ਗਿਣਤੀ ਘਟੀ ਆ ਵਧੀਆ। ਦੂਜਾ ਸਵਾਲ ਇਹ ਹੈ ਵੀ ਜਦ ਅਸੀਂ ਕਹਿੰਦੇ ਆ ਜਿਹੜਾ ਬੱਚੇ ਕੋਲ ਪੈਸਾ ਨਹੀਂ ਹੈ, ਇਹ ਆਪ ਹੀ ਮੰਨਦੇ ਨੇ ਟੀਚਰ ਕਿਉਂ ਨਹੀਂ ਆਪਦੇ ਬੱਚੇ ਨੂੰ ਭੇਜਦਾ। ਵੈਸੇ ਮੈਂ ਇਸ ਗੱਲ ਨਾਲ ਡਿਫਰ ਕਰਦਾ ਵੀ ਟੀਚਰ ਹੀ ਕਿਉਂ ਭੇਜੇ, ਇੱਕ ਮੈਂ ਕਿਉਂ ਨਾ ਭੇਜਾਂ ਆਪਣੇ ਬੱਚੇ ਨੂੰ। ਹਰ ਸਰਕਾਰੀ ਮੁਲਾਜ਼ਮ ਮੈਂ ਤੁਹਾਨੂੰ ਕਿੱਥੇ ਰੋਕ ਰਿਹਾ? ਤੁਸੀਂ ਵਿੱਚ ਕਿਉਂ ਟੋਕੀ ਜਾਂਦੇ? ਤੁਸੀਂ ਬੋਲੋ। ਨਹੀਂ ਟੋਕਣ ਦੀ ਅਸੀਂ ਨਹੀਂ ਟੋਕਦੇ ਜੀ। ਵੀ ਜਿਹੜਾ ਮੇਰਾ ਇੱਕੋ ਸਵਾਲ ਹੈ ਜੀ, ਉੱਥੇ ਬੱਚਾ ਸਿਰਫ ਉਹ ਜਾ ਰਿਹਾ ਜਿਹਦੇ ਘਰੇ ਰੋਟੀ ਨਹੀਂ ਪੱਕਦੀ, ਜਿਹਦੇ ਕੋਈ ਪਿੰਡ 'ਚ ਸੇ ਨਹੀਂ। ਅਸੀਂ ਕੀ ਕਹਿਣਾ, ਤੁਸੀਂ ਮੈਨੂੰ ਇਹ ਬੱਚੇ ਨੂੰ ਮੇਰਾ ਫੋਲਡਰ ਬਣਾਓ, ਕਿਉਂਕਿ ਮੇਰੀ ਨੌਕਰੀ ਤਾਂ ਕਾਇਮ ਰਹਿਣੀ ਹੈ ਜੇ ਤੁਹਾਡਾ ਬੱਚਾ ਇੱਥੇ ਆ ਕੇ ਭਾਵੇਂ ਮਰੇ ਗੜੇ ਜੋ ਮਰਜ਼ੀ ਹੋਵੇ। 3 ਤੋਂ 6 ਸਾਲ ਦੇ ਬੱਚੇ ਨੂੰ 3 ਤੋਂ 6 ਸਾਲ ਦੇ ਬੱਚੇ ਨੂੰ ਕਹਿ ਰਹੇ ਤੁਸੀਂ ਬੱਚਿਆਂ ਨੂੰ ਚਾਰੇ ਵਾਂਗ ਵਰਤ। ਮੈਂ ਹੋਰ ਗੱਲ ਕਹਿਣਾ, ਡਾਕਟਰ ਸਾਹਿਬ ਤਾਂ ਇਹ ਵੀ ਕਹਿ ਰਹੇ ਆ ਵੀ ਟੀਚਰ ਦਾ ਬੱਚਾ ਕਿਉਂ ਜਾਵੇ ਸਾਰੇ ਸਮਾਜ ਦਾ ਕਿਉਂ ਨਾ ਆਵੇ, ਇਹ ਵੀ ਕਹਿ ਰਹੇ ਨੇ 6 ਸਾਲ ਦੇ ਬੱਚੇ ਨੂੰ। ਯੂ ਆਰ ਨਾਟ ਲਿਸਨਿੰਗ ਟੂ ਅਦਰ ਪਾਰਟ ਕਿ ਬੱਚਿਆਂ ਨੂੰ ਉਹ ਚਾਰੇ ਵਾਂਗ ਵਰਤ ਰਹੇ ਹੋ ਤੁਸੀਂ ਕਿ ਉੱਥੇ ਭੇਜ ਕੇ ਜਿਹੜੇ 9 ਲੱਖ ਬੱਚਾ ਸਿਸਟਮ ਵਰਤ ਰਿਹਾ ਜਿਹੜਾ 9 ਲੱਖ ਬੱਚਾ ਆਲਰੇਡੀ
ਉਹਦਾ ਨੁਕਸਾਨ ਕਰਨ ਜਾ ਰਿਹਾ ਸੀ। ਇਹ ਐਨੂਅਲ ਸਟੇਟਸ ਆਫ ਐਜੂਕੇਸ਼ਨ ਰਿਪੋਰਟ ਹੈ ਜਿਹਨੂੰ ਟੀਚਰ ਬੜੇ ਧਿਆਨ ਨਾਲ ਨਹੀਂ ਪੜ੍ਹਦੇ, ਜਿਹੜੀ ਕਹਿੰਦੀ ਹੈ 5ਵੀਂ ਕਲਾਸ ਦੇ 50% ਬੱਚੇ ਅੰਗਰੇਜ਼ੀ ਦਾ ਸਿੰਪਲ ਸੈਂਟੈਂਸ ਨਹੀਂ ਪੜ੍ਹ ਸਕਦੇ, 40% ਬੱਚੇ ਤੀਜੀ ਕਲਾਸ ਦੇ 1 ਤੋਂ ਲੈ ਕੇ 100 ਤੱਕ ਦੀ ਗਿਣਤੀ ਨਹੀਂ ਗਿਣ ਸਕਦੇ, 5ਵੀਂ ਕਲਾਸ ਦੇ ਕੇਵਲ 50% ਬੱਚੇ ਸਿੰਪਲ ਜਮਾ ਤੇ ਘਟਾਓ ਨਹੀਂ ਕਰ ਸਕਦੇ, 1/3 ਹਿੱਸਾ ਦੂਜੀ ਕਲਾਸ ਦਾ ਅਲਫਾਬੈਟਸ ਵੀ ਨਹੀਂ ਪਹਿਚਾਨਦਾ, ABC ਕੱਕਾ ਖੱਖਾ ਗੱਗਾ ਵੀ ਨਹੀਂ ਪਹਿਚਾਨਦਾ, 50% 5ਵੀਂ ਦੇ ਬੱਚੇ ਦੂਜੀ ਕਲਾਸ ਦੀ ਵੀ ਟੈਕਸਟ ਬੁੱਕ ਨਹੀਂ ਪੜ੍ਹ ਸਕਦੇ। ਇਹ ਸਾਰਾ ਸਤਿਆਨਾਸ਼ ਇਸ ਕਰਕੇ ਹੋਇਆ ਕਿਉਂਕਿ ਸਕੂਲ ਵਿੱਚ LKG UKG ਨਰਸਰੀ ਕਲਾਸਿਸ ਨਹੀਂ ਹੈਗੀਆਂ ਸੀ। ਵਾਟ ਆਰ ਯੂ ਸੇਇੰਗ? ਅਸੀਂ ਇਹ ਕਦੋਂ ਕਹਿੰਦੇ ਤੁਸੀਂ ਸਕੂਲਾਂ ਦਾ ਸਤਿਆਨਾਸ਼ ਕਰ ਦਿੱਤਾ ਸੀ, ਇਸ ਕਰਕੇ ਬੱਚੇ ਘਟ ਗਏ। ਮੇਰੀ ਗੱਲ ਸੁਣੋ, ਲਿਸਨ ਟੂ ਮਾਈ ਸਟੇਟਮੈਂਟ, ਤੁਸੀਂ ਉਹਦੀਆਂ ਧੱਜੀਆਂ ਉਡਾ ਦੇਣਾ। ਸਕੂਲਾਂ ਦਾ ਸਤਿਆਨਾਸ਼ ਹੋ ਚੁੱਕਾ ਸੀ, ਇਸ ਕਰਕੇ ਬੱਚੇ ਘਟ ਗਏ। ਜੇ ਬੱਚੇ ਜ਼ਿਆਦਾ ਹੋਣ ਤੇ ਟੀਚਰਾਂ ਦੀਆਂ ਨੌਕਰੀਆਂ ਬਚੀਆਂ ਰਹਿੰਦੀਆਂ। ਤੁਸੀਂ ਕਿਹਾ ਅਸੀਂ ਭੱਜ ਕੇ ਲੋਕਾਂ ਦੇ ਘਰੋਂ 3 ਤੋਂ 6 ਸਾਲ ਦੀ ਉਮਰ ਦੇ ਬੱਚੇ ਚੁੱਕ ਲਿਆਨੇ ਆ, ਜਿਨ੍ਹਾਂ ਬਾਰੇ ਅਸੀਂ ਲੋਕਾਂ ਨੂੰ ਆਪ ਹੀ ਦੱਸਾਂਗੇ ਕਿ ਸਾਡੇ ਕੋਲ ਤਿਆਰੀ ਤੁਰੀ ਹੈ ਨਹੀਂ ਉਹਨਾਂ ਨਾਲ ਗੱਲ ਕਰਨ ਦੀ, ਪਰ ਅਸੀਂ ਚੁੱਕ ਲਿਆਨੇ ਆ, ਉਹਦੇ ਨਾਲ ਬੱਚਿਆਂ ਦਾ ਨੰਬਰ ਵੱਧ ਜਾਏਗਾ, ਟੀਚਰਾਂ ਦੀਆਂ ਨੌਕਰੀਆਂ ਬਚੀਆਂ ਰਹਿਣਗੀਆਂ। ਵਿਚ ਪਾਰਟ ਆਫ ਇਟ ਇਜ਼ ਕੰਪਲੈਕਸ? ਇਹ ਤਾਂ ਸਭ ਸਮਝ ਆਉਂਦਾ। ਨਹੀਂ ਜੀ ਬਿਲਕੁਲ ਨਹੀਂ। ਅਸੀਂ ਤਾਂ ਬਾਰ-ਬਾਰ ਇਹ ਗੱਲ ਕਹੀ ਹੈ, ਅਸੀਂ ਤਾਂ ਬਾਰ-ਬਾਰ ਕਿਹਾ ਜੀ ਬਈ ਜਿਹੜਾ ਨਰਸਰੀ ਕਲਾਸਿਸ ਸ਼ੁਰੂ ਕਰਨਾ, ਕਿਉਂਕਿ ਜਦੋਂ ਇੱਕ ਪਾਸੇ ਪ੍ਰਾਈਵੇਟ ਸੈਕਟਰ ਦੇ ਵਿੱਚ ਗਵਰਨਮੈਂਟ ਨੇ ਬਿਲਕੁਲ ਵੀ ਰੋਕਿਆ ਨਹੀਂ, ਜਿਹੜਾ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਸੀ ਨਰਸਰੀ ਟ੍ਰੇਨਿੰਗ, ਸਰਕਾਰੀ ਸਕੂਲਾਂ 'ਚ ਵੀ ਉਹਦੀ ਜ਼ਰੂਰਤ ਸੀ। ਜਿਹੜੇ 3 ਤੋਂ 6 ਸਾਲ ਦੇ ਬੱਚੇ ਆ ਗਏ ਤੁਹਾਡੇ ਕੋਲ, ਨਰਸਰੀ ਟੀਚਰ ਦਿੰਦੇ ਸਰ, ਜਿਹੜੇ ਨਰਸਰੀ ਟੀਚਰ ਦੇਣ, ਹੁਣ ਵੀ ਸਾਡੀ ਡਿਮਾਂਡ ਆ ਜੀ ਸਰ। ਕੁਇਕ ਜਿਹੜੇ 3 ਤੋਂ 6 ਸਾਲ ਦੇ ਬੱਚੇ ਤੁਹਾਡੇ ਕੋਲ ਆ ਗਏ ਨੇ, ਤੁਸੀਂ ਕੱਲ ਤੋਂ ਲੈ ਕੇ ਉਹਨਾਂ ਨੂੰ ਕਹਿ ਰਹੇ ਹੋ ਕਿ ਕੱਲ ਤੋਂ ਸਕੂਲ ਨਾ ਆਣਾ, ਸਕੂਲ ਵਿੱਚ ਤਿਆਰੀ ਨਹੀਂ ਆ, ਕਹਿ ਰਹੇ ਹੋ ਕਿ ਨਹੀਂ ਕਹਿ ਰਹੇ? ਇੱਕ ਪਾਸੇ ਤਾਂ ਸਰ ਤੁਸੀਂ ਸਾਨੂੰ ਕਹਿੰਦੇ ਆ ਵੀ ਮਤਲਬ ਤੁਸੀਂ ਆਪਣੇ ਬੱਚੇ ਨਹੀਂ ਉਹ ਕਰ ਰਹੇ ਸਕੂਲ ਦੇ ਵਿੱਚ, ਦੂਜੇ ਪਾਸੇ ਅਸੀਂ ਸਰਕਾਰ ਇਹ ਗੱਲ ਕਹਿ ਰਹੀ ਆ ਕਿ ਅਸੀਂ ਨਰਸਰੀ ਟੀਚਰ ਦਵਾਂਗੇ। ਅਸੀਂ ਇਹ ਕਿਵੇਂ ਕਹਿ ਸਕਦੇ ਹਾਂ ਕੱਲ ਤੋਂ ਨਾ ਬੱਚਿਆਂ ਨੂੰ ਕੱਲ ਤੋਂ ਨਹੀਂ ਕਹਿ ਰਹੇ ਨਾ ਕਿ ਨਾ ਆਣਾ, ਤੁਸੀਂ ਬੁਲਾ ਰਹੇ ਹੋ ਨਾ ਹੋਰ ਬੱਚਿਆਂ ਨੂੰ, ਬੁਲਾ ਰਹੇ ਹੋ। ਉਸ਼ਾ ਰਾਣੀ ਜੀ ਜੇ ਇਹ ਬੁਲਾਉਂਦੇ ਰਹਿਣਗੇ 3 ਤੋਂ 6 ਵਾਲਿਆਂ ਨੂੰ, ਤਾਂ ਤੁਹਾਡਾ ਪਲਾਨ ਕੀ ਹੈ? ਸਾਡਾ ਪਲਾਨ ਇਹ ਹੈ ਜੀ, ਅਸੀਂ 3 ਤੋਂ 6 ਸਾਲ ਦੇ ਬੱਚਿਆਂ ਦੇ ਲਈ ਪਹਿਲਾਂ ਵੀ ਪੇਰੈਂਟਸ ਨੂੰ ਮਿਲਦੇ ਹਾਂ, ਕਿਉਂਕਿ ਅਸੀਂ ਬੱਚੇ ਦੇ ਨਾਲ ਮਾਂ ਦੇ ਗਰਭ ਤੋਂ ਜੁੜਦੇ ਹਾਂ। ਜਦ ਮਾਂ ਪ੍ਰੈਗਨੈਂਟ ਹੈ ਉਸ ਨੂੰ ਟੀਕਾਕਰਨ ਕਦੋਂ ਕਰਵਾਉਣਾ, ਲੜੋਗੇ ਹੁਣ ਵੀ ਬੱਚੇ ਲਈ ਲੜ ਰਹੇ ਹਾਂ। ਸਾਡੀ ਮੰਗ ਚ ਅਜੇ ਕਿਤੇ ਵੀ ਤੁਸੀਂ ਮੰਗ ਪੱਤਰ ਜੇ ਨਹੀਂ ਹੋਣਾ ਵਿੱਚ ਹੋਏਗਾ। ਪਿੰਡ ਦੀ ਗਲੀ ਦੇ ਵਿੱਚ ਕੀ ਹੋਵੇਗਾ ਕਿ ਇੱਕ ਉਸ਼ਾ ਰਾਣੀ ਜਾਏਗੀ ਤੇ ਕਹੇਗੀ ਬੱਚੇ ਨੂੰ ਮੇਰੇ ਕੋਲ ਭੇਜੋ, ਆਂਗਨਵਾੜੀ 'ਚ ਮੇਰੇ ਕੋਲ ਖਿਡੌਣੇ ਨੇ, ਸੋਹਣੇ ਚਾਰਟ ਲੱਗੇ ਨੇ, ਪੌਸ਼ਟਿਕ ਭੋਜਨ ਮਿਲਦਾ ਹੈ ਤੇ ਮੈਨੂੰ ਟ੍ਰੇਨਿੰਗ ਦਿੱਤੀ ਗਈ ਹੈ। ਇੱਕ ਸੁਖਵਿੰਦਰ ਚਾਹਲ ਜੀ ਜਾਣਗੇ, ਉਹ ਕਹਿਣਗੇ ਇਹਨਾਂ ਦੀ ਨਾ ਗੱਲ ਸੁਣੋ, ਸਾਡੇ ਕੋਲ ਭੇਜੋ ਬੱਚਿਆਂ ਨੂੰ, ਸਾਡੇ ਕੋਲ ਟ੍ਰੇਨਿੰਗ ਹੈ ਨਹੀਂ ਪਰ ਬੱਚਿਆਂ ਨੂੰ ਸਾਡੇ ਕੋਲ ਭੇਜੋ, ਕਿਉਂਕਿ 3 ਤੋਂ 6 ਵਾਲਿਆਂ ਨੂੰ ਅਸੀਂ ਹੁਣ ਬਿਨਾਂ ਇੱਕ ਵੀ ਐਕਸਟਰਾ ਰੁਪਈਆ ਲਿਆ ਪੜ੍ਹਾਉਣ ਲਈ ਤਿਆਰ ਹਾਂ। ਅਸੀਂ ਆਪਣੇ ਮੋਢਿਆਂ ਤੇ ਭਾਰ ਚੁੱਕ ਰਹੇ ਹਾਂ। ਦੇਖੋ ਸਰ, ਅਸੀਂ ਪਹਿਲਾਂ ਵੀ ਸਾਡਾ ਡੋਰ ਟੂ ਡੋਰ ਜੋ ਮਿਲਣੀ ਸਾਡੀ ਹੈ, ਇਹਦਾ ਹਿੱਸਾ ਸੱਚ ਨਹੀਂ ਹੈ। ਹਰ ਸਾਲ ਅਸੀਂ ਪੇਰੈਂਟਸ ਨੂੰ ਮਿਲਦੇ ਹਾਂ, ਹਰ ਸਾਲ ਅਸੀਂ ਪ੍ਰੈਗਨੈਂਟ ਮਾਂ ਤੋਂ ਮੂੰਹ ਦੇ ਸੰਪਰਕ ਦੇ ਵਿੱਚ ਆ, ਔਰ ਅਸੀਂ ਜੇਕਰ ਬੱਚਿਆਂ ਦੀ ਜੋ ਸੁਖਵਿੰਦਰ ਜੀ ਨੇ ਉਦੋਂ ਨੋਟ ਕਰਾਇਆ ਕਿ 3 ਤੋਂ 6 ਸਾਲ ਦੇ ਪੂਰੇ ਬੱਚੇ ਨਹੀਂ ਆ ਰਹੇ, ਉਹਦੇ ਅਸੀਂ ਉਹਨਾਂ ਬੱਚਿਆਂ ਦਾ ਮਲੀਆਮੇਟ ਕਰ ਰਹੇ ਹਾਂ ਜਿਹੜੇ ਬੱਚਿਆਂ ਦੇ ਕੋਈ ਰਿਪਰੈਜ਼ੈਂਟੇਟਿਵ ਨਹੀਂ। ਬਿਲਕੁਲ ਨਹੀਂ। ਹੁਣ ਸਵਾਲ ਕੇਵਲ ਇਹ ਹੈ ਅਮੀਰ ਜੀ, ਮੈਂ ਪੈ ਰਿਹਾ ਮੇਰਾ ਕਲੇਮੈਂਟ ਨੇ ਪਹਿਲਾਂ ਵੀ ਸਰ ਇਹਨਾਂ ਨੇ ਕੀਤਾ ਸੀਗਾ 1200 ECC ਸੈਂਟਰ ਖੋਲੇ ਸੀਗੇ ਜਦੋਂ ਕ੍ਰਿਸ਼ਨ ਕੁਮਾਰ ਜੀ ਪਹਿਲਾਂ DGSC ਆਏ ਸੀਗੇ, ਉਦੋਂ ਵੀ ਇਹਨਾਂ ਨੇ 1200 ਸੈਂਟਰ ECC ਸਕੂਲ ਖੋਲੇ ਸੀ। ਉਹਦੇ ਅਗੇਂਸਟ ਵੀ ਅਸੀਂ ਉਦੋਂ ਵੀ ਮੋਰਚਾ ਖੋਲਿਆ ਸੀ ਕਿ ਬੱਚੇ ਸਾਡੇ ਨੇ 3 ਤੋਂ 6 ਸਾਲ ਦੇ ਜੋ ਬੱਚੇ ਨੇ ਉਹਨਾਂ ਦਾ ICDS ਦੇ ਅੰਡਰ ਉਹ ਕਵਰ ਹੁੰਦੇ ਨੇ, ਔਰ ਉਹਨਾਂ ਦੇ ਜੋ ਮਾਨਸਿਕ ਵਿਕਾਸ, ਬੌਧਿਕ ਵਿਕਾਸ ਔਰ ਸਰੀਰਕ ਵਿਕਾਸ ਦੇ ਲਈ ਜੋ ਖੇਡ ਦੇ ਵਿੱਚ ਜੋ ਆਂਗਣ ਚਾਹੀਦਾ ਉਹ ਆਂਗਨਵਾੜੀ ਦੇ ਵਿੱਚ ਹੀ ਮਿਲ ਸਕਦਾ, ਸਕੂਲ ਦੇ ਵਿੱਚ ਇਹ ਚੀਜ਼ ਨਹੀਂ ਮਿਲ ਸਕਦੀ। ਪਹਿਲਾਂ ਵੀ ਅਸੀਂ ਲੜਕੇ ਵਾਪਸ ਕਰਾਏ ਸੀ। ਪੋਜੀਸ਼ਨ ਆਈ ਕਿ 14 ਲੱਖ ਬੱਚੇ ਨੇ ਜੀ 3 ਤੋਂ 6 ਸਾਲ ਦੇ ਜੀ, ਤੇ ਪ੍ਰਾਈਵੇਟ ਪ੍ਰਾਇਮਰੀ ਸਕੂਲਾਂ ਦੇ ਵਿੱਚ ਲਗਭਗ 10,53,000 ਬੱਚਾ ਹੈ, ਤੇ 3 ਤੋਂ 6 ਸਾਲ ਦਾ 5 ਲੱਖ ਬੱਚਾ, 5.5 ਲੱਖ ਬੱਚਾ। ਇਟ ਮੀਨਸ ਪ੍ਰਾਈਵੇਟ 'ਚ ਜਾ ਕੇ ਤਾਂ ਉੱਥੇ 10,53,000 ਨਹੀਂ ਹੋਇਆ ਉਹਨਾਂ ਦਾ, ਫਿਰ ਗੜਬੜ ਕਿਤੇ ਹੋਰ ਹੈ। ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ, ਗੜਬੜ ਉੱਥੋਂ ਨਹੀਂ ਆ ਰਹੀ ਕਿ 3 ਸਾਲ ਤੋਂ 6 ਸਾਲ ਦੇ ਬੱਚੇ ਕਰਕੇ ਗੜਬੜ ਹੈ, ਸਕੂਲਾਂ 'ਚ ਬੱਚੇ ਘਟ ਗਏ ਜਾਂ ਉੱਥੇ। ਇਹ ਤੱਥ DPI ਆਫਿਸ ਦੇ ਤੱਥ ਨੇ, ਕਿਸੇ ਦੇ ਬਾਕੀ ਦੇ ਨਹੀਂ ਹੈ, ਗਵਰਨਮੈਂਟ ਦੇ ਤੱਥ ਨੇ। ਤੇ ਇੱਥੇ 9,50,000 ਹੈ, ਉਹ 'ਚ 10,53,000 ਹੈ ਪ੍ਰਾਈਵੇਟ ਪ੍ਰਾਇਮਰੀ ਸਕੂਲਾਂ 'ਚ, ਤੇ ਇਸ ਗਵਰਨਮੈਂਟ ਪ੍ਰਾਇਮਰੀ ਸਕੂਲ ਦਾ ਫਰਕ ਇਹ ਹੈ। ਤੇ ਇੱਥੇ ਜੇ ਉਹ ਬੱਚਾ ਆਏਗਾ ਵੀ ਉਹ ਬੱਚਾ ਕਿੱਥੇ ਹੈ, ਤੇ ਉਹ ਬੱਚਾ ਵਿਚਾਰਾ ਇੰਨੇ ਜੋਗਾ ਨਹੀਂ ਹੈ ਕਿਤੇ ਜਾਏ। ਜਿਹੜੀ ਪੜ੍ਹਾਈ ਦਾ ਸਵਾਲ ਹੈ, ਜਿਹੜਾ ਪੜ੍ਹਾਈ ਦਾ ਸਵਾਲ ਹੈ ਵੀ ਕੀ ਹੈ ਕਿ ਉਹ ਸਰਵੇ ਨਾਲ ਪ੍ਰਾਈਵੇਟ ਸਕੂਲਾਂ ਦਾ ਵੀ ਹੈ, ਜਿਹੜੇ ਬਿਲਕੁਲ ਹੀ ਦੁਕਾਨ ਟਾਈਪ ਲੋਕਲ ਸਪੈਸ਼ਲ ਹੁੰਦਾ PHU ਨੇ 28 ਕੀਤਾ, ਉਹਨੂੰ ਵੀ ਨਹੀਂ ਪੜ੍ਹਨਾ ਆਉਂਦਾ। ਇਹ ਇੱਕ ਪਰ ਜਿਹੜੀ ਪਰਸੈਪਸ਼ਨ ਬਣ ਗਈ, ਪਰਸੈਪਸ਼ਨ ਇਹ ਬਣ ਗਈ ਕਿ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਹੈ ਤੇ ਇਹਦੇ 'ਚ ਬਿਲਕੁਲ ਪੜ੍ਹਾਈ ਨਹੀਂ ਹੁੰਦੀ। ਪ੍ਰਾਈਵੇਟ ਸਕੂਲ ਕੋਈ ਵੀ ਹੋਵੇ, ਚਾਹੇ ਬਿਲਕੁਲ ਟੁੱਟਿਆ ਹੋਵੇ, ਤੇ ਉਹ ਚੰਗਾ ਹੁੰਦਾ ਹੈ। ਇਹਦੇ ਤੇ ਖੜਿਆ ਨਹੀਂ ਕੋਈ, ਜਦੋਂ ਐਸਕੇਪਿਸਟ ਰੂਟ ਬਾਕੀ ਦੇ ਲੈ ਤਾਂ ਪਰਸੈਪਸ਼ਨ ਜਿਹੜਾ ਬਹੁਤ ਵੱਡਾ ਸੱਚ ਹੋ ਜਾਂਦਾ ਲੋਕ, ਔਰ ਜਦੋਂ ਸੱਚ ਦਾ ਕੁਝ ਪਾਰਟ ਵੀ ਕੰਪੋਨੈਂਟ ਵੀ ਉਹਦੇ ਨਾਲ ਜੁੜ ਜਾਵੇ, ਫਿਰ ਉਹਦਾ ਮੁਕਾਬਲਾ ਕਰਨਾ ਬੜਾ ਮੁਸ਼ਕਲ ਹੋ ਜਾਏਗਾ। ਲੋਕਾਂ ਨੂੰ ਇੰਜ ਲੱਗ ਰਿਹਾ ਹੈ
ਕਿ ਜਿਹੜੇ ਟੀਚਰ ਨੇ ਕਦੀ ਬੱਚਿਆਂ ਦੀ ਬਾਤ ਨਹੀਂ ਸੀ ਪੁੱਛੀ, ਅੱਜ ਗੁਰਦੁਆਰਿਆਂ ਦੇ ਸਪੀਕਰਾਂ ਤੋਂ ਅਨਾਉਂਸਮੈਂਟਾਂ ਕਰਾ ਕੇ ਉਹਨਾਂ ਛੋਟੇ ਬੱਚਿਆਂ ਨੂੰ ਆਪਣੇ ਸਕੂਲ 'ਚ ਬੁਲਾ ਰਿਹਾ ਹੈ ਤੇ ਪੜ੍ਹਾਉਣਾ ਚਾਹ ਰਿਹਾ ਹੈ, ਜਿਹੜੇ ਅਜੇ ਪੜ੍ਹਨ ਦੇ ਕਾਬਲ ਨਹੀਂ, ਤੁਰਨ ਦੇ ਕਾਬਲ ਨਹੀਂ, ਜਿਨ੍ਹਾਂ ਨਾਲ ਡੀਲ ਕਰਨ ਲਈ ਇੱਕ ਸਪੈਸ਼ਲ ਟ੍ਰੇਨਿੰਗ ਦੀ ਲੋੜ ਹੁੰਦੀ ਹੈ। ਜਿਹੜੀ ਟ੍ਰੇਨਿੰਗ ਲਈ ਬੈਠੀਆਂ ਆਂਗਨਵਾੜੀ ਹੈਲਪਰ ਤੇ ਵਰਕਰਸ ਮੌਜੂਦ ਨੇ ਤੇ ਉਹ ਕਹਿ ਰਿਹਾ ਉਹਨਾਂ ਤੋਂ ਬੱਚੇ ਲੈ ਕੇ ਸਾਡੇ ਕੋਲ ਭੇਜ ਦਿਓ। ਅਸੀਂ ਇਹ ਨਹੀਂ ਕਿਹਾ ਜੀ, ਬਿਲਕੁਲ ਅਸੀਂ ਤਾਂ ਇਹ ਕਹਿੰਦੇ ਆ ਕਿ ਪਰਸੈਪਸ਼ਨ ਹੋਰ ਖਰਾਬ ਕਰੇਗਾ। ਅਸੀਂ ਤਾਂ ਜੀ ਇਹ ਕਿਹਾ ਜਦੋਂ ਵੀ ਅਸੀਂ ਡਿਮਾਂਡ ਕੀਤੀ ਆ ਕਿਸੇ ਵੀ ਪੱਧਰ ਦੇ ਉੱਤੇ ਗਏ ਆ ਕਿ ਜਿਹੜੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਆ, ਪ੍ਰੀ ਪ੍ਰਾਇਮਰੀ ਐਜੂਕੇਸ਼ਨ ਲਈ ਇਹਦੀ ਕੰਮ ਵੰਡ ਕੀਤੀ ਜਾਵੇ, ਚਾਹੇ ਉਹ ਆਂਗਨਵਾੜੀ ਹੋਣ, ਚਾਹੇ ਸਾਡੇ ਡਿਪਾਰਟਮੈਂਟ ਦੇ ਵਿੱਚ ਜਿਹੜੇ ਬਹੁਤ ਸਾਰੇ ਲੋਕ ਬੜੇ ਲੰਮੇ ਸਮੇਂ ਤੋਂ ਸੰਤਾਪ ਭੋਗ ਰਹੇ ਆ 2500 ਰੁਪਏ ਦੇ ਉੱਤੇ, ਉਹਨਾਂ ਨੂੰ ਕਨੈਸ ਕੋਰਸ ਕਰਾ ਕੇ ਮਤਲਬ ਐਨਟੀਟੀ ਟੀਚਰ ਦੇ ਤੌਰ ਤੇ ਟ੍ਰੇਨਡ ਕਰਕੇ ਭੇਜਿਆ ਜਾਵੇ। ਠੀਕ ਨਹੀਂ ਕਰ ਰਹੇ ਸੀ ਆਪਣਾ ਕੰਮ ਆਂਗਨਵਾੜੀ ਵਾਲੇ? ਆਂਗਨਵਾੜੀ ਇਹ ਤਾਂ ਸਰਕਾਰ ਨੇ ਦੇਖਣਾ ਜੀ, ਆਂਗਨਵਾੜੀ ਵਾਲੀ ਚ ਕਰ ਰਹੇ ਸੀ। ਨਹੀਂ ਤੁਸੀਂ ਕੀ ਕਹ ਸਮਾਜ ਦਾ ਸਾਰਾ ਬੋਝ ਤੁਸੀਂ ਆਪਣੇ ਤੇ ਲੈ ਰਹੇ ਆ, ਬਿਨਾਂ ਇੱਕ ਪੈਸਾ ਲਿਆ ਐਕਸਟਰਾ ਕੰਮ ਕਰਨ। ਜਦੋਂ ਸਰ ਇੱਕ ਪਾਸੇ ਹੁਣ ਆਂਗਨਵਾੜੀ ਵਾਲੇ ਜਿਹੜੇ ਠੀਕ ਕੰਮ ਕਰ ਰਹੇ, ਤੁਸੀਂ ਇਹ ਵੀ ਨਹੀਂ ਕਹਿਣਾ ਚਾਹ ਰਹੇ ਵੀ ਠੀਕ ਕੰਮ ਕਰ ਰਹੇ ਕਿ ਨਹੀਂ? ਮੈਂ ਤੁਹਾਨੂੰ ਪੁੱਛਿਆ ਤੁਹਾਡੇ ਹਿਸਾਬ ਨਾਲ ਆਂਗਨਵਾੜੀ ਵਾਲੇ ਚੰਗਾ ਕੰਮ ਕਰ ਰਹੇ ਸੀ ਕਿ ਅੱਛਾ ਨਹੀਂ ਕਰ ਰਹੇ? ਆਂਗਨਵਾੜੀ ਵਾਲੇ ਕੰਮ ਆਪਣੀ ਜਗ੍ਹਾ ਆਪਣਾ ਠੀਕ ਕਰ ਰਹੇ ਸੀ, ਪਰੰਤੂ ਦੂਜੇ ਪਾਸੇ ਉਹ ਬੱਚਾ ਤੁਸੀਂ ਲੈ ਕੇ ਜਾ ਰਹੇ ਹੋ। ਅਸੀਂ ਉਹ ਬੱਚਾ ਨਹੀਂ ਲੈ ਕੇ ਜਾ ਰਹੇ, ਨਹੀਂ ਅਸੀਂ ਉਹ ਬੱਚਾ ਨਹੀਂ ਲੈ ਕੇ ਜਾ ਰਹੇ। ਅਸੀਂ 3 ਤੋਂ 6 ਲੱਖ ਬੱਚਾ, ਸਾਡੇ ਕੋਲੇ ਇਹ ਸੀਗਾ ਕਿ 5 ਸਾਲ ਤੱਕ ਸਰਕਾਰੀ ਸਕੂਲ 'ਚ ਬੱਚਾ ਦਾਖਲ ਨਹੀਂ ਕਰਨਾ, 6 ਸਾਲ ਤੱਕ ਇੱਕ ਸਕੂਲ 3 ਸਾਲ ਦੇ ਵਿੱਚ ਦਾਖਲ ਕਰਦਾ ਹੈ। ਅਸੀਂ ਸਾਡੇ ਵਾਸਤੇ ਕਿਵੇਂ ਕੋਈ ਰੁਕੂਗਾ ਜੀ 6 ਸਾਲ ਤੱਕ? ਮੈਂ ਇਹ ਪੁੱਛਦਾ ਵੀ ਜਿਹੜਾ 5.5 ਲੱਖ ਬੱਚਾ ਜੇ ਨਾ ਆਂਗਨਵਾੜੀ ਚ ਆ ਰਿਹਾ ਹੈ ਨਾ ਪ੍ਰਾਈਵੇਟ ਜਾ ਰਿਹਾ 3 ਤੋਂ 6 ਸਾਲ ਦਾ, ਉਹਨੂੰ ਲੈ ਆਉਣ, ਉਹਨੂੰ ਕਿਸੇ ਨੇ ਰੋਕਿਆ? ਅਸਲ ਚ ਕੀ ਹੈ ਵੀ ਜਿਹੜੇ ਬੈਠੇ ਨੇ ਇਕੱਠੇ ਉਹਨਾਂ ਨੂੰ ਲੈ ਆਓ, ਤਾਂ ਮੈਂ ਫਾਡਰ ਲਫ਼ਜ਼ ਯੂਜ਼ ਕਰਿਆ। ਨਹੀਂ ਤਾਂ ਜੇ ਇੰਨੀ ਕਮਿਟਮੈਂਟ ਮੈਂ ਕਹਿੰਦਾ ਜੌਬ ਵੀ ਲੈ ਲਓ ਤੇ ਫਿਰ ਤੁਸੀਂ ਉਹ 5.5 ਲੱਖ ਬੱਚਾ ਅਜੇ ਵੀ ਕਿਤੇ ਵੀ ਨਹੀਂ ਜਾ ਰਿਹਾ, ਉਹਨੂੰ ਲੈ ਲਓ। ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਸਿਵਾਏ ਇਹਦੇ ਤੋਂ ਕਿ ਇੰਜ ਜਾਪਦਾ ਲੋਕਾਂ ਨੂੰ ਕਿ ਬੱਚਿਆਂ ਦੇ ਹੱਕ ਲਈ, ਛੋਟੇ ਬੱਚਿਆਂ ਦੇ ਹੱਕ ਲਈ, ਜਿਹੜੇ ਅਜੇ ਆਪਣੇ ਬਾਰੇ ਬੋਲਣ ਜੋਗੇ ਵੀ ਨਹੀਂ ਹੋਏ, 3 ਤੋਂ ਲੈ ਕੇ 6 ਸਾਲ ਦੀ ਉਮਰ ਦੇ ਬੱਚਿਆਂ ਦੇ ਹੱਕ ਲਈ ਸੜਕਾਂ ਦੇ ਉੱਤੇ ਆਂਗਨਵਾੜੀ ਮਹਿਲਾਵਾਂ ਲੜ ਰਹੀਆਂ ਨੇ, ਖੁਸ਼ ਹੋ ਜਾਣਾ ਚਾਹੀਦਾ। ਉਹਨਾਂ ਲਈ ਸੜਕਾਂ ਦੇ ਉੱਤੇ ਅਧਿਆਪਕ ਲੜ ਰਹੇ ਨੇ, ਖੁਸ਼ ਹੋ ਜਾਣਾ ਚਾਹੀਦਾ। ਜਾਂ ਫਿਰ ਉਹਨਾਂ ਨੂੰ ਛੋਟੇ ਬੱਚਿਆਂ ਨੂੰ ਚਾਰਾ ਸਮਝ ਕੇ ਆਪਣੀਆਂ ਨੌਕਰੀਆਂ ਬਚਾਉਣ ਲਈ ਦੋਨੋਂ ਧਿਰਾਂ ਜ਼ੋਰ ਲਾ ਰਹੀਆਂ ਨੇ। ਵਿੱਚੋਂ ਇਹੋ ਜਿਹੀਆਂ ਚੰਗੀਆਂ ਗੱਲਾਂ ਵੀ ਕਹਿੰਦੀਆਂ ਨੇ ਕਿ ਸਰਕਾਰ ਦਰਅਸਲ ਸਿੱਖਿਆ ਦੇ ਵਿੱਚੋਂ ਹੱਥ ਪਿੱਛੇ ਖਿੱਚ ਗਈ ਹੈ, ਸਾਰਾ ਕਸੂਰ ਸਰਕਾਰ ਦਾ ਹੈ। ਲੋਕਾਂ ਨੂੰ ਇਹ ਸਮਝ ਆ ਰਹੀ ਹੈ ਕਿ ਸਾਰੀ ਲੜਾਈ ਆਪਣੀ ਨੌਕਰੀ ਦੀ ਹੈ। ਸੱਚ ਇਹਦੇ ਹੋ ਸਕਦਾ ਕਿਧਰੇ ਵਿਚਕਾਰ ਪਿਆ ਹੋਵੇ। ਮੈਂ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਹੈ ਸੁਖਿੰਦਰ ਚਹਿਲ ਜੀ ਫਰੀਦਕੋਟ ਦਾ, ਜਿੱਥੇ ਗਵਰਨਮੈਂਟ ਪ੍ਰਾਇਮਰੀ ਸਕੂਲ ਵਾੜਾ ਭਾਈ ਕਾ ਵਿਲੇਜ ਜਿਹੜਾ ਬਠਿੰਡਾ ਅੰਮ੍ਰਿਤਸਰ ਹਾਈਵੇ ਤੇ ਆ। ਅੱਜ ਦੀ ਇਹ ਹਿੰਦੁਸਤਾਨ ਟਾਈਮਸ ਜਿਹੜੀ ਸੰਡੇ ਦੀ ਹਿੰਦੁਸਤਾਨ ਟਾਈਮਸ ਵਿੱਚ ਇਹ ਸਟੋਰੀ ਪੜ੍ਹ ਰਿਹਾ ਕਿ ਕਿਵੇਂ ਇੱਕ ਸਿੰਗਲ ਟੀਚਰ ਰਜਿੰਦਰ ਕੁਮਾਰ 41 ਸਾਲ ਦੀ ਉਮਰ ਹੈ, 5 ਟੀਚਰਾਂ ਦੀ ਉੱਥੇ ਪੋਸਟ ਨੇ, 4 ਟੀਚਰ ਲੱਗੇ ਨੇ, ਕਿਸ ਤਰੀਕੇ ਦੇ ਨਾਲ ਇਨੀਸ਼ੀਏਟਿਵ ਲੈ ਕੇ ਉਹ ਆਪਣੇ ਸਕੂਲ ਨੂੰ ਕਿਵੇਂ ਚਲਾ ਰਹੇ ਨੇ। ਹਰ ਸਾਲ ਲੱਖ ਰੁਪਏ ਇਕੱਠਾ ਕਰਦੇ ਨੇ, 10 ਸਾਲਾਂ 'ਚ 9 ਲੱਖ ਰੁਪਏ ਤੋਂ ਜ਼ਿਆਦਾ ਉੱਥੇ ਸਰਕਾਰੀ ਸਕੂਲ ਦੇ ਵਿੱਚ ਉਹਨਾਂ ਨੇ ਬੱਚਿਆਂ ਦੇ ਉੱਤੇ ਲਗਾਇਆ ਹੈ। ਬੱਚੇ LED ਬੋਰਡਸ ਨੇ ਉਹਨਾਂ ਕੋਲ, ਆਧੁਨਿਕ ਤਰੀਕਿਆਂ ਦੇ ਨਾਲ ਉਹ ਸਿੱਖਿਆ ਲੈਂਦੇ ਨੇ ਤੇ ਉਹ ਇੱਕ ਸਿੰਗਲ ਟੀਚਰ ਦਾ ਜ਼ਬਰਦਸਤ ਇਨੀਸ਼ੀਏਟਿਵ ਹੈ। ਜਗ੍ਹਾ ਤੇ ਬਹੁਤ ਸਾਰੇ ਸਰਕਾਰੀ ਅਧਿਆਪਕ ਇਸ ਕਿਸਮ ਦੇ ਇਨੀਸ਼ੀਏਟਿਵ ਲੈ ਰਹੇ ਹੋਣਗੇ, ਪਰ ਜਿਹੜੀ ਲਾਰਜਰ ਪਰਸੈਪਸ਼ਨ ਹੈ ਤੁਹਾਡੇ ਬਾਰੇ, ਸਰਕਾਰੀ ਟੀਚਰਾਂ ਬਾਰੇ, ਉਹ ਇਹ ਲਗਾਤਾਰ ਬਣ ਰਹੀ ਹੈ ਕਿ ਬੱਚਿਆਂ ਦੇ ਭਵਿੱਖ ਦੀ ਇਸ ਲੜਾਈ ਦੇ ਵਿੱਚੋਂ ਸਰਕਾਰੀ ਅਧਿਆਪਕ ਮਨਫੀ ਹੋ ਜਾਂਦਾ ਤੇ ਜਿਸ ਵੇਲੇ ਉਹਦੀ ਆਪਣੀ ਨੌਕਰੀ ਤੇ ਆਂਦੀ ਹੈ ਤੇ ਉਹ ਜਿਹੜੀ ਮੈਂ ਗੱਲ ਕੀਤੀ ਸੀ ਕੰਨ ਦੇ ਉੱਤੇ ਜੂੰ ਸਰਕਦੀ ਹੈ, ਉਸ ਵੇਲੇ ਉਹ ਬੜੇ ਜ਼ੋਰ ਸ਼ੋਰ ਨਾਲ ਲੜਦਾ। ਫਿਰ ਉਹ ਆਂਗਨਵਾੜੀ ਵਰਕਰਾਂ ਨਾਲ ਵੀ ਲੜਨ ਨੂੰ ਤਿਆਰ ਹੈ, ਟੀਚਰ ਨਾਲ ਵੀ ਲੜਨ ਨੂੰ ਤਿਆਰ ਹੈ, ਪਾਣੀ ਦੀ ਟੈਂਕੀ ਤੇ ਚੜਨ ਲਈ ਵੀ ਤਿਆਰ ਹੈ ਤੇ ਬਿਨਾਂ ਇੱਕ ਵੀ ਰੁਪਈਆ ਐਕਸਟਰਾ ਲਏ ਸਰਕਾਰੀ ਅਧਿਆਪਕ ਹੋਰ ਜ਼ਿਆਦਾ ਬੋਝ ਆਪਣੇ ਮੋਢਿਆਂ ਤੇ ਲੈਣ ਲਈ ਤਿਆਰ ਹੈ। ਪਰਮਾਤਮਾ ਕਰੇ ਪੰਜਾਬ ਭਰ ਦੇ ਵਿੱਚ ਤੁਹਾਡੇ ਇਸ ਸਵਾਗਤੀ ਕਦਮ ਦੇ ਬਹੁਤ ਸਾਰੇ ਸਮਾਰੋਹ ਹੋਣ ਤੇ ਤੁਹਾਡਾ ਸਨਮਾਨ ਕੀਤਾ ਜਾਵੇ। ਅਜਿਹੀ ਕੋਈ ਆਸ ਅਜੇ ਮੈਨੂੰ ਜਾਪਦੀ ਨਹੀਂ। ਅੱਜ ਲਈ ਇੰਨਾ ਹੀ। ਧੰਨਵਾਦ। ਤੇਰਾ ਬਰਾਕਾ।